ਰਾਜਿਆਂ ਦੀ ਪੋਥੀ ਕਿੰਗਸ ਫਸਟ ਚੈਪਟਰ 1 ਦਾਊਦ ਦੇ ਆਖਰੀ ਦਿਨ ਅਤੇ ਸੁਲੇਮਾਨ ਦਾ ਪਾਤਸ਼ਾਹ ਬਣਨਾ। ਦਾਊਦ ਪਾਤਸ਼ਾਹ ਬੁੱਢਾ ਤੇ ਬਹੁਤ ਵਰਿਆਂ ਦਾ ਹੋ ਗਿਆ ਤੇ ਉਹ ਉਸ ਨੂੰ ਕੱਪੜਿਆਂ ਨਾਲ ਕੱਢਦੇ ਸਨ, ਪਰ ਉਹ ਗਰਮ ਨਹੀਂ ਸੀ ਹੁੰਦਾ। ਸੋ ਉਸਦੇ ਟਹਿਲੂਆਂ ਨੇ ਉਸਨੂੰ ਆਖਿਆ ਵੀ ਮੇਰੇ ਸਵਾਮੀ ਪਾਤਸ਼ਾਹ ਲਈ ਇੱਕ ਮੁਟਿਆਰ ਕੁੜੀ ਭਾਲੀ ਜਾਵੇ, ਜੋ ਪਾਤਸ਼ਾਹ ਦੇ ਸਨਮੁਖ ਸਦਾ ਖਲੋਤੀ ਰਿਹਾ ਕਰੇ ਤੇ ਉਸਦੀ ਸੇਵਾ ਕਰਿਆ ਕਰੇ ਅਤੇ ਉਹਦੀ ਹਿੱਕ ਨਾਲ ਲੇਟੀ ਰਿਹਾ ਕਰੇ, ਤਾਂ ਜੋ ਸਾਡਾ ਮਾਲਕ ਪਾਤਸ਼ਾਹ ਗਰਮ ਹੋਵੇ। ਤਾਂ ਉਹਨਾਂ ਨੇ ਇਸਰਾਇਲ ਦੀਆਂ ਸਾਰੀਆਂ ਹੱਦਾਂ ਵਿੱਚੋਂ ਇੱਕ ਸੋਹਣੀ ਮੁਟਿਆਰ ਭਾਲੀ। ਸੋ ਉਹਨਾਂ ਨੂੰ ਸ਼ੁਨਮੀ ਅਭਿਸ਼ਗ ਲੱਭੀ ਅਤੇ ਉਹ ਉਸਨੂੰ ਪਾਤਸ਼ਾਹ ਦੇ ਕੋਲ ਲੈ ਆਏ। ਉਹ ਮੁਟਿਆਰ ਡਾਢੀ ਹੀ ਸੋਹਣੀ ਸੀ, ਸੋ ਉਹ ਪਾਤਸ਼ਾਹ ਦੀ ਸੇਵਾਦਾਰਨੀ ਬਣੀ। ਉਸ ਦੀ ਖਬਰ ਰੱਖਦੀ ਸੀ, ਪਰ ਪਾਤਸ਼ਾਹ ਨੇ ਉਸ ਨਾਲ ਸੰਬੰਧ ਨਾ ਕੀਤਾ। ਤਾਂ ਹੱਗੀਤ ਦੇ ਪੁੱਤਰ ਅਦੋਨੀਆ ਨੇ ਆਪਣੇ ਆਪ ਨੂੰ ਉੱਚਾ ਕੀਤਾ ਤੇ ਆਖਿਆ, ਮੈਂ ਪਾਤਸ਼ਾਹ ਬਣਾਂਗਾ। ਅਤੇ ਉਸਨੇ ਆਪਣੇ ਲਈ ਰੱਥ, ਘੋੜ ਚੜੇ ਅਤੇ 50 ਮਨੁੱਖ ਜੋ ਉਸਦੇ ਅੱਗੇ ਅੱਗੇ ਦੌੜਨ ਲਈ ਤਿਆਰ ਕੀਤੇ। ਅਤੇ ਉਸਦੇ ਪਿਤਾ ਨੇ ਇਹ ਆਖ ਕੇ ਉਸਨੂੰ ਕਦੀ ਉਦਾਸ ਨਾ ਕੀਤਾ। ਤੇ ਇਉਂ ਕਿਉਂ ਕੀਤਾ? ਕਿਉਂਕਿ ਉਹ ਵੀ ਵੱਡਾ ਸੁੰਦਰ ਸੀ ਅਤੇ ਉਹ ਅਬਸ਼ਲੋਮ ਤੋਂ ਪਿੱਛੋਂ ਪੈਦਾ ਹੋਇਆ ਸੀ। ਉਹ ਸਰੂਆ ਦੇ ਪੁੱਤਰ ਜੋਆਬ ਅਤੇ ਅਬਯਾਥਾਰ ਜਾਜਕ ਨਾਲ ਗੱਲਾਂ ਕਰਦਾ ਸੀ ਅਤੇ ਇਹ ਅਦੋਨੀਯਾਹ ਦੇ ਮਗਰ ਲੱਗ ਕੇ ਉਹਦੀ ਸਹਾਇਤਾ ਕਰਦੇ ਸਨ। ਪਰ ਸਦੋਕ ਜਾਜਕ और यहोयादा का पुत्र बनाया और नाथान नबी और शिमई और रे और दाऊद दे सूरबीर अदोनिया दे नाल नहीं सन। तां अदोनिया ने भेडां, बलद अते मोटे मोटे पशु जोहलत पत्थर उत्ते जो ऐन रोगेल दे कोल है वड्डे ਅਤੇ ਆਪਣੇ ਸਾਰੇ ਭਰਾ ਅਰਥਾਤ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾ ਦੇ ਸਭ ਮਨੁੱਖ ਜਿਹੜੇ ਪਾਤਸ਼ਾਹ ਦੇ ਟਹਿਲੂਏ ਸਨ ਸੱਦੇ। पर नथान नबी ਅਤੇ बनाया और सूरबीर और अपने भरा सुलेमान ਨੂੰ ਨਾਮ ਸੱਦਿਆ। ਤਾਂ ਨਥਾਨ ਨੇ ਸੁਲੇਮਾਨ ਦੀ ਮਾਤਾ ਬਤਸ਼ਬਾ ਨੂੰ ਆਖਿਆ, ਕੀ ਤੁਸੀਂ ਨਹੀਂ ਸੁਣਿਆ ਕਿ ਹਗੀਤ ਦਾ ਪੁੱਤਰ ਅਦੋਨੀਆ ਰਾਜ ਕਰਦਾ ਹੈ ਅਤੇ ਸਾਰੇ ਮਾਲਕ ਦਾਊਦ ਨੂੰ ਉਸ ਦੀ ਖਬਰ ਵੀ ਨਹੀਂ? ਹੁਣ ਤੁਸੀਂ ਆਓ, ਮੈਂ ਤੁਹਾਨੂੰ ਸਲਾਹ ਦਿਆਂ ਵੀ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਜਿੰਦ ਬਚਾ ਸਕੋ। ਤੁਸੀਂ ਜਾਓ ਅਤੇ ਦਾਊਦ ਪਾਤਸ਼ਾਹ ਦੇ ਕੋਲ ਅੰਦਰ ਜਾ ਕੇ ਉਸਨੂੰ ਆਖੋ, ਹੇ ਮੇਰੇ ਮਾਲਕ ਪਾਤਸ਼ਾਹ, ਭਲਾ ਤੈਂ ਆਪਣੀ ਟਹਿਲ ਨਾਲ ਸਹੁੰ ਖਾ ਕੇ ਨਹੀਂ ਆਖਿਆ ਵੀ ਸੱਚਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਪਿੱਛੋਂ ਰਾਜ ਕਰੇਗਾ ਤੇ ਉਹ ਹੀ ਮੇਰੀ ਰਾਜਗੱਦੀ ਉੱਤੇ ਬੈਠੇਗਾ? ਫਿਰ ਅਦੋਨੀਆ ਕਿਉਂ ਰਾਜ ਕਰਦਾ ਹੈ? ਦੇਖੋ, ਤੁਹਾਡੇ ਪਾਤਸ਼ਾਹ ਨਾਲ ਗੱਲ ਕਰਨ ਦੇ ਵੇਲੇ ਮੈਂ ਵੀ ਤੁਹਾਡੇ ਮਗਰ ਅੰਦਰ ਆਵਾਂਗਾ ਅਤੇ ਤੁਹਾਡੀਆਂ ਗੱਲਾਂ ਲਈ ਉਪਰਾਲਾ ਕਰਾਂਗਾ। ਸੋ ਬਤਸ਼ਬਾ ਕੋਠੜੀ ਦੇ ਅੰਦਰ ਪਾਤਸ਼ਾਹ ਕੋਲੇ ਗਈ। ਪਾਤਸ਼ਾਹ ਬਹੁਤ ਹੀ ਬੁੱਢਾ ਸੀ ਅਤੇ ਸ਼ੁਨਮੀ ਅਭਿਲਗ ਪਾਤਸ਼ਾਹ ਦੀ ਟਹਿਲ ਕਰ ਰਹੀ ਸੀ। ਬਤਸ਼ਬਾ ਨੀਵੀਂ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ। ਪਾਤਸ਼ਾਹ ਨੇ ਆਖਿਆ, ਤੂੰ ਕੀ ਮੰਗਦੀ ਹੈ? ਉਸ ਆਖਿਆ, ਮੇਰੇ ਮਾਲਕ, ਤੈਂ ਯਹੋਵਾ ਆਪਣੇ ਪਰਮੇਸ਼ਵਰ ਦੀ ਟਹਿਲਣ ਨਾਲ ਸਹੁੰ ਖਾਧੀ ਸੀ ਵੀ ਮੇਰੇ ਪਿੱਛੋਂ ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਤੇ ਉਹ ਮੇਰੀ ਰਾਜਗੱਦੀ ਉੱਤੇ ਬੈਠੇਗਾ। ਹੁਣ ਵੇਖ ਤਾਂ ਅਦੋਨੀਆ ਰਾਜ ਕਰਦਾ ਹੈ। ਹੁਣ ਦੇਖੀ ਮੇਰੇ ਮਾਲਕ ਪਾਤਸ਼ਾਹ, ਤੈਨੂੰ ਇਸ ਦੀ ਕੁਝ ਖਬਰ ਵੀ ਹੈ ਕਿ ਨਹੀਂ? ਤੇ ਉਸਨੇ ਢੇਰ ਸਾਰੇ ਬਲਦ, ਮੋਟੇ ਮੋਟੇ ਪਸ਼ੂ ਔਰ ਭੇਡਾਂ ਵੱਢੀਆਂ ਹਨ ਤੇ ਪਾਤਸ਼ਾਹ ਦੇ ਸਾਰੇ ਪੁੱਤਰ ਅਬਿਆਥਾਰ ਜਾਜਕ ਸੈਨਾਪਤੀ ਜੋਆਬ ਨੂੰ ਤਾਂ ਸੱਦਿਆ ਹੈ, ਪਰ ਤੇਰੇ ਦਾਸ ਸੁਲੇਮਾਨ ਨੂੰ ਨਹੀਂ ਸੱਦਿਆ। ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਸਾਰੇ ਇਸਰਾਇਲ ਦੀਆਂ ਅੱਖਾਂ ਤੇਰੇ ਉੱਤੇ ਹਨ ਵੀ ਤੂੰ ਉਹਨਾਂ ਨੂੰ ਦੱਸੇ ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜਗੱਦੀ ਉੱਤੇ ਤੇਰੇ ਪਿੱਛੋਂ ਕੌਣ ਬੈਠੇਗਾ। ਨਹੀਂ ਤਾਂ ਇਉਂ ਹੋਵੇਗਾ ਕਿ ਜਦ ਮੇਰਾ ਮਾਲਕ ਪਾਤਸ਼ਾਹ ਆਪਣੇ ਪਿਓ ਦਾਦਿਆਂ ਨਾਲ ਵਿਸਰਾਮ ਕਰੇਗਾ ਤੇ ਮੈਂ ਤੇ ਮੇਰਾ ਪੁੱਤਰ ਸੁਲੇਮਾਨ ਪਾਪੀ ਠਹਿਰਾਂਗੇ। ਤਾਂ ਵੇਖੋ, ਉਹ ਪਾਤਸ਼ਾਹ ਅਜੇ ਨਾਲ ਗੱਲਾਂ ਹੀ ਕਰਦੀ ਸੀ ਕਿ ਨਥਾਨ ਨਬੀ ਵੀ ਅੰਦਰ ਆ ਗਿਆ। ਉਸਨੇ ਪਾਤਸ਼ਾਹ ਨੂੰ ਦੱਸਿਆ ਕਿ ਵੇਖੋ, ਨਥਾਨ ਨਬੀ ਆ ਗਿਆ ਹੈ ਤੇ ਉਹ ਪਾਤਸ਼ਾਹ ਦੇ ਸਨਮੁਖ ਹੋਇਆ। ਉਸਨੇ ਪਾਤਸ਼ਾਹ ਨੂੰ ਧਰਤੀ ਤੇ ਇੱਕ ਮੂੰਹ ਭਰਨੇ ਮੱਥਾ ਟੇਕਿਆ। ਫਿਰ ਨਥਾਨ ਨੇ ਆਖਿਆ, ਹੇ ਮੇਰੇ ਮਾਲਕ, ਭਲਾ ਤੁਸੀਂ ਕੀ ਕਿਹਾ ਹੈ ਕਿ ਮੇਰੇ ਮਗਰੋਂ ਅਦੋਨੀਆ ਰਾਜ ਕਰੇਗਾ ਤੇ ਮੇਰੀ ਰਾਜਗੱਦੀ ਉੱਤੇ ਬੈਠੇਗਾ? ਉਹ ਤਾਂ ਅੱਜ ਦੇ ਦਿਨ ਠਾੜ ਨੂੰ ਗਿਆ ਹੈ। ਢੇਰ ਸਾਰੇ ਬਲਦ, ਮੋਟੇ ਮੋਟੇ ਪਸ਼ੂ, ਭੇਡਾਂ ਵੱਢੀਆਂ ਔਰ ਪਾਤਸ਼ਾਹ ਦੇ ਸਾਰੇ ਪੁੱਤਰਾਂ, ਸੈਨਾਪਤੀਆਂ ਔਰ ਅਬਿਆਥਾਰ ਜਾਜਕ ਨੂੰ ਸੱਦਿਆ। ਪਰ ਵੇਖੋ, ਉਸ ਦੇ ਸਨਮੁਖ ਖਾਂਦੇ ਪੀਂਦੇ ਵੀ ਸਨ ਤੇ ਆਖਦੇ ਸਨ, ਪਾਤਸ਼ਾਹ ਅਦੋਨੀਆ ਜਿਉਂਦਾ ਰਵੇ। ਪਰ ਤੁਹਾਡੇ ਦਾਸ ਨੂੰ ਅਰਥਾਤ ਮੈਨੂੰ ਤੇ ਸਦੋਕ ਜਾਜਕ ਅਤੇ ਯਹੋਯਾਦਾ ਦੇ ਪੁੱਤਰ ਬਣਾਇਆ ਤੇ ਤੁਹਾਡੇ ਦਾਸ ਸੁਲੇਮਾਨ ਨੂੰ ਨਹੀਂ ਸੱਦਿਆ। ਕੀ ਇਹ ਮੇਰੇ ਮਾਲਕ ਪਾਤਸ਼ਾਹ ਦੇ ਵੱਲੋਂ ਹੋਇਆ ਹੈ ਜੇ ਤੁਸੀਂ ਆਪਣੇ ਦਾਸ ਨੂੰ ਖਬਰ ਵੀ ਨਹੀਂ ਕੀਤੀ ਵੀ ਮੇਰੇ ਮਾਲਕ ਪਾਤਸ਼ਾਹ ਦੇ ਪਿੱਛੋਂ ਉਸ ਦੀ ਰਾਜਗੱਦੀ ਉੱਤੇ ਕੌਣ ਬੈਠੇਗਾ? ਤਾਂ ਦਾਊਦ ਪਾਤਸ਼ਾਹ ਨੇ ਉੱਤਰ ਦਿੱਤਾ ਕਿ
ਬਾਦਸ਼ਾਹ ਨੂੰ ਮੇਰੇ ਕੋਲ ਸੱਦੋ। ਉਹ ਬਾਦਸ਼ਾਹ ਦੇ ਸਨਮੁਖ ਅੰਦਰ ਆਈ ਅਤੇ ਬਾਦਸ਼ਾਹ ਦੇ ਸਨਮੁਖ ਖਲੋਤੀ ਰਹੀ। ਬਾਦਸ਼ਾਹ ਨੇ ਸਹੁੰ ਖਾ ਕੇ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਜਿਸ ਮੇਰੇ ਪ੍ਰਾਣਾਂ ਨੂੰ ਸਾਰੇ ਦੁੱਖਾਂ ਤੋਂ ਛੁਡਾਇਆ, ਜਿਵੇਂ ਮੈਂ ਯਹੋਵਾ ਇਸਰਾਇਲ ਦੇ ਪਰਮੇਸ਼ਰ ਦੀ ਸਹੁੰ ਖਾ ਕੇ ਤੈਨੂੰ ਆਖਿਆ ਸੀ ਵੀ ਸੱਚਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਮਗਰੋਂ ਬਾਦਸ਼ਾਹ ਬਣੇਗਾ ਤੇ ਮੇਰੇ ਸਾਹ ਰਾਜਗੱਦੀ ਉੱਤੇ ਬੈਠੇਗਾ ਵੀ ਉਹ। ਸੋ ਮੈਂ ਅੱਜ ਦੇ ਦਿਨ ਤੱਕ ਰਿਹਾਈ ਕਰਾਂਗਾ। ਤਦ ਬਾਦਸ਼ਾਹ ਧਰਤੀ ਤੇ ਮੂੰਹ ਕਰਨੇ ਤੇ ਬਾਦਸ਼ਾਹ ਦੇ ਅੱਗੇ ਮੱਥਾ ਟੇਕ ਕੇ ਆਖਿਆ, ਮੇਰਾ ਮਾਲਿਕ ਬਾਦਸ਼ਾਹ ਦਾਊਦ ਸਦਾ ਤੱਕ ਜਿਉਂਦਾ ਰਹੇ। ਅੱਗੋਂ ਦਾਊਦ ਬਾਦਸ਼ਾਹ ਨੇ ਆਖਿਆ, ਸਦੂਕ ਜਾਜਕ और नथान नबी और यहोयादा ਦੇ ਪੁੱਤਰ ਬਨਾਇਆ ਨੂੰ ਮੇਰੇ ਕੋਲ ਸੱਦੋ। ਤੇ ਉਹ ਬਾਦਸ਼ਾਹ ਦੇ ਸਨਮੁਖ ਆਏ ਤਾਂ ਬਾਦਸ਼ਾਹ ਨੇ ਉਹਨਾਂ ਨੂੰ ਆਖਿਆ, ਆਪਣੇ ਮਾਲਕ ਤੈਲੂਆ ਨੂੰ ਆਪਣੇ ਨਾਲ ਲਓ ਤੇ ਮੇਰੇ ਪੁੱਤਰ ਸੁਲੇਮਾਨ ਨੂੰ ਵੀ ਆਪਣੀ ਖੱਚਰ ਉੱਤੇ ਚੜਾਓ, ਮੇਰੀ ਖੱਚਰ ਉੱਤੇ ਚੜਾਓ ਅਤੇ ਉਸ ਨੂੰ ਗਿਹੋਨ ਕੋਲ ਲੈ ਜਾਓ। ਉੱਥੇ ਸਦੂਕ ਜਾਜਕ ਅਤੇ ਨਥਾਨ ਨਬੀ ਉਸ ਨੂੰ ਮਸਾ ਕਰਕੇ ਇਸਰਾਇਲ ਦਾ ਬਾਦਸ਼ਾਹ ਬਣਾਉਣ ਅਤੇ ਉਸ ਦੀ ਤੁਸੀਂ ਤੁਰੀ ਵਜਾ ਕੇ ਆਖੋ, ਸੁਲੇਮਾਨ ਬਾਦਸ਼ਾਹ ਜਿਉਂਦਾ ਰਹੇ। ਫਿਰ ਤੁਸੀਂ ਉਹਦੇ ਮਗਰ ਹੋ ਕੇ ਤਾਂ ਚਲੇ ਜਾਓ ਤਾਂ ਜੋ ਉਹ ਆਵੇ ਅਤੇ ਮੇਰੀ ਰਾਜਗੱਦੀ ਉੱਤੇ ਬੈਠ ਜਾਵੇ, ਕਿਉਂਕਿ ਉਹ ਮੇਰੇ ਥਾਂ ਬਾਦਸ਼ਾਹ ਬਣੇਗਾ। ਇਸ ਲਈ ਵੀ ਮੈਂ ਉਸ ਨੂੰ ਠਹਿਰਾ ਦਿੱਤਾ ਹੈ ਤੇ ਇਸਰਾਇਲ ਦਾ ਯਹੂਦਾ ਉੱਤੇ ਰਾਜਾ ਟਿਕਿਆ ਰਾਜਾ ਹੋਵੇ। ਤਾਂ ਯਹੋਯਾਦਾ ਦੇ ਪੁੱਤਰ ਬਨਾਇਆ ਨੇ ਬਾਦਸ਼ਾਹ ਨੂੰ ਉੱਤਰ ਦੇ ਕੇ ਆਖਿਆ, ਸਤ ਬਚਨ ਯਹੋਵਾ ਮੇਰੇ ਮਾਲਕ ਬਾਦਸ਼ਾਹ ਦਾ ਪਰਮੇਸ਼ਰ ਇਵੇਂ ਹੀ ਆਖੇ, ਜੇ ਯਹੋਵਾ ਮੇਰੇ ਮਾਲਕ ਬਾਦਸ਼ਾਹ ਦੇ ਨਾਲ ਸੀ ਤਿਹਾ ਹੀ ਸੁਲੇਮਾਨ ਦੇ ਨਾਲ ਹੋਵੇ ਅਤੇ ਉਹਦੀ ਰਾਜਗੱਦੀ ਨੂੰ ਮੇਰੇ ਮਾਲਕ ਬਾਦਸ਼ਾਹ ਦਾਊਦ ਦੀ ਰਾਜਗੱਦੀ ਨਾਲੋਂ ਵਧਾਵੇ। ਸੋ ਸਦੂਕ ਜਾਜਕ ਅਤੇ ਨਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਇਆ ਅਤੇ ਕਰੇਤੀ ਔਰ ਪਲੇਤੀ ਹਠਾੜ ਨੂੰ ਗਿਆ ਤੇ ਸੁਲੇਮਾਨ ਨੂੰ ਦਾਊਦ ਬਾਦਸ਼ਾਹ ਦੀ ਖੱਚਰ ਉੱਤੇ ਚੜਾ ਕੇ ਗਿਹੋਨ ਕੋਲ ਲੈ ਆਏ। ਸਦੂਕ ਬਾਦਸ਼ਾਹ ਨੇ ਤੰਬੂ ਵਿੱਚੋਂ ਇੱਕ ਤੇਲ ਦਾ ਸਿੰਘ ਲਿਆ ਕੇ ਸੁਲੇਮਾਨ ਨੂੰ ਮਸਾ ਕੀਤਾ। ਤਦ ਉਹਨਾਂ ਤੁਰੀ ਵਜਾਈ ਅਤੇ ਸਭ ਬੋਲ ਉੱਠੇ, ਸੁਲੇਮਾਨ ਬਾਦਸ਼ਾਹ ਜਿਉਂਦਾ ਰਹੇ। ਤਾਂ ਸਭ ਲੋਕ ਉਸਦੇ ਮਗਰ ਉਤਾਂਹ ਆਏ ਤੇ ਲੋਕ ਵੰਜਲੀਆਂ ਵਜਾਉਂਦੇ ਤੁਰੇ ਜਾਂਦੇ ਸਨ ਤੇ ਵੱਡਾ ਆਨੰਦ ਕਰਦੇ ਸਨ। ਅਜਿਹਾ ਜੋ ਧਰਤੀ ਉਹਨਾਂ ਦੀ ਆਵਾਜ਼ ਨਾਲ ਹਿੱਲ ਗਈ। ਤਾਂ ਅਦੋਨੀਆ ਅਤੇ ਉਹਦੇ ਨਾਲ ਦੇ ਸਾਰੇ ਪ੍ਰਾਹੁਣਿਆਂ ਨੇ ਜਾਂ ਉਹ ਰੋਟੀ ਖਾ ਕੇ ਹਟੇ ਸਨ ਤਾਂ ਇਹ ਆਵਾਜ਼ ਸੁਣੀ। ਤਾਂ ਜਦ ਜਵਾਬ ਨੇ ਤੁਰੀ ਦੀ ਆਵਾਜ਼ ਸੁਣੀ ਤਾਂ ਉਸਨੇ ਆਖਿਆ, ਸ਼ਹਿਰ ਵਿੱਚ ਇਹ ਰੌਲੇ ਦੀ ਆਵਾਜ਼ ਕਿਉਂ ਹੈ? ਤਾਂ ਜੋ ਬੋਲਦਾ ਹੀ ਸੀ ਕਿ ਵੇਖੋ, ਅਬਯਾਬਾਰ ਜਾਜਕ ਦਾ ਪੁੱਤਰ ਜੋਨਾਥਨ ਆਇਆ। ਤੇ ਅਦੋਨੀਆ ਨੇ ਉਸਨੂੰ ਆਖਿਆ, ਅੰਦਰ ਆ ਜਾ, ਕਿਉਂਕਿ ਤੂੰ ਸੂਰਮਾ ਮਨੁੱਖ ਹੈ ਤੇ ਚੰਗੀ ਖਬਰ ਲੈ ਹੋਵੇਗਾ। ਤੇ ਜੋਨਾਥਨ ਨੇ ਉੱਤਰ ਦਿੱਤਾ ਤੇ ਅਦੋਨੀਆ ਨੂੰ ਆਖਿਆ, ਸੱਚਮੁੱਚ ਸਾਡੇ ਮਾਲਕਾ ਬਾਦਸ਼ਾਹ ਦਾਊਦ ਨੇ ਸੁਲੇਮਾਨ ਨੂੰ ਬਾਦਸ਼ਾਹ ਬਣਾ ਦਿੱਤਾ ਹੈ। ਅਤੇ ਬਾਦਸ਼ਾਹ ਨੇ ਸਦੂਕ ਜਾਜਕ ਔਰ ਨਥਾਨ ਨਬੀ ਔਰ ਯਹੋਯਾਦਾ ਦੇ ਪੁੱਤਰ ਬਨਾਇਆ ਅਤੇ ਕਰੇਤੀ ਤੇ ਪਲੇਤੀ ਉਹਦੇ ਨਾਲ ਕੱਲੇ। ਉਹਨਾਂ ਨੇ ਬਾਦਸ਼ਾਹ ਦੀ ਖੱਚਰ ਉੱਤੇ ਉਸ ਨੂੰ ਚੜਾਇਆ ਤੇ ਉਹ ਸਦੂਕ ਜਾਜਕ ਅਤੇ ਨਥਾਨ ਨਬੀ ਨੇ ਗਿਹੋਨ ਵਿੱਚ ਉਸ ਨੂੰ ਬਾਦਸ਼ਾਹ ਹੋਣ ਲਈ ਮਸਾ ਕੀਤਾ। ਉਹ ਉੱਥੋਂ ਅਜਿਹਾ ਆਨੰਦ ਕਰਦੇ ਮੁੜੇ ਸਨ ਜੋ ਸ਼ਹਿਰ ਗੱਜ ਉੱਠਿਆ ਅਤੇ ਉਹ ਗੱਜ ਦੀ ਆਵਾਜ਼ ਸੁਣੀ। ਸੋ ਸੁਲੇਮਾਨ ਰਾਜਗੱਦੀ ਉੱਤੇ ਬੈਠ ਗਿਆ। ਨਾਲੇ ਬਾਦਸ਼ਾਹ ਦੇ ਟਹਿਲੂਏ ਆ ਕੇ ਸਾਡੇ ਮਾਲਕ ਬਾਦਸ਼ਾਹ ਦਾਊਦ ਨੂੰ ਮੁਬਾਰਕਬਾਦੀ ਦੇ ਰਹੇ ਸਨ ਕਿ ਤੁਹਾਡਾ ਪਰਮੇਸ਼ਰ ਸੁਲੇਮਾਨ ਦੇ ਨਾਂ ਨੂੰ ਤੁਹਾਡੇ ਨਾਂ ਨਾਲ ਉਜਾਗਰ ਕਰੇ ਅਤੇ ਉਹਦੀ ਰਾਜਗੱਦੀ ਨੂੰ ਤੁਹਾਡੀ ਰਾਜਗੱਦੀ ਨਾਲੋਂ ਵਧਾਵੇ। ਤੇ ਬਾਦਸ਼ਾਹ ਨੇ ਮੰਜੇ ਉੱਤੇ ਆਪਣੇ ਆਪ ਨੂੰ ਨਵਾਇਆ। ਬਾਦਸ਼ਾਹ ਨੇ ਵੀ ਇਉਂ ਆਖਿਆ, ਜੋ ਇਸਰਾਇਲ ਦਾ ਪਰਮੇਸ਼ਰ ਮੁਬਾਰਕ ਹੈ, ਜਿਸ ਅੱਜ ਦੇ ਦਿਨ ਇੱਕ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜਗੱਦੀ ਉੱਤੇ ਬੈਠਾ ਹੈ। ਤਾਂ ਸਾਰੇ ਪ੍ਰਾਹੁਣੇ ਜਿਹੜੇ ਅਦੋਨੀਆ ਦੇ ਨਾਲ ਸਨ ਘਬਰਾ ਕੇ ਉੱਠ ਖਲੋਤੇ ਤੇ ਹਰ ਮਨੁੱਖ ਆਪਣੇ ਆਪਣੇ ਰਾਹ ਤੁਰ ਗਿਆ। ਉਪਰੰਤ ਅਦੋਨੀਆ ਸੁਲੇਮਾਨ ਦੇ ਅੱਗੋਂ ਡਰ ਕੇ ਉੱਠਿਆ ਤੇ ਜਗਵੇਦੀ ਦੇ ਸਿੰਘਾਂ ਨੂੰ ਘੁੱਟ ਕੇ ਜਾ ਫੜਿਆ। ਤਾਂ ਸੁਲੇਮਾਨ ਨੂੰ ਦੱਸਿਆ ਗਿਆ ਕਿ ਵੇਖੋ, ਅਦੋਨੀਆ ਸੁਲੇਮਾਨ ਬਾਦਸ਼ਾਹ ਕੋਲੋਂ ਡਰਦਾ ਹੈ ਤੇ ਵੇਖੋ ਉਸਨੇ ਜਗਵੇਦੀ ਦੇ ਸਿੰਘ ਜਾ ਪਕੜਿਆ ਅਤੇ ਆਖਦਾ ਕਿ ਸੁਲੇਮਾਨ ਅੱਜ ਦੇ ਦਿਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਟਹਿਲੂਆਂ ਨੂੰ ਤੇਗ ਨਾਲ ਨਹੀਂ ਮਾਰੇਗਾ। ਤਾਂ ਸੁਲੇਮਾਨ ਨੇ ਆਖਿਆ, ਜੇ ਉਹ ਆਪਣੇ ਆਪ ਨੂੰ ਭਲਾ ਮਾਨਸ ਬਣਾ ਕੇ ਵਿਖਾਵੇ ਤਾਂ ਉਸਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਤੇ ਕਦੀ ਧਰਤੀ ਉੱਤੇ ਇੱਕ ਵਾਲ ਵੀ ਨਹੀਂ ਡਿੱਗੇਗਾ, ਪਰ ਜੇ ਕਦੀ ਉਸ ਵਿੱਚ ਕੋਈ ਬੁਰਾਈ ਪਾਈ ਗਈ ਤਾਂ ਮਾਰ ਦਿੱਤਾ ਜਾਵੇਗਾ। ਸੁਲੇਮਾਨ ਬਾਦਸ਼ਾਹ ਨੇ ਲੋਕ ਕੱਲੇ ਅਤੇ ਲੋਕ ਉਸ ਨੂੰ ਜਗਵੇਦੀ ਤੋਂ ਹੇਠਾਂ ਲਾ ਲਿਆ ਤੇ ਉਸਨੇ ਆ ਕੇ ਸੁਲੇਮਾਨ ਬਾਦਸ਼ਾਹ ਨੂੰ ਮੱਥਾ ਟੇਕਿਆ। ਸੁਲੇਮਾਨ ਨੇ ਉਸਨੂੰ ਆਖਿਆ, ਤੂੰ ਆਪਣੇ ਘਰ ਨੂੰ ਜਾ। ਸੁਲੇਮਾਨ ਅਦੋਨੀਆ ਸ਼ਿਮਈ ਤੋਂ ਬਦਲਾ ਲੈਂਦਾ ਹੈ। ਚੈਪਟਰ 2। ਤਦ ਦਾਊਦ ਦੇ ਮਰਨ ਦੇ ਦਿਨ ਜਦੋਂ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ ਦਿੱਤੀ, ਮੈਂ ਸਾਰੀ ਧਰਤੀ ਦੇ ਸ੍ਰਿਸ਼ਟੀ ਦੇ ਰਾਹ ਜਾਂਦਾ ਹਾਂ, ਤੂੰ ਤਕੜਾ ਹੋ ਤੇ ਮਰਦ ਬਣ ਅਤੇ ਯਹੋਵਾ ਆਪਣੇ ਪਰਮੇਸ਼ਰ ਦੀ ਆਗਿਆ ਨੂੰ ਪਾਲ ਕੇ ਉਸ ਦੇ ਮਾਰਗ ਉੱਤੇ ਚੱਲ ਤੇ ਉਸ ਦੀਆਂ ਵਿਧੀਆਂ, ਹੁਕਮਾਂ, ਨਿਯਮਾਂ ਤੇ ਸਾਖੀਆਂ ਦੀ ਪਾਲਣਾ ਕਰਕੇ ਰਾਖੀ ਕਰ, ਜਿਵੇਂ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਹੋਇਆ ਹੈ। ਜਿਸ ਕਰਕੇ ਤੂੰ ਉਸ ਸਾਰੇ ਕੰਮ ਵਿੱਚ ਜਿਹੜਾ ਤੂੰ ਕਰੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਜਾਵੇਂ ਮੂੰਹ ਕਰੇ ਸਫਲ ਹੋਏ। ਅਤੇ ਜਿਸ ਕਰਕੇ ਜੋ ਆਪਣੇ ਉਸ ਬਚਨ ਉੱਤੇ ਟਿਕਿਆ ਰਹੇ ਜੋ ਉਸਨੇ ਮੇਰੇ ਵਿਖੇ ਬੋਲਿਆ ਸੀ ਬਈ ਜੇਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ
ਔਰ ਆਪਣੀ ਸਾਰੀ ਜਿੰਦ ਨਾਲ ਮੇਰੇ ਅੱਗੇ ਸੱਚਾਈ ਨਾਲ ਤੁਰੇ ਤਾਂ ਮਨੁੱਖ ਦੀ ਇਸਰਾਇਲ ਦੀ ਰਾਜਗੱਦੀ ਤੋਂ ਕਦੀ ਕਮੀ ਨਾ ਹੋਵੇਗੀ। ਨਾਲੇ ਤੂੰ ਜਾਣਦਾ ਵੀ ਹੈ ਕਿ ਕੁਝ ਸਰੂਆ ਦੇ ਪੁੱਤਰ ਜੋਆਬ ਨੇ ਮੇਰੇ ਨਾਲ ਅਤੇ ਇਸਰਾਇਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤ ਅਮਾਸਾ ਨਾਲ ਕੀਤਾ, ਜਿਨ੍ਹਾਂ ਨੂੰ ਉਸਨੇ ਵੱਢ ਸੁੱਟਿਆ ਅਤੇ ਸੁਲ੍ਹਾ ਦੇ ਵਿੱਚ ਯੁੱਧ ਦਾ ਲਹੂ ਵਹਾਇਆ ਤੇ ਯੁੱਧ ਦੇ ਲਹੂ ਨੂੰ ਆਪਣੀ ਪੇਠੀ ਉੱਤੇ ਜਿਹੜੀ ਉਹਦੇ ਲੱਕ ਨਾਲ ਸੀ, ਆਪਣੀ ਜੁੱਤੀ ਉੱਤੇ ਜਿਹੜੀ ਉਹਦੇ ਪੈਰਾਂ ਵਿੱਚ ਸੀ ਛਿੜਕਿਆ। ਸੋ ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀ ਤੇ ਉਸ ਦਾ ਧੌਲਾ ਸਲਾਮਤੀ ਨਾਲ ਪਤਾ ਨਾ ਲੈਣ ਦੇ, ਪਰ ਬਰਜ਼ਿਲੀ ਗਲਿਆਦੀ ਦੇ ਪੁੱਤਰਾਂ ਉੱਤੇ ਦਇਆ ਕਰੀ ਅਤੇ ਉਹਨਾਂ ਦੇ ਵਿੱਚ ਜੋ ਤੇਰੇ ਲੰਗਰ ਵਿੱਚ ਖਾਂਦੇ ਹਨ ਰਲਾ ਦੇ, ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸਲੋਮ ਦੇ ਅੱਗੋਂ ਨੱਠਾ ਸਾਂ ਤਾਂ ਉਹ ਉਵੇਂ ਹੀ ਮੇਰੇ ਕੋਲ ਆਏ ਸਨ ਅਤੇ ਵੇਖ ਬਹਰੀਮ ਤੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਹਨਾਇਮ ਨੂੰ ਜਾਂਦਾ ਹਾਂ ਤਾਂ ਉਸ ਦਿਨ ਮੈਨੂੰ ਸੜਿਆ ਹੋਇਆ ਸ਼ਰਾਬ ਦਿੱਤਾ ਸੀ ਤੇ ਉਹ ਜਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਸਨੂੰ ਯਹੋਵਾ ਦੀ ਸਹੁੰ ਖਾ ਕੇ ਆਖਿਆ ਵੀ ਨਾ ਮੈਂ ਤੈਨੂੰ ਤੇਗ ਨਾਲ ਵੱਢਾਂਗਾ, ਹੁਣ ਤੂੰ ਉਸਨੂੰ ਸਜ਼ਾ ਦਿੱਤੇ ਬਿਨਾਂ ਨਾ ਵੱਢੀ ਨਾ ਛੱਡੀ, ਕਿਉਂ ਜੋ ਬੁੱਧਵਾਨ ਮਨੁੱਖ ਹੈ ਤੂੰ ਅਤੇ ਜੋ ਉਸ ਦੇ ਨਾਲ ਕਰਨਾ ਲੋੜੀਂਦਾ ਉਸਨੂੰ ਜਾਣਦਾ ਹੈ। ਸੋ ਤੂੰ ਉਸਦਾ ਧੌਲਾ ਸਿਰ ਲਹੂ ਨਾਲ ਪਤਾਲ ਵਿੱਚ ਨਾ ਲਾਈ। ਤਾਂ ਦਾਊਦ ਨੇ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ ਤੇ ਦਾਊਦ ਦੇ ਸ਼ਹਿਰ ਵਿੱਚ ਉਹ ਦੱਬਿਆ ਗਿਆ। ਜਿੰਨੇ ਦਿਨ ਦਾਊਦ ਨੇ ਇਸਰਾਇਲ ਤੇ ਰਾਜ ਕੀਤਾ ਤੇ 40 ਵਰ੍ਹੇ ਸਨ। 7 ਵਰ੍ਹੇ ਉਸ ਹਬਰੋਨ ਵਿੱਚ ਰਾਜ ਕੀਤਾ ਤੇ 33 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜਗੱਦੀ ਉੱਤੇ ਬੈਠਾ ਤੇ ਉਸਦਾ ਰਾਜ ਡਾਢਾ ਹੀ ਪੱਕਾ ਹੋ ਗਿਆ। ਉਪਰੰਤ ਹਗੀਤ ਦਾ ਪੁੱਤਰ ਅਦੋਨੀਆ ਸੁਲੇਮਾਨ ਦੀ ਮਾਤਾ ਬਤਸ਼ੇਬਾ ਕੋਲ ਆਇਆ। ਅੱਗੋਂ ਉਸਨੇ ਆਖਿਆ ਤੂੰ ਸੁਲ੍ਹਾ ਨਾਲ ਆਇਆ ਹੈ? ਤਾਂ ਉਸਨੇ ਆਖਿਆ ਹਾਂ ਸੁਲ੍ਹਾ ਨਾਲ। ਫਿਰ ਉਸ ਆਖਿਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਸ ਆਖਿਆ ਬੋਲ। ਉਸ ਆਖਿਆ ਤੂੰ ਜਾਣਦੀ ਹੈ ਕਿ ਰਾਜ ਤਾਂ ਮੇਰਾ ਸੀ ਤੇ ਉਸ ਵੇਲੇ ਸਾਰੇ ਇਸਰਾਇਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾ ਦੇ ਵੱਲੋਂ ਉਹਦਾ ਸੀ। ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ, ਤੂੰ ਮੇਰਾ ਬੋਲ ਨਾ ਮੋੜੀ। ਉਸ ਆਖਿਆ ਬੋਲ। ਤਾਂ ਉਸ ਆਖਿਆ ਦਇਆ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਜੋ ਤੇਰੀ ਗੱਲ ਨਾ ਮੋੜੇਗਾ ਕਿ ਉਹ ਅਭਿਸ਼ੇਕ ਸੋਨਮੀ ਨੂੰ ਮੇਰੀ ਪਤਨੀ ਹੋਣ ਲਈ ਦੇ ਦੇਵੇ। ਬਾਦਸ਼ਾਹ ਨੇ ਆਖਿਆ ਚੰਗਾ, ਮੈਂ ਤੇਰੇ ਲਈ ਬਾਦਸ਼ਾਹ ਨੂੰ ਬੋਲਾਂਗੀ। ਤਾਂ ਬਾਦਸ਼ਾਹ ਸੁਲੇਮਾਨ ਬਾਦਸ਼ਾਹ ਦੇ ਕੋਲ ਅੰਦਰ ਗਈ ਬਈ ਅਦੋਨੀਆ ਲਈ ਉਹ ਉਸ ਨਾਲ ਗੱਲ ਕਰੇ। ਤਾਂ ਬਾਦਸ਼ਾਹ ਉਸਦੇ ਮਿਲਣ ਲਈ ਉੱਠ ਖਲੋਤਾ ਤਾਂ ਉਸਨੂੰ ਮੱਥਾ ਟੇਕਿਆ ਤਾਂ ਆਪਣੀ ਰਾਜਗੱਦੀ ਉੱਤੇ ਬੈਠ ਗਿਆ ਅਤੇ ਉਸ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਮੰਗਵਾਈ। ਤਾਂ ਉਹ ਉਸਦੇ ਸੱਜੇ ਪਾਸੇ ਵੱਲ ਬੈਠ ਗਈ। ਅੱਗੋਂ ਉਸ ਆਖਿਆ ਮੈਂ ਤੈਥੋਂ ਇੱਕ ਛੋਟੀ ਜਿਹੀ ਮੰਗਦੀ ਹਾਂ, ਮੈਨੂੰ ਸੱਖਣਾ ਨਾ ਮੋੜੀ। ਤਾਂ ਉਸ ਬਾਦਸ਼ਾਹ ਨੇ ਆਖਿਆ ਮਾਤਾ ਜੀ ਮੰਗੋ, ਮੈਂ ਤੁਹਾਡੇ ਬੋਲ ਨੂੰ ਕਦੀ ਨਹੀਂ ਮੋੜਾਂਗਾ। ਉਸ ਆਖਿਆ ਵੀ ਅਭਿਸ਼ੇਕ ਸੋਨਮੀ ਤੂੰ ਆਪਣੇ ਭਰਾ ਅਦੋਨੀਆ ਨੂੰ ਪਤਨੀ ਹੋਣ ਲਈ ਦੇ ਦੇ। ਤਾਂ ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਨੂੰ ਆਖਿਆ ਤੂੰ ਅਦੋਨੀਆ ਲਈ ਅਭਿਸ਼ੇਕ ਸੋਨਮੀ ਨੂੰ ਹੀ ਕਿਉਂ ਮੰਗਦੀ ਹੈ, ਸਗੋਂ ਉਸਦੇ ਲਈ ਰਾਜ ਵੀ ਮੰਗ, ਕਿਉਂ ਜੋ ਮੇਰਾ ਵੱਡਾ ਭਰਾ ਹੈ। ਸਗੋਂ ਉਹਦੇ ਲਈ ਅਬਿਆਥਾਰ ਜਾਜਕ ਔਰ ਸੂਰਿਆ ਦੇ ਪੁੱਤਰ ਜੋਆਬ ਲਈ ਵੀ। ਤਾਂ ਸੁਲੇਮਾਨ ਪਾਤਸ਼ਾਹ ਨੇ ਯਹੋਵਾ ਦੀ ਸਹੁੰ ਖਾ ਕੇ ਆਖਿਆ ਜੇ ਕਦੀ ਅਦੋਨੀਆ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ ਤਾਂ ਪਰਮੇਸ਼ਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਤੋਂ ਹੋਵੇ। ਸੋ ਜੋ ਦੇ ਯਹੋਵਾ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਵਚਨ ਅਨੁਸਾਰ ਇੱਕ ਘਰ ਬਣਾਇਆ ਹੈ। ਅਦੋਨੀਆ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ। ਤਾਂ ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਘੱਲਿਆ ਤੇ ਉਸ ਉੱਤੇ ਅਜਿਹਾ ਆਣ ਪਿਆ ਕਿ ਉਹ ਮਰ ਗਿਆ। ਫਿਰ ਪਾਤਸ਼ਾਹ ਨੇ ਅਬਰ ਯਥਾਰ ਜਾਜਕ ਨੂੰ ਆਖਿਆ ਵੀ ਤੂੰ ਅਨਾਨੋਥ ਨੂੰ ਆਪਣੀ ਪੈਲੀਆਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨਯੋਗ ਮਨੁੱਖ ਹੈ, ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ, ਕਿਉਂਕਿ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਪ੍ਰਭੂ ਯਹੋਵਾ ਦਾ ਸੰਦੂਕ ਚੁੱਕਦਾ ਹੁੰਦਾ ਸੀ। ਤੂੰ ਉਹਨਾਂ ਸਭਨਾਂ ਦੁੱਖਾਂ ਵਿੱਚੋਂ ਮੇਰੇ ਪਿਤਾ ਦੇ ਉੱਤੇ ਆਏ ਸਨ ਤੂੰ ਸਮਝ ਰਿਹਾ ਹੈ। ਸੋ ਸੁਲੇਮਾਨ ਨੇ ਅਬਿਆਥਾਰ ਨੂੰ ਕੱਢ ਦਿੱਤਾ ਵੀ ਉਸ ਯਹੋਵਾ ਦਾ ਜਾਜਕ ਨਾ ਰਹੇ, ਅਤੇ ਇਸ ਲਈ ਵੀ ਉਹ ਯਹੋਵਾ ਦਾ ਬਚਨ ਪੂਰਾ ਕਰੇ ਅਤੇ ਜਿਹੜਾ ਉਸਨੂੰ ਸ਼ੀਲੋ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ। ਤਾਂ ਇਹ ਖਬਰ ਜੋਆਬ ਦੀ ਕੁਪੜੀ, ਕਿਉਂਕਿ ਜੋਆਬ ਅਦੋਨੀਆ ਦੇ ਮਗਰ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਲੋਮ ਦੇ ਮਗਰ ਨਹੀਂ ਸੀ ਲੱਗਾ। ਸੋ ਜੋਆਬ ਯਹੋਵਾ ਦੇ ਤੰਬੂ ਨੂੰ ਨਠਾ ਅਤੇ ਜਗਵੇਦੀ ਦੇ ਸਿੰਘਾਂ ਨੂੰ ਕੁੱਟ ਕੇ ਜਾ ਪਕੜਿਆ। ਤਾਂ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਜੋਆਬ ਯਹੋਵਾ ਦੇ ਤੰਬੂ ਨੂੰ ਨੱਠ ਗਿਆ ਹੈ ਔਰ ਵੇਖੋ ਉਹ ਜਗਵੇਦੀ ਦੇ ਕੋਲ ਹੈ। ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਇਆ ਨੂੰ ਘੱਲਿਆ ਕਿ ਉਸ ਉੱਤੇ ਜਾ ਪਿਓ
ਤਾਂ ਬਣਾਇਆ ਯਹੋਵਾ ਦੇ ਤੰਬੂ ਵਿੱਚ ਗਿਆ ਤੇ ਉਸਨੂੰ ਆਖਿਆ ਵੀ ਪਾਤਸ਼ਾਹ ਇਉਂ ਆਖਦਾ ਕਿ ਨਿਕਲਾ। ਸਗੋਂ ਉਸ ਆਖਿਆ ਕਿ ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ। ਫਿਰ ਇਸ ਗੱਲ ਲਈ ਬਣਾਇਆ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਜਵਾਬ ਇਉਂ ਬੋਲਿਆ ਹੈ ਤੇ ਮੈਨੂੰ ਇਉਂ ਉੱਤਰ ਦਿੱਤਾ ਹੈ। ਤਾਂ ਪਾਤਸ਼ਾਹ ਨੇ ਉਸਨੂੰ ਆਖਿਆ, ਉਸਦੇ ਬੋਲ ਮੁਤਾਬਿਕ ਕਰ ਅਤੇ ਉਸ ਉੱਤੇ ਜਾ ਪਾਓ ਅਤੇ ਉਸਨੂੰ ਦੱਬ ਦਿਓ, ਕਿਉਂ ਜੋ ਉਹਨਾਂ ਬੇਦੋਸ਼ਾਂ ਦੇ ਖੂਨ ਨੂੰ ਜੋ ਜਵਾਬ ਨੇ ਵਹਾਇਆ ਸੀ ਮੈਥੋਂ ਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦਿਓ। ਯਹੋਵਾ ਉਸਦਾ ਖੂਨ ਉਸਦੇ ਸਿਰ ਉੱਤੇ ਰੱਖੇ, ਕਿਉਂ ਜੇ ਉਹ ਦੋਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵਧੇਕ ਸੱਚੇ ਤੇ ਅੱਛੇ ਸਨ, ਤੇ ਉਹਨਾਂ ਨੂੰ ਤੇਗ ਨਾਲ ਵੱਢ ਸੁੱਟਿਆ ਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ। ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲੀ ਸੈਨਾਪਤੀ ਸੀ, ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾ ਦਾ ਸੈਨਾਪਤੀ ਸੀ, ਤੇ ਉਹਨਾਂ ਦਾ ਖੂਨ ਜਵਾਬ ਦੇ ਸਿਰ ਉੱਤੇ ਅਤੇ ਉਸਦੇ ਅੰਸ਼ ਦੇ ਸਿਰ ਉੱਤੇ ਸਦਾ ਤੀਕ ਰਹੇ। ਪਰ ਦਾਊਦ ਉੱਤੇ ਅਤੇ ਉਹਦੇ ਅੰਸ਼ ਉੱਤੇ ਔਰ ਉਹਦੇ ਘਰ ਉੱਤੇ ਔਰ ਉਹਦੀ ਰਾਜਗੱਦੀ ਉੱਤੇ ਸਦਾ ਤੀਕ ਯਹੋਵਾ ਵੱਲੋਂ ਸੁਖ ਸਾਂਦ ਰਹੇਗੀ। ਤਾਂ ਯਹੋਜਾਦਾ ਦਾ ਪੁੱਤਰ ਬਨਾਇਆ ਤਾਂ ਚੜ੍ਹ ਗਿਆ ਤੇ ਉਸਦੇ ਉੱਤੇ ਜਾ ਪਿਆ ਔਰ ਉਸਨੂੰ ਮਾਰ ਸੁੱਟਿਆ ਅਤੇ ਉਸਨੂੰ ਉਸਦੇ ਘਰ ਉਜਾੜ ਵਿੱਚ ਦੱਬ ਦਿੱਤਾ। ਤਾਂ ਯਹੋਜਾਦਾ ਦੇ ਪੁੱਤਰ ਬਨਾਇਆ ਨੂੰ ਪਾਤਸ਼ਾਹ ਨੇ ਉਸਦੇ ਥਾਂ ਸੈਨਾਪਤੀ ਬਣਾਇਆ ਅਤੇ ਸਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਿਆਥਾਰ ਦਾ ਥਾਂ ਦਿੱਤਾ। ਫਿਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਘੱਲਿਆ ਅਤੇ ਉਸਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਟਿਕ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ, ਕਿਉਂਕਿ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ ਤਾਂ ਤੂੰ ਸੱਚਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਗਾ ਤੇ ਤੇਰਾ ਖੂਨ ਤੇਰੇ ਹੀ ਸਿਰ ਤੇ ਹੋਵੇਗਾ। ਤੇ ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸਤ ਵਚਨ ਜਿਵੇਂ ਮੇਰੇ ਮਾਲਕ ਨੇ ਪਾਤਸ਼ਾਹ ਨੂੰ ਆਖਿਆ ਤਿਵੇਂ ਹੀ ਤੁਹਾਡਾ ਸੇਵਕ ਕਰੇਗਾ। ਸੋ ਸ਼ਿਮਈ ਬਹੁਤ ਹੀ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ। ਤਾਂ ਤੀਜੇ ਵਰ੍ਹੇ ਦੇ ਅੰਤ ਵਿੱਚ ਇਉਂ ਹੋਇਆ ਕਿ ਸ਼ਿਮਈ ਦੇ ਟਹਿਲੂਆਂ ਵਿੱਚੋਂ ਦੋ ਗਾਤੇ ਰਾਜਾ ਮਾਕਾ ਦੇ ਪੁੱਤਰ ਅਕੀਸ਼ ਦੇ ਕੋਲ ਨੱਠ ਗਏ ਤੇ ਸ਼ਿਮਈ ਨੂੰ ਦੱਸੇਗਾ ਕਿ ਵੇਖ ਤੇਰੇ ਟਹਿਲੂਏ ਗਾਤੇ ਚੱਲ। ਸੋ ਸ਼ਿਮਈ ਨੇ ਉੱਠ ਕੇ ਆਪਣੇ ਖੋਤੇ ਉੱਤੇ ਕਾਠੀ ਪਾਈ ਔਰ ਆਪਣੇ ਟਹਿਲੂਆਂ ਦੀ ਢਾਲ ਭਾਲ ਵਿੱਚ ਗਾਤ ਨੂੰ ਅਕੀਸ਼ ਕੋਲ ਗਿਆ। ਉਪਰੰਤ ਸ਼ਿਮਈ ਗਿਆ ਅਤੇ ਗਾਤ ਤੋਂ ਆਪਣੇ ਟਹਿਲੂਆਂ ਨੂੰ ਮੋੜ ਲਿਆ। ਤਾਂ ਸੁਲੇਮਾਨ ਨੂੰ ਦੱਸੇਗਾ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਾਤ ਨੂੰ ਗਿਆ ਔਰ ਮੁੜ ਆਇਆ। ਤਾਂ ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਘੱਲਿਆ ਤੇ ਉਸਨੂੰ ਆਖਿਆ, ਕੀ ਮੈਂ ਤੈਨੂੰ ਯਹੋਵਾ ਦੀ ਸਹੁੰ ਨਹੀਂ ਚੁਕਵਾਈ ਅਤੇ ਤੈਨੂੰ ਤਕੀਦ ਨਾਲ ਨਹੀਂ ਸੀ ਆਖਿਆ ਵੀ ਤੂੰ ਪੱਕ ਜਾਣੀ ਕਿ ਜਿਸ ਦਿਨ ਤੂੰ ਬਾਹਰ ਹੋਰ ਕਿਤੇ ਜਾਵੇਂਗਾ ਉਸ ਦਿਨ ਤੂੰ ਸੱਚਮੁੱਚ ਹੀ ਮਾਰਿਆ ਜਾਵੇਂਗਾ। ਅਤੇ ਤੈਂ ਮੈਨੂੰ ਆਖਿਆ ਸਤ ਵਚਨ, ਮੈਂ ਗੱਲ ਸੁਣ ਲਈ ਹੈ। ਫਿਰ ਤੂੰ ਕਿਉਂ ਯਹੋਵਾ ਦੀ ਸਹੁੰ ਦੀ ਪਾਲਣਾ ਨਾ ਕੀਤੀ ਅਤੇ ਉਸ ਉੱਤੇ ਹੁਕਮ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ। ਤਾਂ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਾਈ ਨੂੰ ਜਾਣਦਾ ਹੈ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੈਂ ਮੇਰੇ ਪਿਤਾ ਦਾਊਦ ਨਾਲ ਕੀਤੀ। ਸੋ ਯਹੋਵਾ ਉਸ ਬੁਰਾਈ ਨੂੰ ਤੇਰੇ ਸਿਰ ਉੱਤੇ ਮੋੜ ਲਿਆਵੇਗਾ। ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਤੇ ਦਾਊਦ ਦੀ ਰਾਜਗੱਦੀ ਯਹੋਵਾ ਅੱਗੇ ਸਦਾ ਤੱਕ ਕਾਇਮ ਰਹੇਗੀ। ਤਾਂ ਪਾਤਸ਼ਾਹ ਨੇ ਯਹੋਜਾਦਾ ਦੇ ਪੁੱਤਰ ਬਨਾਇਆ ਨੂੰ ਹੁਕਮ ਦਿੱਤਾ ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਅਜਿਹਾ ਆਣ ਪਿਆ ਜੋ ਉਹ ਮਰ ਗਿਆ। ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ। ਸੁਲੇਮਾਨ ਦੀ ਅਕਲ ਚੈਪਟਰ 3। ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫਿਰੌਨ ਨਾਲ ਸਕਾਦਾਰੀ ਕੀਤੀ ਤੇ ਫਿਰੌਨ ਦੀ ਧੀ ਨੂੰ ਲੈ ਆਇਆ ਅਤੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਰੱਖਿਆ ਜਦ ਤੱਕ ਆਪਣਾ ਮਹਿਲ ਔਰ ਯਹੋਵਾ ਦਾ ਭਵਨ ਔਰ ਯਰੂਸ਼ਲਮ ਦੀ ਸਫੀਰ ਚੁਫੇਰਿਓਂ ਨਾ ਬਣ ਚੁੱਕੀਆਂ। ਲੋਕ ਕੇਵਲ ਉੱਚੀਆਂ ਥਾਵਾਂ ਉੱਤੇ ਬਲੀਆਂ ਚੜਾਉਂਦੇ ਸਨ, ਕਿਉਂ ਜੋ ਕੋਈ ਭਵਨ ਯਹੋਵਾ ਦੇ ਨਾਮ ਲਈ ਅਜੇ ਤੱਕ ਬਣਿਆ ਨਹੀਂ ਸੀ। ਤੇ ਸੁਲੇਮਾਨ ਦੀ ਯਹੋਵਾ ਨਾਲ ਲਗਨ ਸੀ। ਚੈਪਟਰ 12 ਰਾਜ ਵਿੱਚ ਫੁੱਟ। ਰਹਿਬੋਆਮ ਸ਼ਕਮ ਨੂੰ ਗਿਆ, ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ। ਫਿਰ ਇਉਂ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਰੋਸ਼ਾਮ ਨੇ, ਜਿਹੜਾ ਅਜੇ ਤੱਕ ਮਿਸਰ ਵਿੱਚ ਸੀ, ਇਹ ਸੁਣਿਆ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਨੱਠ ਗਿਆ ਸੀ ਤੇ ਯਰੋਬੋਆਮ ਮਿਸਰ ਵਿੱਚ ਜਾ ਵਸਿਆ ਸੀ। ਉਹਨਾਂ ਨੇ ਉਸ ਨੂੰ ਸੱਦ ਘੱਲਿਆ ਤੇ ਯਰੋਬੋਆਮ ਨੇ ਇਸਰਾਏਲ ਦੀ ਸਾਰੀ ਸਭਾ ਦੇ ਨਾਲ ਆ ਕੇ ਰਹਿਬੋਆਮ ਨਾਲ ਗੱਲ ਕੀਤੀ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਕਰੜਾ ਕੀਤਾ ਹੋਇਆ ਸੀ। ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਕਰੜੀ ਟਹਿਲ ਨੂੰ ਅਤੇ ਉਸ ਭਾਰੀ ਜੂਲੇ ਨੂੰ ਜੋ ਸਾਡੇ ਸਾਰਿਆਂ ਦੇ ਤੇ ਰੱਖਿਆ ਹੈ ਹੌਲਾ ਕਰੋ, ਤਾਂ ਅਸੀਂ ਤੁਹਾਡੀ ਟਹਿਲ ਕਰਾਂਗੇ। ਤਾਂ ਉਹਨਾਂ ਨੂੰ ਆਖਿਆ, ਤੁਸੀਂ ਹੁਣ ਤਿੰਨਾਂ ਦਿਨਾਂ ਲਈ ਚਲੇ ਜਾਓ ਅਤੇ ਫਿਰ ਮੇਰੇ ਕੋਲ ਆਇਓ। ਤਾਂ ਲੋਕ ਚਲੇ ਗਏ। ਫਿਰ ਰਹਿਬੋਆਮ ਪਾਤਸ਼ਾਹ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸਦੇ ਪਿਤਾ ਸੁਲੇਮਾਨ ਦੇ ਸਨਮੁਖ ਜਦੋਂ ਜਿਉਂਦਾ ਸੀ ਖਲੋਤੇ ਰਹਿੰਦੇ ਸਨ। ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਜੋ ਮੈਂ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਉੱਤਰ ਦਿਆਂ? ਤਾਂ ਉਹ ਉਸ ਨੂੰ ਬੋਲੇ ਕਿ ਅੱਜ ਦੇ ਦਿਨ ਜੇ ਤੂੰ ਇਹਨਾਂ ਲੋਕਾਂ ਦਾ ਸੇਵਕ ਬਣੇਗਾ ਅਤੇ ਉਹਨਾਂ ਦੀ ਸੇਵਾ ਕਰੇਗਾ ਤਾਂ ਉਹਨਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਸਦਾ ਲਈ ਤੇਰੇ ਟਹਿਲੂਏ ਹੋ ਜਾਣਗੇ। ਪਰ ਉਸ ਨੇ ਉਹਨਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ
ਜਿਹੜੀ ਉਹਨਾਂ ਨੇ ਉਸ ਨੂੰ ਦਿੱਤੀ ਸੀ ਤੇ ਉਹਨਾਂ ਸ਼ੋਕਰਿਆਂ ਤੋਂ ਜਿਹੜੇ ਉਸ ਦੇ ਲੰਗੋਟੀਏ ਯਾਰ ਹਨ ਅਤੇ ਉਸ ਦੇ ਸਨਮੁਖ ਖਲੋਤੇ ਰਹਿੰਦੇ ਸਨ ਸਲਾਹ ਲੈ ਲਈ। ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਉੱਤਰ ਦਈਏ ਜਿਹੜੀ ਉਹਨਾਂ ਨੇ ਮੈਨੂੰ ਆਖੀ ਕਿ ਸਾਡੇ ਜੋੜੇ ਨੂੰ ਹੌਲਾ ਕਰੋ, ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੋਇਆ ਹੈ। ਉਹ ਸ਼ੋਕਰੇ ਜਿਹੜੇ ਉਸ ਦੇ ਲੰਗੋਟੀ ਯਾਰ ਸਨ ਉਹਨੂੰ ਬੋਲੇ, ਉਹਨਾਂ ਲੋਕਾਂ ਨੂੰ ਜਿਹੜੇ ਇਉਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੋੜੇ ਨੂੰ ਭਾਰੀ ਕੀਤਾ ਸੀ, ਉਹਨਾਂ ਨੂੰ ਸਾਡੇ ਸਿਰ ਤੋਂ ਹੌਲਾ ਕਰੋ। ਉਹਨਾਂ ਨੂੰ ਇਹ ਆਖ ਕਿ ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ। ਜੇ ਮੇਰੇ ਪਿਤਾ ਨੇ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਸੀ ਤੇ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਤੇ ਮੈਂ ਤੁਹਾਨੂੰ ਬਿਛੂਆਂ ਤੇ ਵਾਲੇ ਕੋਟਲਿਆਂ ਨਾਲ ਫੰਡਾਂਗਾ। ਸੋ ਯਰੋਬੋਆਮ ਨੇ ਸਾਰੇ ਲੋਕ ਤੀਜੇ ਦਿਨ ਯਰੋਬੋਆਮ ਕੋਲ ਆਏ ਸਨ। ਪਾਤਸ਼ਾਹ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਤੁਸੀਂ ਤੀਜੇ ਦਿਨ ਨੂੰ ਮੇਰੇ ਕੋਲ ਆਇਓ। ਤਾਂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ। ਉਹਨਾਂ ਬਜ਼ੁਰਗਾਂ ਦੀ ਸਲਾਹ ਜਿਹੜੀ ਉਹਨਾਂ ਨੇ ਉਹਨੂੰ ਦਿੱਤੀ ਸੀ ਛੱਡ ਦਿੱਤਾ ਤੇ ਸ਼ੋਕਰਾਂ ਦੀ ਸਲਾਹ ਦੇ ਅਨੁਸਾਰ ਉਹਨਾਂ ਨੂੰ ਬੋਲਿਆ, ਮੇਰੇ ਪਿਤਾ ਨੇ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਪਰ ਮੈਂ ਉਸ ਤੋਂ ਵੀ ਭਾਰਾ ਹੋਰ ਵਧਾਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ, ਮੈਂ ਤੁਹਾਨੂੰ ਬਿਛੂ ਵਾਲੇ ਕੋਟਲਿਆਂ ਨਾਲ ਫੰਡਾਂਗਾ। ਕਿਉਂ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ, ਕਿਉਂਕਿ ਇਹ ਯਹੋਵਾ ਵੱਲੋਂ ਸੀ ਵੀ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾ ਨੇ ਸ਼ਿਲੋਨੀ ਅਹੀਵਾ ਯਾਦ ਇਬਰਾਹਿਮ ਨਬਾਟ ਦੇ ਪੁੱਤਰ ਯਰੋਬੋਆਮ ਨੂੰ ਆਖਿਆ ਸੀ ਪੂਰਾ ਕਰੇ। ਸੋ ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਦਾਊਦ ਨਾਲ ਸਾਡਾ ਕੀ ਸ਼ਰੀਕਾ, ਯੱਸੇ ਦੇ ਪੁੱਤਰ ਨਾਲ ਕੀ ਵੰਡ ਵਿਹਾਰ। ਇਹ ਇਸਰਾਏਲ ਆਪਣੇ ਤੰਬੂਆਂ ਨਾਲ ਜਾਓ। ਇਹ ਦਾਊਦ ਹੁਣ ਤੂੰ ਆਪਣੇ ਘਰਾਣੇ ਨੂੰ ਸੰਭਾਲ। ਸੋ ਇਸਰਾਏਲੀ ਆਪਣੇ ਆਪਣੇ ਤੰਬੂਆਂ ਨੂੰ ਚਲੇ ਗਏ। ਪਰ ਉਹ ਇਸਰਾਏਲੀ ਜਿਹੜੇ ਯਹੂਦਾ ਦੇ ਸ਼ਹਿਰਾਂ ਵਿੱਚ ਵਸਦੇ ਸਨ ਉਹਨਾਂ ਉੱਤੇ ਰਹਬੋਆਮ ਰਾਜ ਕਰਦਾ ਸੀ। ਫਿਰ ਰਹਬੋਆਮ ਬਾਦਸ਼ਾਹ ਨੇ ਅਦੋਰਾਮ ਨੂੰ ਘੱਲਿਆ ਜਿਹੜਾ ਬੇਗਾਰੀਆਂ ਦੇ ਉੱਤੇ ਸੀ, ਤਾਂ ਸਾਰੇ ਇਸਰਾਏਲ ਨੇ ਉਹਨੂੰ ਪਥਰਾਓ ਕੀਤਾ। ਉਹ ਮਰ ਗਿਆ ਤੇ ਰਹਬੋਆਮ ਬਾਦਸ਼ਾਹ ਨੇ ਛੇਤੀ ਕੀਤੀ ਤੇ ਰਾਤ ਸੇ ਚੜ੍ਹ ਕੇ ਯਰੂਸ਼ਲਮ ਨੂੰ ਨੱਠ ਗਿਆ। ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਬਾਕੀ ਹੈ। ਫਿਰ ਇਉਂ ਹੋਇਆ ਕਿ ਜਦ ਸਾਰੇ ਇਸਰਾਏਲ ਨੇ ਸੁਣਿਆ ਕਿ ਯਰੋਬੋਆਮ ਮੁੜ ਗਿਆ ਹੈ ਤਾਂ ਉਹ ਲੋਕ ਘੱਲ ਕੇ ਉਸਨੂੰ ਮੰਡਲ ਦੇ ਵਿੱਚ ਸੱਦਿਆ ਅਤੇ ਉਸਨੂੰ ਉਹਨਾਂ ਦੇ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ। ਇੱਕ ਯਹੂਦਾ ਦੇ ਗੋਤ ਤੋਂ ਛੁੱਟ ਹੋਰ ਕੋਈ ਦਾਊਦ ਦੇ ਘਰਾਣੇ ਦੇ ਪਿੱਛੇ ਨਾ ਲੱਗਿਆ। ਜਦ ਰਹਬੋਆਮ ਯਰੂਸ਼ਲਮ ਵਿੱਚ ਆਇਆ ਤਾਂ ਉਸਨੇ ਯਹੂਦਾ ਦੇ ਸਾਰੇ ਘਰਾਣੇ ਨੂੰ ਬਿਨਯਾਮੀਨ ਦੇ ਗੋਤ ਦੇ ਸਣੇ ਇਕੱਠਾ ਕੀਤਾ, ਜਿਹੜੇ 1,80,000 ਯੁੱਧ ਚੁਣਵੇਂ ਸੂਰਬੀਰ ਸਨ। ਬਈ ਇਸਰਾਏਲ ਨਾਲ ਲੜ ਕੇ ਸੁਲੇਮਾਨ ਦੇ ਪੁੱਤਰ ਰਹਬੋਆਮ ਦੇ ਲਈ ਰਾਜ ਨੂੰ ਮੋੜ ਲਿਆਉਣ। ਤਾਂ ਇਹ ਹੋਇਆ ਕਿ ਪਰਮੇਸ਼ਰ ਦਾ ਵਚਨ ਸ਼ਮਾਇਆ ਨੂੰ ਪਰਮੇਸ਼ਰ ਦਾ ਬੰਦਾ ਸੀ ਆਇਆ ਕਿ ਯਹੂਦਾ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੋਆਮ ਨੂੰ ਅਤੇ ਯਹੂਦਾ ਦੇ ਬਿਨਯਾਮੀਨ ਦੇ ਸਾਰੇ ਘਰਾਣੇ ਦੇ ਲੋਕਾਂ ਦੇ ਦੁਖੀ ਹੈ ਕਿ ਯਹੋਵਾ ਫਰਮਾਉਂਦਾ ਹੈ ਕਿ ਤੁਸੀਂ ਚੜ੍ਹਾਈ ਨਾ ਕਰੋ, ਨਾ ਆਪਣੇ ਇਸਰਾਏਲੀ ਭਰਾਵਾਂ ਨਾਲ ਲੜੋ। ਹਰ ਮਨੁੱਖ ਆਪਣੇ ਆਪਣੇ ਘਰ ਨੂੰ ਮੁੜ ਜਾਵੇ, ਕਿਉਂਕਿ ਇਹ ਗੱਲ ਮੇਰੇ ਵੱਲੋਂ ਹੈ। ਸੋ ਉਹ ਯਹੋਵਾ ਦੀ ਗੱਲ ਸੁਣ ਕੇ ਅਤੇ ਯਹੋਵਾ ਦੀ ਗੱਲ ਅਨੁਸਾਰ ਮੁੜ ਕੇ ਆਪਣੇ ਘਰੇ ਚਲੇ ਗਏ। ਤਾਂ ਯਰੋਬੋਆਮ ਨੇ ਅਫਰਾਈਮ ਪਹਾੜ ਵਿੱਚ ਸ਼ਕਮ ਨੂੰ ਬਣਾਇਆ ਤੇ ਉਹਦੇ ਘਰ ਵਿੱਚ ਵਸਿਆ। ਉੱਥੋਂ ਆ ਕੇ ਪਨੂਏਲ ਨੂੰ ਬਣਾਇਆ। ਤਾਂ ਯਰੋਬੋਆਮ ਨੇ ਆਪਣੇ ਮਨ ਵਿੱਚ ਕਿਹਾ, ਹੁਣ ਰਾਜ ਦਾਊਦ ਦੇ ਘਰਾਣੇ ਵੱਲ ਨੂੰ ਮੁੜ ਜਾਵੇਗਾ। ਜੇ ਕਦੀ ਇਹ ਲੋਕ ਯਰੂਸ਼ਲਮ ਨੂੰ ਯਹੋਵਾ ਦੇ ਭਵਨ ਲਈ ਵਿੱਚ ਬਲੀ ਚੜਾਉਣ ਤਾਂ ਜਾਣ, ਫਿਰ ਉਹਨਾਂ ਲੋਕਾਂ ਦੇ ਮਨ ਆਪਣੇ ਸਵਾਮੀ ਦੇ ਵੱਲ ਅਰਥਾਤ ਯਹੂਦਾ ਦੇ ਪਾਤਸ਼ਾਹ ਰਹਬੋਆਮ ਵੱਲ ਫਿਰ ਜਾਣਗੇ ਅਤੇ ਉਹ ਮੈਨੂੰ ਮਾਰ ਸੁੱਟਣਗੇ ਤੇ ਯਹੂਦਾ ਦੇ ਪਾਤਸ਼ਾਹ ਰਹਬੋਆਮ ਕੋਲ ਮੁੜ ਜਾਣਗੇ। ਇਸ ਉੱਤੇ ਪਾਤਸ਼ਾਹ ਨੇ ਸਲਾਹ ਕਰਕੇ ਸੋਨੇ ਦੇ 2 ਵੱਛੇ ਬਣਾਏ ਅਤੇ ਉਹਨਾਂ ਨੂੰ ਆਖਿਆ, ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ। ਵੇਖੋ, ਇਸਰਾਏਲ ਆਪਣੇ ਦਿਉਤੇ ਜਿਹੜੇ ਤੈਨੂੰ ਮਿਸਰ ਦੇਸ਼ ਤੋਂ ਕੱਢ ਲਿਆਏ ਤਾਂ ਉਸਨੇ ਇੱਕ ਬੈਤਲ ਵਿੱਚ ਟਿਕਾਇਆ ਤੇ ਦੂਜਾ ਦਾਨ ਵਿੱਚ ਰੱਖ ਦਿੱਤਾ। ਪਰ ਇਹ ਕੰਮ ਇੱਕ ਪਾਪ ਹੋ ਗਿਆ ਜੋ ਲੋਕ ਦਾਨ ਤੱਕ ਉਹਦੇ ਅੱਗੇ ਪੂਜਾ ਕਰਨ ਲਈ ਖਲੋ ਗਏ। ਅਤੇ ਉਸਨੇ ਉੱਚੀਆਂ ਥਾਵਾਂ ਉੱਤੇ ਭਵਨ ਬਣਾਏ ਤੇ ਲੋਕਾਂ ਵਿੱਚੋਂ ਜੋ ਲੇਵੀ ਦੀ ਅੰਸ਼ ਵਿੱਚੋਂ ਨਹੀਂ ਸਨ ਜਾਜਕ ਬਣਾਏ। ਤੇ ਯਰੋਬੋਆਮ ਨੇ 8ਵੇਂ ਮਹੀਨੇ ਦੀ 15ਵੀਂ ਤਰੀਕ ਉੱਤੇ ਪਰਬ ਮਨਾਇਆ। ਉਸ ਪਰਬ ਵਾਂਗੂ ਜੋ ਯਹੂਦਾ ਵਿੱਚ ਹੁੰਦਾ ਸੀ ਤੇ ਜਗਵੇਦੀ ਦੇ ਉੱਤੇ ਬਲੀਆਂ ਚੜਾਈਆਂ। ਇਉਂ ਉਸਨੇ ਬੈਤੇਲ ਵਿੱਚ ਵੀ ਕੀਤਾ ਤੇ ਆਪਣੇ ਬਣਾਏ ਹੋਏ ਬੱਚਿਆਂ ਦੇ ਅੱਗੇ ਬਲੀਆਂ ਚੜਾਉਣ ਲੱਗ ਪਿਆ। ਬੈਤੇਲ ਵਿੱਚ ਉਸਨੇ ਆਪਣੇ ਬਣਾਏ ਹੋਏ ਉੱਚੀਆਂ ਥਾਵਾਂ ਲਈ ਜਾਜਕ ਰੱਖ ਲਏ ਅਤੇ 8ਵੇਂ ਮਹੀਨੇ ਦੀ 15ਵੀਂ ਤਰੀਕ ਜਿਹੜਾ ਮਹੀਨਾ ਉਸਨੇ ਆਪਣੇ ਮਨ ਵਿੱਚ ਮਿੱਥਿਆ ਸੀ, ਉਸ ਜਗਵੇਦੀ ਕੋਲ ਜਿਹੜੀ ਉਸਨੇ ਬੈਤੇਲ ਵਿੱਚ ਬਣਾਈ ਸੀ ਕਿਹਾ ਤੇ ਇਸਰਾਏਲੀਆਂ ਲਈ ਇੱਕ ਪਰਬ ਠਹਿਰਾਇਆ ਤੇ ਜਗਵੇਦੀ ਕੋਲ ਕਿਹਾ ਕਿ ਧੂਫ ਦਿਖਾਵੇ। ਯਹੂਦਾ ਤੋਂ ਪਰਮੇਸ਼ਰ ਦਾ ਬੰਦਾ ਚੈਪਟਰ 13।
ਜਦੋਂ ਪਰਮੇਸ਼ਰ ਦਾ ਇੱਕ ਬੰਦਾ ਯਹੋਵਾ ਦੇ ਬਚਨ ਅਨੁਸਾਰ ਯਹੂਦਾ ਦੇ ਬੈਤੇਲ ਵਿੱਚ ਆਇਆ ਤੇ ਯਰੋਬੋਆਮ ਧੂਖ ਦਿਖਾਉਣ ਲਈ ਜਗਵੇਦੀ ਕੋਲ ਖਲੋਤਾ ਸੀ। ਉਸ ਯਹੋਵਾ ਦੇ ਬਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ, ਹੇ ਜਗਵੇਦੀ ਯਹੋਵਾ ਇਉਂ ਫਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਜੋਸ਼ੀਆ ਨਾਮੇ ਇੱਕ ਮੁੰਡਾ ਪੈਦਾ ਹੋਵੇਗਾ। ਉਹ ਉੱਚੇ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਫ ਦਿਖਾਉਂਦੇ ਹਨ ਤੇਰੇ ਹੀ ਉੱਤੇ ਚੜਾਵੇਗਾ, ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ। ਅਤੇ ਉਸਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹੋਵਾ ਬੋਲਿਆ ਸੀ ਇਹੋ ਹੀ ਹੈ ਕਿ ਵੇਖੋ, ਜਗਵੇਦੀ ਪਾਟ ਜਾਏਗੀ ਤੇ ਸਵਾਹ ਜਿਹੜੀ ਉਸ ਉੱਤੇ ਹੋਵੇਗੀ ਢਿਲਕ ਜਾਵੇਗੀ। ਤਾਂ ਇਉਂ ਹੋਇਆ ਕਿ ਪਾਤਸ਼ਾਹ ਨੇ ਪਰਮੇਸ਼ਰ ਦੇ ਬੰਦੇ ਦਾ ਵਚਨ ਸੁਣਿਆ ਅਤੇ ਉਸਨੇ ਬੈਤਾਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਕਿ ਯਰੋਬੋਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਕਿਹਾ, ਇਹਨੂੰ ਫੜ ਲਓ। ਉਸਦੀ ਉਹ ਬਾਂਹ ਜਿਹੜੀ ਉਸਨੇ ਲੰਮੀ ਕੀਤੀ ਸੀ ਸੁੱਕ ਗਈ ਤੇ ਉਹ ਉਸਨੂੰ ਆਪਣੀ ਵੱਲ ਖਿੱਚ ਨਾ ਸਕਿਆ। ਤਾਂ ਜਗਵੇਦੀ ਵੀ ਪਾਟ ਗਈ ਅਤੇ ਸਵਾਹ ਉਸ ਜਗਵੇਦੀ ਤੋਂ ਢਿਲਕ ਪਈ। ਤੇ ਉਹ ਨਿਸ਼ਾਨੀ ਦੇ ਅਨੁਸਾਰ ਜੋ ਪਰਮੇਸ਼ਰ ਦੇ ਬੰਦੇ ਨੇ ਯਹੋਵਾ ਦੇ ਬਚਨ ਨਾਲ ਦਿੱਤੀ ਸੀ, ਪਾਤਸ਼ਾਹ ਨੇ ਉਸ ਜੋ ਪਰਮੇਸ਼ਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ, ਹੁਣ ਤੂੰ ਯਹੋਵਾ ਆਪਣੇ ਪਰਮੇਸ਼ਰ ਅੱਗੇ ਅਰਦਾਸ ਕਰਕੇ ਮੇਰੇ ਲਈ ਬੇਨਤੀ ਕਰਕੇ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ। ਤਾਂ ਉਸ ਪਰਮੇਸ਼ਰ ਦੇ ਬੰਦੇ ਨੇ ਯਹੋਵਾ ਅੱਗੇ ਅਰਦਾਸ ਕੀਤੀ, ਪਰਮੇਸ਼ਰ ਹੱਥ ਉਸਦੇ ਲਈ ਚੰਗਾ ਹੋ ਗਿਆ, ਅੱਗੇ ਵਰਗਾ ਹੋ ਗਿਆ। ਤਾਂ ਪਾਤਸ਼ਾਹ ਉਸ ਪਰਮੇਸ਼ਰ ਦੇ ਬੰਦੇ ਨੂੰ ਬੋਲਿਆ ਕਿ ਮੇਰੇ ਨਾਲ ਮਹਿਲ ਨੂੰ ਚੱਲ, ਅੰਨ ਪਾਨ ਕਰ ਅਤੇ ਮੈਂ ਤੈਨੂੰ ਦਾਨ ਦਿਆਂਗਾ। ਪਰ ਉਸ ਪਰਮੇਸ਼ਰ ਦੇ ਬੰਦੇ ਨੇ ਪਾਤਸ਼ਾਹ ਨੂੰ ਆਖਿਆ, ਜੋ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਨਾ ਤਾਂ ਮੈਂ ਤੇਰੇ ਨਾਲ ਅੰਦਰ ਨਹੀਂ ਜਾਵਾਂਗਾ ਤੇ ਨਾ ਇੱਥੇ ਰੋਟੀ ਖਾਵਾਂਗਾ ਤੇ ਨਾ ਹੀ ਪਾਣੀ ਪੀਵਾਂਗਾ, ਕਿਉਂਕਿ ਯਹੋਵਾ ਦੇ ਵਚਨ ਦੇ ਅਨੁਸਾਰ ਮੈਨੂੰ ਹੁਕਮ ਦਿੱਤਾ ਗਿਆ ਕਿ ਨਾ ਰੋਟੀ ਖਾਵੇਂ ਨਾ ਪਾਣੀ ਪੀਵੇਂ। ਨਾ ਇਸ ਰਾਹ ਨੂੰ ਮੋੜੀ ਤੇ ਜਿਸ ਦੇ ਵਿੱਚੋਂ ਦੀ ਤੂੰ ਆਇਆ ਤੇ ਉਹ ਦੂਜੇ ਰਾਹ ਥਾਣੀ ਮੁੜ ਜਾਏ, ਉਸ ਰਾਹੋਂ ਨਹੀਂ ਜਿਸ ਥਾਣੀ ਤੋਂ ਉਹ ਬੈਤਲ ਨੂੰ ਆਇਆ ਸੀ। ਬੈਤਲ ਵਿੱਚ ਇੱਕ ਬੁੱਢਾ ਨਬੀ ਵਸਦਾ ਸੀ। ਉਸਦੇ ਪੁੱਤਰਾਂ ਨੇ ਆਣ ਕੇ ਸਾਰੇ ਕੰਮ ਦੱਸੇ ਜਿਹੜੇ ਪਰਮੇਸ਼ਰ ਦੇ ਬੰਦੇ ਨੇ ਉਸ ਦਿਨ ਬੈਤਲ ਵਿੱਚ ਕੀਤੇ। ਸੋ ਉਹ ਗੱਲਾਂ ਜੋ ਪਾਤਸ਼ਾਹ ਨੂੰ ਬੋਲਿਆ ਆਪਣੇ ਪਿਤਾ ਨੂੰ ਦੱਸੀਆਂ। ਤਾਂ ਉਹਨਾਂ ਦਾ ਪਿਤਾ ਉਹਨਾਂ ਨੂੰ ਬੋਲਿਆ ਕਿ ਉਹ ਕਿਸ ਰਾਹ ਗਿਆ, ਕਿਉਂ ਜੋ ਉਸਦੇ ਪੁੱਤਰਾਂ ਨੇ ਵੇਖ ਲਿਆ ਸੀ ਵੀ ਉਹ ਪਰਮੇਸ਼ਰ ਦਾ ਬੰਦਾ ਜਿਹੜਾ ਯਹੂਦਾ ਤੋਂ ਆਇਆ ਸੀ ਕਿਹੜੇ ਰਾਹ ਗਿਆ। ਤਾਂ ਉਸ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਖੋਤੇ ਉੱਤੇ ਕਾਠੀ ਕੱਸ ਦਿਓ। ਸੋ ਉਹਨਾਂ ਨੇ ਉਸਦੇ ਲਈ ਖੋਤੇ ਉੱਤੇ ਕਾਠੀ ਕੱਸ ਦਿੱਤੀ। ਤਾਂ ਉਹ ਉਸ 'ਤੇ ਚੜ੍ਹ ਗਿਆ ਅਤੇ ਪਰਮੇਸ਼ਰ ਦੇ ਬੰਦੇ ਨੇ ਆਪਣੇ ਪਿੱਛੇ ਵੱਲ ਨੂੰ ਉਹ ਚੱਲ ਪਿਆ ਤੇ ਉਸਨੂੰ ਬਲੂਤ ਦੇ ਹੇਠਾਂ ਬੈਠਾ ਹੋਇਆ ਵੇਖਿਆ। ਤਾਂ ਉਸਨੇ ਉਸਨੂੰ ਆਖਿਆ ਕਿ ਤੂੰ ਉਹੀ ਪਰਮੇਸ਼ਰ ਦਾ ਬੰਦਾ ਜੋ ਯਹੂਦਾ ਤੋਂ ਆਇਆ ਹੋਇਆ ਹੈ। ਉਸਨੇ ਕਿਹਾ, ਜੀ ਮੈਂ ਉਹੀ ਹਾਂ। ਉਸਨੇ ਆਖਿਆ, ਮੇਰੇ ਨਾਲ ਮੇਰੇ ਘਰ ਨੂੰ ਚੱਲ ਤੇ ਰੋਟੀ ਖਾ। ਉਸ ਆਖਿਆ, ਮੈਂ ਤੇਰੇ ਨਾਲ ਘਰ ਨੂੰ ਮੁੜ ਕੇ ਨਹੀਂ ਜਾ ਸਕਦਾ, ਨਾ ਹੀ ਤੇਰੇ ਘਰ ਦੇ ਅੰਦਰ ਵੜ ਸਕਦਾ ਹਾਂ ਤੇ ਨਾ ਹੀ ਤੇਰੇ ਨਾਲ ਮੈਂ ਰੋਟੀ ਖਾਵਾਂਗਾ ਤੇ ਨਾ ਹੀ ਇੱਥੇ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ। ਯਹੋਵਾ ਦੇ ਬਚਨ ਅਨੁਸਾਰ ਮੈਨੂੰ ਹੁਕਮ ਹੋਇਆ ਹੈ ਕਿ ਨਾ ਤੂੰ ਉੱਥੇ ਰੋਟੀ ਖਾਈ ਨਾ ਪਾਣੀ ਪੀਵੀਂ, ਨਾ ਉਸ ਰਾਹ ਥਾਣੀ ਮੋੜੀ ਜਿੱਥੋਂ ਦੀ ਤੂੰ ਗਿਆ ਹੈ। ਤਾਂ ਉਸਨੇ ਉਸਨੂੰ ਆਖਿਆ, ਮੈਂ ਵੀ ਤੇਰੇ ਜਿਹੜਾ ਨਬੀ ਹਾਂ ਤੇ ਯਹੋਵਾ ਦੇ ਬਚਨ ਨਾਲ ਮੈਨੂੰ ਵੀ ਇੱਕ ਦੂਤ ਮਿਲਿਆ ਜੋ ਬੋਲਿਆ ਹੈ ਕਿ ਮੈਂ ਤੈਨੂੰ ਆਪਣੇ ਘਰ ਮੋੜ ਲਿਆਵਾਂ ਤੇ ਤੇਰੇ ਘਰ ਵਿੱਚ ਫਿਰ ਉਹ ਰੋਟੀ ਖਾਵੇ ਪਾਣੀ ਪੀਵੇ। ਤੇ ਉਸ ਦੇ ਨਾਲ ਉਸਨੇ ਇੱਕ ਝੂਠ ਮਾਰਿਆ। ਸੋ ਉਹ ਉਸ ਦੇ ਨਾਲ ਮੁੜ ਆਇਆ ਤੇ ਉਸਦੇ ਘਰ ਰੋਟੀ ਪਾਣੀ ਖਾਧਾ। ਤਾਂ ਇਹ ਹੋਇਆ ਕਿ ਮੇਜ਼ ਦੇ ਕੋਲ ਬੈਠ ਰਹੇ ਸਨ ਕਿ ਯਹੋਵਾ ਵਿੱਚ ਉਸ ਨਬੀ ਨੂੰ ਜਿਹੜਾ ਉਸਨੇ ਮੋੜ ਲਿਆ ਸੀ ਆਇਆ। ਤਾਂ ਉਹ ਉਸ ਪਰਮੇਸ਼ਰ ਦੇ ਬੰਦੇ ਨੂੰ ਜਿਹੜਾ ਯਹੂਦਾ ਤੋਂ ਆਇਆ ਸੀ ਉੱਚੀ ਦਿੱਤੀ ਬੋਲਿਆ, ਜੋ ਐਂ ਫਰਮਾਉਂਦਾ ਹੈ ਕਿ ਇਸ ਲਈ ਕਿ ਤੈਂ ਜੋ ਉਹਦੇ ਵਾਕ ਦੀ ਉਲੰਘਣਾ ਕੀਤੀ, ਉਸ ਹੁਕਮ ਦੀ ਪਾਲਣਾ ਨਹੀਂ ਕੀਤੀ ਜਿਸ ਦਾ ਯਹੋਵਾ ਤੇਰੇ ਪਰਮੇਸ਼ਰ ਨੇ ਤੈਨੂੰ ਹੁਕਮ ਦਿੱਤਾ ਸੀ। ਸੋ ਮੁੜ ਆਇਆ ਤਾਂ ਜਿੱਥੋਂ ਦੀ ਯਹੋਵਾ ਨੇ ਤੈਨੂੰ ਆਖਿਆ ਸੀ ਕਿ ਨਾ ਰੋਟੀ ਖਾਈ ਨਾ ਪਾਣੀ ਪੀਵੀਂ, ਨਾ ਤੂੰ ਰੋਟੀ ਵੀ ਖਾਧੀ ਪਾਣੀ ਵੀ ਪੀਤਾ। ਸੋ ਤੇਰੀ ਲੋਥ ਤੇਰੇ ਪਿਓ ਦਾਦਿਆਂ ਦੀ ਖਬਰ ਨਹੀਂ ਜਾਈ। ਤਾਂ ਇਹ ਹੋਇਆ ਕਿ ਜਦ ਉਹ ਅੰਨ ਜਲ ਖਾ ਚੁੱਕਿਆ ਤਾਂ ਉਸਨੇ ਆਪਣੇ ਉੱਤੇ ਨਬੀ ਨੂੰ ਲੈ ਲਿਆਂਦਾ, ਉਸਨੂੰ ਮੋੜ ਲਿਆਇਆ ਸੀ ਜਿਹੜਾ ਉਸਨੂੰ ਲਿਆਂਦਾ। ਤੇ ਜਦ ਉਹ ਤੁਰਿਆ ਜਾਂਦਾ ਸੀ ਤਾਂ ਉਸ ਨੂੰ ਇੱਕ ਸ਼ੇਰ ਮਿਲਿਆ ਤੇ ਉਸਨੇ ਉਸਨੂੰ ਪਾੜ ਸੁੱਟਿਆ। ਉਸਦੀ ਲੋਥ ਰਾਹ ਵਿੱਚ ਪਈ ਰਹੀ ਤੇ ਖੋਤਾ ਉਸਦੇ ਨੇੜੇ ਖਲੋਤਾ ਰਿਹਾ ਅਤੇ ਸ਼ੇਰ ਵੀ ਉਸ ਲੋਥ ਦੇ ਕੋਲ ਖਲੋਤਾ ਰਿਹਾ। ਤਾਂ ਵੇਖੋ ਬਈ ਮਨੁੱਖ ਉੱਥੋਂ ਦੀ ਲੰਘਦੇ ਸਨ ਤੇ ਉਹਨਾਂ ਨੇ ਵੇਖਿਆ ਕਿ ਲੋਥ ਰਾਹ ਵਿੱਚ ਡਿੱਗੀ ਪਈ ਹੈ ਅਤੇ ਸ਼ੇਰ ਲੋਥ ਦੇ ਕੋਲ ਖਲੋਤਾ ਹੈ। ਸੋ ਉਹਨਾਂ ਨੇ ਉਸ ਸ਼ਹਿਰ ਵਿੱਚ ਜਿੱਥੇ ਬੁੱਢਾ ਨਬੀ ਰਹਿੰਦਾ ਸੀ ਜਾ ਕੇ ਗੱਲ ਦੱਸੀ। ਤਾਂ ਉਸ ਨਬੀ ਨੇ ਜਿਹੜਾ ਉਸ ਰਾਹ ਵਿੱਚੋਂ ਮੋੜ ਲਿਆ ਸੀ ਉਹ ਸੁਣ ਕੇ ਆਖਿਆ, ਉਹ ਇਹ ਤਾਂ ਪਰਮੇਸ਼ਰ ਦਾ ਬੰਦਾ ਸੀ ਜਿਸ ਯਹੋਵਾ ਦੇ ਬਚਨ ਦੀ ਉਲੰਘਣਾ ਕੀਤੀ। ਇਸ ਲਈ ਯਹੋਵਾ ਨੇ ਉਸਨੂੰ ਸ਼ੇਰ ਦੇ ਹਵਾਲੇ ਕੀਤਾ ਜਿਸ ਤੋਂ ਉਸਨੂੰ ਪਾੜਿਆ ਤੇ ਮਾਰ ਸੁੱਟਿਆ। ਤੇ ਯਹੋਵਾ ਦੇ ਬਚਨ ਅਨੁਸਾਰ ਹੋਇਆ ਜੋ ਉਸਨੂੰ ਉਹ ਬੋਲਿਆ ਸੀ। ਤਾਂ ਆਪਣੇ ਪੁੱਤਰਾਂ ਨੂੰ ਬੋਲਿਆ, ਮੇਰੇ ਲਈ ਖੋਤੇ 'ਤੇ ਕਾਠੀ ਪਾ ਦਿਓ। ਤਾਂ ਉਹਨਾਂ ਨੇ ਪਾ ਦਿੱਤੀ। ਤਾਂ ਉਹ ਗਿਆ ਤੇ ਉਸ ਲੋਥ ਜੋ ਰਾਹ ਵਿੱਚ ਡਿੱਗੀ ਪਈ ਸੀ ਲੱਭੀ ਤੇ ਉਸਨੇ ਖੋਤਾ ਜੋ ਸ਼ੇਰ ਤੋਂ ਲੋਥ ਦੇ ਕੋਲ ਖਲੋਤੇ ਸਨ, ਸ਼ੇਰ ਨੇ ਲੋਥ ਨਾ ਖਾਧੀ ਤੇ ਨਾ ਹੀ ਖੋਤੇ ਨੂੰ ਪਾੜਿਆ।
उस नबी ने परमेश्वर के बंदे की लाश ने चुक लिया तो उसने खोते उत्ते रख के मोड़ लिया। तो वह बुढ़ा नबी उसका सोग करन ते दब्बण शहर नूं आया तो उसने उसकी लोथ अपनी कबर विच रख दी अते उन्हां उस उत्ते हाय मेरे भरावा हाय ओए मेरे भरावा आके विरलाप किया। तो यह होया कि उन्होंने दब चुकण के पिछों उन्हें अपने पुत्तर नूं आख्या कि जद मैं मरा तो मैनूं इसे कबर विच दबना जिस विच परमेश्वर के बंदे नूं दब्बिया है तो मेरियां हड्डियां उसदियां हड्डियां दे नाल रहणगियां क्यों जो परमेश्वर जो वो बचन जो उसने बैतल जो विधि के विरुद्ध अते उन्हां सबना उच्चे थावां दे भावना के विरुद्ध जो सामरिया के राह शहरों में हन बोलिया सी सचमुच पूरा होएगा। इस गल के पिछों भी यरबोम अपने बुरे राह तो ना मुड़िया सगों सारे लोगों विचों उच्चे थावां लई जाजक फिर रख लै जिस किसी नूं चाहया उस किसी नूं थाप दिता ते जो उच्चे थावां दा जाजक बन जावे। इस गल तो यह यरबोम दा पाप होया ते उसने मिटाउण लई धरती तो नाश होण दा वो कारण बनिया। चैप्टर 14 यरबोम दे विरुद्ध अगमवाग। उस वेले यरबोम दा पुत्र अबिय्याह बीमार पै गया तो यरबोम ने अपनी राणी नूं कहा कि उठ के जरा अपना भेस बदल लै कोई ना जाने कि तू यरबोम दी राणी है ते शीलो नूं तुर जा वेख ओह अबिय्याह नबी है जो मैनूं बोलिया सी कि इन्हां लोकां दा तू पातशाह होवेगा अते अपने हाथ विच 10 रोटियां चूरमा शहद का मर्तबान लैके उहदे कोल जा वो तैनूं दसेगा कि मुंडे नूं की होवेगा। सो यरबोम दी राणी ने तिवें कीता वो उठ के शीलो नूं गई ते अहिय्याह दे घर पड़ी ते अहिय्याह पर वेख नहीं सी सकदा क्योंकि उसकी अखां बुढ़ापे के कारण रुक गई सन। तो यहोवा ने अहिय्याह नूं आख्या कि वेख यरबोम दी राणी अपने पुत्त लई तेथों कुछ पुछण आउंदी है क्यों जो बीमार है सो तू उहनूं इउं बोली तो इउं होवेगा जदों अंदर जावेगी तो आपे ही अपने आप नूं होर औरत बनावेगी। इउं होया कि जद अहिय्याह ने उहदे पैरां दी पैछड़ जा उहदे बूहे दे थाणी ओह वड़ी तो उसने आख्या हे यरबोम दी राणी अंदर लंघ गया तू अपने आप नूं होर कोई औरत क्यों बनाउणी है ते तेरे कोल सख्त गल्लां लई मैं घल्लिया गया हाँ तू चली जा। ते यरबोम नूं आख कि यहोवा इस्राएल दा परमेश्वर इहो फरमाउंदा है कि मैं तेनूं लोकां विच उच्चा कीता मैं तेनूं अपनी प्रजा इस्राएल ते प्रधान चुनिया ते राज दाऊद दे घराणे तो पाड़ के मैं तेनूं दिता कि तू दास मेरे दाऊद वर्गा ना होया जिस मेरे हुक्मां दी पालना की सारे मान नाल वो मेरे मगर चलिया ते ओही कीता जो मेरी निगाह विच चंगा सी पर तैं उन्हां सबना नालों जो मेरे तेरे किहां नूं वध बुराई कीती मैनूं क्रोध चढ़ाउण लई तू अपने लई ओपरे देवते दे ढलवीआं मूरतां बनाईआं तू मैनूं अपनी पिठ पिछे सुट्टिया इस लई वेख मैं यरबोम दे घराणे दे उत्ते बुराई लियावांगा अते यरबोम दे हर आदमी इस्राएल दे बंधुए ते आजाद नाल नाश कर देंगा। नाश करन तो बाद यरबोम दे घराणे दे पिछों इउं झाड़ू लई फिरांगा जो गंद चुकण लैण दे पिछों कुछ बाकी नहीं रह जांदा अते यरबोम दा जे कोई शहर विच मरेगा उहनूं कुत्ते खाणगे जे कोई रड़ विच मरेगा उहनूं काश दे पंछी खाणगे क्योंकि यहोवा इउं बोलिया है। सो तू उठ ते अपने घर जा ते तेरे शहर विच पैर रखदे सार मुंडा मर जावेगा तां सारा इस्राएल उहदा सो करेगा अते ओहनूं दब्बणगे क्योंकि यरबोम दा वो इकल्ला कबर विच पएगा। इसलिए यरबोम दे घराणे विच यहोवा इस्राएल दे परमेश्वर नूं उस विच ही कुछ चंगी गल लभी अते यहोवा अपने वल्लों इस्राएल ते एक पातशाह खड़ा करेगा जिहड़ा उस दिन यरबोम दे घराणे नूं नाश करेगा कि ये अज दे दिन ही जां हुणे ही यहोवा इस्राएल नूं मारेगा कि जिवें पानी विच कान्हा हलाया जांदा है वो इस्राएल नूं इस चंगी भूमि विचों उखाड़ देवेगा। सो उसने उन्होंने प्यो दादियां नूं जो दित्ती सी ते उन्हां नूं दरिया दे पार खिलार देवेगा क्योंकि उन्होंने अपने लिए टुंब देव बना के जो वनों क्रोधवान किया तो वह इसराइल नूं यरबोम दे पापां दे कारण त्याग देवेगा क्यों जो वह पापी बनया तो इसराइल नूं पापी बनाया। तो यरबोम दी राणी उठी चल पई पर तिरजा नूं आई और घर दी दलीज कोल अपनी सी के मुंडा मर गया तो सारे इसराइल ने उसनूं दब्बिया तो उसका सोग भी किया तो यहोवा दा वचन सी जिवें वो अपने दास अहिय्याह नबी दे राहीं बोलिया सी यरबोम दी बाकी सारियां गल्लां भी जिवें वो लड़िया ते जिवें राज किया वेखो वो इसराइल दे पातशाह दे इतिहास दी पोथी विच लिखियां होईयां हन अते वो दिन विच जिन्हां विच यरबोम ने राज किया 22 वरिस सन। वो अपने प्यो दादे नाल सौ गया ते प्यो दा उसका प्यो नदाब उसके थां राज करन लग्या। सुलेमान दा पुत्र रहबोआम यहूदा विच पातशाह सी ते रहबोआम 41 वरियां दा सी जद राज करन लगा ते उसते यरूशलेम शहर विच जिस नूं यहोवा ने इसराइल दे सारे गोत्रां विच चुनिया सी अपना नाम उत्थे
ਰੱਖੇ 17 ਵਰ੍ਹਿਆਂ ਤੀਕ ਰਾਜ ਕੀਤਾ ਤੇ ਉਸਦੀ ਮਾਤਾ ਦਾ ਨਾਮ ਨਾਮਾ ਸੀ ਜੋ ਅਮੋਨਨ ਸੀ ਅਤੇ ਯਹੂਦਾ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਬੁਰਾ ਸੀ ਤੇ ਉਹਨਾਂ ਨੇ ਉਸਦੀ ਅਣਖ ਨੂੰ ਭੜਕਾਇਆ ਤੇ ਉਹਨਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਹਨਾਂ ਆਪਣੇ ਪਿਓ ਦਾਦਿਆਂ ਤੋਂ ਵੱਧ ਪਾਪ ਕੀਤਾ ਤੇ ਉਹਨਾਂ ਨੇ ਆਪਣੇ ਲਈ ਉੱਚੀਆਂ ਥਾਵਾਂ ਨੂੰ ਬਣਾਇਆ ਤੇ ਹਰ ਉੱਚੇ ਪਹਾੜ ਉੱਤੇ ਹਰ ਬਿਰਸ਼ ਦੇ ਹੇਠ ਉੱਚੇ ਥਾਵਾਂ ਨੂੰ ਅਤੇ ਮੂਰਤਾਂ ਨੂੰ ਅਤੇ ਟੁੰਡਾਂ ਨੂੰ ਖੜਾ ਕਰ ਦਿੱਤਾ ਅਤੇ ਉਸ ਦੇਸ਼ ਵਿੱਚ ਗਾਂਡੂ ਵੀ ਸਨ। ਉਹਨਾਂ ਨੇ ਆਪਣੀ ਕੌਮ ਦੇ ਘਿਨਾਉਣੇ ਕੰਮ ਕੀਤੇ ਤੇ ਜਿਨ੍ਹਾਂ ਨੂੰ ਯਹੋਵਾ ਨੇ ਇਸਰਾਏਲੀਆਂ ਤੋਂ ਧੱਕ ਦਿੱਤਾ ਸੀ। ਤਾਂ ਇਉਂ ਹੋਇਆ ਕਿ ਰਹਬੋਆਮ ਦੇ ਰਾਜ ਪਿੱਛੋਂ 5ਵੇਂ ਵਰ੍ਹੇ ਮਿਸਰ ਦਾ ਬਾਦਸ਼ਾਹ ਸ਼ੀਸ਼ਕ ਯਹੋਵਾ ਯਰੂਸ਼ਲਮ ਉੱਤੇ ਚੜ੍ਹ ਆਇਆ ਅਤੇ ਉਸਨੇ ਯਹੋਵਾ ਦੇ ਭਵਨ ਦਾ ਖਜ਼ਾਨਾ ਅਤੇ ਬਾਦਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਲਿਆ। ਸਗੋਂ ਉਸਨੇ ਸਾਰਾ ਕੁਛ ਹੀ ਲੈ ਲਿਆ ਤੇ ਉਸਨੇ ਸੋਨੇ ਦੀਆਂ ਢਾਲਾਂ ਸੁਲੇਮਾਨ ਨੇ ਜੋ ਬਣਵਾਈਆਂ ਸਨ ਲੈ ਲਈਆਂ। ਤਾਂ ਰਹਬੋਆਮ ਬਾਦਸ਼ਾਹ ਨੇ ਉਸ ਦੇ ਥਾਂ ਪਿੱਤਲ ਦੀਆਂ ਢਾਲਾਂ ਬਣਾਈਆਂ, ਉਹਨਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਅਤੇ ਜਿਹੜੇ ਬਾਦਸ਼ਾਹ ਦੇ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ। ਇਉਂ ਹੁੰਦਾ ਕਿ ਜਦ ਬਾਦਸ਼ਾਹ ਯਹੋਵਾ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਸ ਨੂੰ ਚੁੱਕ ਲੈਂਦੇ ਸਨ, ਫਿਰ ਉਹਨਾਂ ਨੂੰ ਨਿਗਾਹਬਾਨ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ। ਰਹਬੋਆਮ ਦੀਆਂ ਬਾਕੀ ਗੱਲਾਂ ਜੋ ਉਸਨੇ ਕੀਤੀਆਂ ਯਹੂਦਾ ਦੇ ਬਾਦਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਇਉਂ ਰਹਬੋਆਮ ਤੇ ਯਰੋਬੋਆਮ ਦੇ ਵਿੱਚ ਉਹਨਾਂ ਦੇ ਸਭ ਦਿਨ ਲੜਾਈ ਲੱਗੀ ਰਹੀ। ਤੇ ਰਹਬੋਆਮ ਪਿਓ ਦਾਦਿਆਂ ਦੇ ਨਾਲ ਜਦੋਂ ਸੌਂ ਗਿਆ ਤਾਂ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਓ ਦਾਦਿਆਂ ਦੇ ਨਾਲ ਬਹਿ ਗਿਆ। ਉਸ ਦੀ ਮਾਤਾ ਦਾ ਨਾਮ ਮਾਹ ਸੀ ਜੋ ਨਮੋਨਨ ਸੀ ਅਮੋਨਨ ਅਤੇ ਉਸਦਾ ਪੁੱਤ ਅਬੀਆਮ ਉਸ ਦੇ ਥਾਂ ਰਾਜ ਕਰਨ ਲੱਗਿਆ। ਚੈਪਟਰ 15 ਇਸਰਾਏਲ ਦੇ ਯਹੂਦਾ ਦੀਆਂ ਲੜਾਈਆਂ। ਨਬਾਟ ਦੇ ਪੁੱਤਰ ਯਰੋਬੋਆਮ ਦੇ ਰਾਜ ਦੇ 18ਵੇਂ ਵਰ੍ਹੇ ਅਬੀਨਾਮ ਯਹੂਦਾ ਦੇ ਉੱਤੇ ਰਾਜ ਕਰਨ ਲੱਗਿਆ ਤੇ ਉਸਨੇ ਯਰੂਸ਼ਲਮ ਵਿੱਚ 3 ਵਰ੍ਹੇ ਰਾਜ ਕੀਤਾ ਤੇ ਉਸਦੀ ਮਾਤਾ ਦਾ ਨਾਮ ਮਹਕਾ ਸੀ ਜੋ ਅਬੀ ਸ਼ਲੋਮ ਦੀ ਧੀ ਸੀ ਅਤੇ ਉਹ ਆਪਣੇ ਪਿਤਾ ਦੇ ਉਹਨਾਂ ਸਾਰੇ ਪਾਪਾਂ ਪਿੱਛੇ ਲੱਗਾ ਜੋ ਉਹ ਅੱਗੇ ਕਰਦਾ ਸੀ ਤੇ ਉਸਦਾ ਮਨ ਜੋ ਆਪਣੇ ਪਰਮੇਸ਼ਰ ਦੇ ਨਾਲ ਠੀਕ ਨਹੀਂ ਸੀ ਜਿਵੇਂ ਉਸਦੇ ਪਿਤਾ ਦਾਊਦ ਦਾ ਮਨ ਸੀ। ਤਾਂ ਵੀ ਦਾਊਦ ਦੇ ਕਾਰਨ ਯਹੋਵਾ ਉਸਦੇ ਪਰਮੇਸ਼ਰ ਨੇ ਯਰੂਸ਼ਲਮ ਵਿੱਚ ਇੱਕ ਚਿਰਾਗ ਦਿੱਤਾ ਅਰਥਾਤ ਉਸਦੇ ਪੁੱਤਰ ਨੂੰ ਉਸਦੇ ਪਿੱਛੋਂ ਠਹਿਰਾਇਆ ਅਤੇ ਯਰੂਸ਼ਲਮ ਨੂੰ ਕਾਇਮ ਕੀਤਾ ਕਿਉਂਕਿ ਦਾਊਦ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਜੀਵਨ ਦੇ ਸਭ ਦਿਨ ਉਸ ਸਾਰੇ ਤੋਂ ਜਿਹਦਾ ਉਸਨੂੰ ਹੁਕਮ ਸੀ ਹਿੱਤੀ ਊਰੀਆ ਦੀ ਪਤਨੀ ਵਾਲੀ ਗੱਲ ਤੋਂ ਬਿਨਾਂ ਹੋਰ ਕਿਸੇ ਪਾਸੇ ਉਹ ਨਾ ਫਿਰਿਆ। ਰਹਬੋਆਮ ਅਤੇ ਯਰੋਬੋਆਮ ਦੇ ਵਿੱਚ ਉਹਦੇ ਸਾਰੇ ਜੀਵਨ ਭਰ ਲੜਾਈ ਰਹੀ ਪਰ ਅਬੀਆਮ ਦੀਆਂ ਬਾਕੀ ਗੱਲਾਂ ਉਹ ਸਭ ਜੋ ਉਸਨੇ ਕੀਤਾ ਸੀ ਉਹ ਯਹੂਦਾ ਦੇ ਬਾਦਸ਼ਾਹਾਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨੇ। ਭਲਾ ਅਬੀਆਮ ਤੋਂ ਯਰੋਬੋਆਮ ਦੀ ਲੜਾਈ ਰਹੀ। ਅਬੀਆਮ ਆਪਣੇ ਪਿਓ ਦਾਦੇ ਨਾਲ ਸੌਂ ਗਿਆ ਤੇ ਉਹਨਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਸ ਦੇ ਥਾਂ ਆਸਾ ਉਸਦਾ ਪੁੱਤਰ ਰਾਜ ਕਰਨ ਲੱਗਾ। ਇਸਰਾਏਲ ਦੇ ਬਾਦਸ਼ਾਹ ਯਰੋਬੋਆਮ ਦੇ ਰਾਜ ਦੇ ਪਹਿਲੇ ਵਰ੍ਹੇ ਆਸਾ ਯਹੂਦਾ 'ਚ ਰਾਜ ਕਰਨ ਲੱਗਾ ਤਾਂ ਉਸਨੇ 41 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਦਾਦੀ ਦਾ ਨਾਮ ਮਾਕਾ ਸੀ ਜੋ ਅਬੀਸ਼ਲੋਮ ਦੀ ਧੀ ਸੀ ਅਤੇ ਆਸਾ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸਦੇ ਪਿਤਾ ਦਾਊਦ ਨੇ ਕੀਤਾ ਸੀ। ਉਸ ਦੇ ਦੇਸ਼ ਵਿੱਚੋਂ ਗਾਂਡੂਆਂ ਨੂੰ ਕੱਢ ਦਿੱਤਾ ਗਿਆ। ਉਸਨੇ ਉਹਨਾਂ ਨੂੰ ਕੱਢਿਆ ਤੇ ਮੂਰਤਾਂ ਜੋ ਉਸਦੇ ਪਿਓ ਦਾਦਿਆਂ ਨੇ ਬਣਾਈਆਂ ਸਨ ਦੂਰ ਦਫਾ ਕਰ ਸੁੱਟੀਆਂ ਅਤੇ ਉਸਨੇ ਆਪਣੀ ਦਾਦੀ ਮਾਕਾ ਨੂੰ ਵੀ ਦਾਦੀ ਰਾਣੀ ਤੋਂ ਹਟਾ ਦਿੱਤਾ ਕਿਉਂਕਿ ਉਸਨੇ ਆਸ਼ਰਾ ਦੇਵੀ ਦੀ ਇੱਕ ਅਤ ਘਿਨਾਉਣੀ ਮੂਰਤ ਬਣਾਈ ਜਿਸ ਨੂੰ ਆਸਾ ਨੇ ਭੰਨ ਕੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। ਪਰ ਉੱਚੇ ਥਾਂ ਢਾਏ ਨਾ ਗਏ ਤਾਂ ਵੀ ਆਸਾ ਨੇ ਆਪਣੇ ਸਾਰੇ ਮਨ ਨੂੰ ਯਹੋਵਾ ਵੱਲ ਠੀਕ ਰੱਖਿਆ ਤੇ ਉਹਦੀਆਂ ਉਹਨਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਹਨਾਂ ਨੂੰ ਜੋ ਉਸਨੇ ਆਪ ਪਵਿੱਤਰ ਠਹਿਰਾਈਆਂ ਸਨ ਜੋ ਉਹਦੇ ਭਵਨ ਵਿੱਚ ਲਿਆਇਆ ਅਰਥਾਤ ਚਾਂਦੀ ਸੋਨਾ ਭਾਂਡੇ। ਆਸਾ ਤੇ ਇਸਰਾਏਲ ਦੇ ਬਾਦਸ਼ਾਹ ਬਾਸ਼ਾ ਵਿੱਚ ਉਹਨਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ। ਤਾਂ ਇਸਰਾਏਲ ਦੇ ਬਾਦਸ਼ਾਹ ਬਾਸ਼ਾ ਨੇ ਯਹੂਦਾ ਦੀ ਚੜ੍ਹਾਈ ਕੀਤੀ ਅਤੇ ਰਮਾ ਨੂੰ ਬਣਾਇਆ ਤੇ ਯਹੂਦਾ ਦੇ ਬਾਦਸ਼ਾਹ ਕੋਲ ਨਾ ਕੋਈ ਜਾਵੇ ਸੋ ਕੋਈ ਨਾ ਆਵੇ। ਤਾਂ ਆਸਾ ਨੇ ਯਹੋਵਾ ਦੇ ਭਵਨ ਦੇ ਖਜ਼ਾਨੇ ਦੀ ਬਾਕੀ ਚਾਂਦੀ ਸੋਨਾ ਮਹਿਲ ਦੇ ਪਾਤਸ਼ਾਹ ਦੇ ਖਜ਼ਾਨੇ ਤੋਂ ਲੈ ਕੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤਾ। ਆਸਾ ਪਾਤਸ਼ਾਹ ਨੇ ਉਹਨਾਂ ਨੂੰ ਆਰਾਮ ਦੇ ਬਾਦਸ਼ਾਹ ਬਨ ਹਦਦ ਕੋਲ ਜੋ ਯੋਨ ਦਾ ਪਿਤਾ ਅਤੇ ਟਬਰੀਮੋਨ ਦਾ ਪੁੱਤਰ ਸੀ ਜੋ ਦਮਿਸ਼ਕ ਵਿੱਚ ਵਸਦਾ ਸੀ ਇਉਂ ਆਖ ਕੇ ਘੱਲ ਦਿੱਤਾ ਕਿ ਉਹ ਨੇਮ ਜੋ ਤੇਰੇ ਵਿੱਚ ਹਨ ਮੇਰੇ ਪਿਤਾ ਔਰ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫਾ ਘੱਲਦਾ ਹਾਂ ਵੀ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਬਾਦਸ਼ਾਹ ਬਾਸ਼ਾ ਨਾਲ ਤੋੜ ਲਵੇ ਤਾਂ ਉਹ ਮੇਰੇ ਕੋਲੋਂ ਮੁੜ ਜਾਵੇ। ਤਾਂ ਬਨ ਹਦਦ ਨੇ ਆਸਾ ਦੀ
ਆਸਾ ਪਾਤਸ਼ਾਹ ਦੀ ਗੱਲ ਸੁਣੀ ਅਤੇ ਆਪਣੀਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਇਲੀ ਸ਼ਹਿਰਾਂ ਵਿੱਚ ਦੇ ਵਿਰੁੱਧ ਘੱਲਿਆ ਅਤੇ ਉਹਨਾਂ ਨੇ ਯਹੂਦ ਨੂੰ, ਦਾਨ ਨੂੰ, ਅਬੇਲ ਬੈਤ ਮਾਕਾ ਨੂੰ ਅਤੇ ਸਾਰੇ ਕਿਨਰੋਥ ਨੂੰ ਨਫਤਾਲੀ ਦੇ ਸਾਰੇ ਦੇਸ਼ ਸਣੇ ਮਾਰ ਸੁੱਟਿਆ। ਤਾਂ ਇਹ ਹੋਇਆ ਕਿ ਜਦ ਬਾਦਸ਼ਾਹ ਨੇ ਇਹ ਸੁਣਿਆ ਤਾਂ ਰਾਮਾਂ ਦਾ ਬਣਾਉਣਾ ਛੱਡ ਕੇ ਤਿਰਸਾ ਵਿੱਚ ਜਾ ਵਸਿਆ। ਤਾਂ ਆਸਾ ਬਾਦਸ਼ਾਹ ਨੇ ਸਾਰੇ ਯਹੂਦਾ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤੇ ਉਹ ਰਾਮਾਂ ਦੇ ਪੱਥਰਾਂ ਅਤੇ ਲੱਕੜੀ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਾਦਸ਼ਾਹ ਨੇ ਰਾਮਾਂ ਨੂੰ ਬਣਾਇਆ ਸੀ। ਉਹਨਾਂ ਨਾਲ ਆਸਾ ਬਾਦਸ਼ਾਹ ਨੇ ਬਿਨਯਾਮੀਨ ਦਾ ਗਜ਼ਾ ਅਤੇ ਮਿਸਫਾ ਬਣਵਾਏ ਅਤੇ ਆਸਾ ਦੇ ਬਾਕੀ ਕੰਮ ਤੇ ਉਸਦਾ ਸਾਰਾ ਬਲ ਅਤੇ ਉਸਦੇ ਧਨ ਜੋ ਉਸ ਕੀਤਾ ਉਸ ਸ਼ਹਿਰ ਵਿੱਚ ਉਸਨੇ ਬਣਾਏ ਕਿ ਉਹ ਯਹੂਦਾ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨੇ। ਪਰ ਉਸ ਦੇ ਬੁਢਾਪੇ ਵਿੱਚ ਉਸਦੇ ਪੈਰਾਂ ਦਾ ਉਸਨੂੰ ਰੋਗ ਲੱਗ ਗਿਆ। ਤਾਂ ਆਸਾ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ ਅਤੇ ਉਹਨਾਂ ਨੇ ਉਸਨੂੰ ਉਸਦੇ ਪਿਓ ਦਾਦਿਆਂ ਦੇ ਨਾਲ ਦਾਊਦ ਸ਼ਹਿਰ ਵਿੱਚ ਦੱਬ ਦਿੱਤਾ। ਤਾਂ ਉਸਦੇ ਥਾਂ ਉਸਦਾ ਪੁੱਤਰ ਯਹੋਸ਼ਾਫਾਟ ਰਾਜ ਕਰਨ ਲੱਗਾ। ਤਾਂ ਯਾਰਾਬੁਆਮ ਦਾ ਪੁੱਤਰ ਨਦਾਬ ਯਹੂਦਾ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਵਰੇ ਇਸਰਾਇਲ ਉੱਤੇ ਰਾਜ ਕਰਨ ਲੱਗਾ ਤੇ ਉਸਨੇ 2 ਵਰੇ ਇਸਰਾਇਲ ਉੱਤੇ ਰਾਜ ਕੀਤਾ। ਪਰ ਉਸਨੇ ਯਹੋਵਾ ਦੀ ਨਿਗਾਹ ਵਿੱਚ ਇੱਕ ਬਦੀ ਕੀਤੀ ਤੇ ਆਪਣੇ ਪਿਤਾ ਦੇ ਰਾਹ ਵਿੱਚ ਚੱਲਿਆ ਅਤੇ ਆਪਣੇ ਪਾਪਾ ਨਾਲ ਉਸਨੇ ਇਸਰਾਇਲ ਨੂੰ ਪਾਪੀ ਬਣਾਇਆ। ਅਤੇ ਇਸਾਕਰ ਦੇ ਘਰਾਣੇ ਦੇ ਅਹੀਯਾ ਦੇ ਪੁੱਤਰ ਬਾਸ਼ਾ ਉਸਦੇ ਵਿਰੁੱਧ ਗੋਸ਼ਟ ਕੀਤੀ ਅਤੇ ਬਾਦਸ਼ਾਹ ਨੇ ਉਸਨੂੰ ਫਿਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਵੱਢ ਸੁੱਟਿਆ। ਅਤੇ ਜਦ ਨਦਾਬ ਅਤੇ ਸਾਰਾ ਇਸਰਾਇਲ ਗਿਬਥੋਨ ਨੂੰ ਘੇਰੀ ਬੈਠਾ ਸੀ ਸੋ ਯਹੂਦਾ ਦੇ ਪਾਤਸ਼ਾਹ ਆਸਾ ਦੇ ਰਾਜ ਦੇ 3 ਵਰੇ ਬਾਦਸ਼ਾਹ ਨੇ ਉਸਨੂੰ ਮਾਰ ਲਿਆ ਅਤੇ ਉਸੇ ਤਰ੍ਹਾਂ ਰਾਜ ਕਰਨ ਲੱਗਿਆ। ਤਾਂ ਇਹ ਹੋਇਆ ਕਿ ਜਦੋਂ ਰਾਜ ਕਰਨ ਲੱਗਾ ਤਾਂ ਯਰੋਬੋਆਮ ਦੇ ਸਾਰੇ ਘਰਾਣੇ ਨੂੰ ਉਸਨੇ ਵੱਢ ਸੁੱਟਿਆ। ਯਰੋਬੋਆਮ ਦਾ ਇੱਕ ਵੀ ਸਾਹ ਲੈਣ ਵਾਲਾ ਬਾਕੀ ਨਾ ਛੱਡਿਆ ਜਦ ਤੱਕ ਉਸਨੇ ਉਹਨਾਂ ਦਾ ਨਾਸ ਨਾ ਕਰ ਲਿਆ। ਅਤੇ ਇਹ ਯਹੋਵਾ ਦੇ ਉਸ ਬਚਨ ਅਨੁਸਾਰ ਹੋਇਆ ਜੋ ਆਪਣੇ ਦਾਸ ਅਹੀਯਾ ਸ਼ਿਲੋਨੀ ਦੇ ਰਾਹੀਂ ਬੋਲਿਆ ਸੀ। ਯਰੋਬੋਆਮ ਦੇ ਪਾਪਾਂ ਦੇ ਕਾਰਨ ਇਹ ਹੋਇਆ ਕਿ ਜੋ ਉਸ ਆਪ ਕੀਤੇ ਅਤੇ ਇਸਰਾਇਲ ਤੋਂ ਵੀ ਕਰਵਾਏ ਉਸ ਭੜਕਾਉਣ ਦੇ ਨਾਲ ਜੋ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੂੰ ਉਸਨੇ ਗੁੱਸੇ ਕੀਤਾ। ਨਦਾਬ ਦੇ ਬਾਕੀ ਕੰਮ ਜੋ ਉਸ ਸਭ ਉਸਨੇ ਕੀਤਾ ਕਿ ਇਸਰਾਇਲ ਦੇ ਪਾਤਸ਼ਾਹਾਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨੇ। ਆਸਾ ਔਰ ਇਸਰਾਇਲ ਦੇ ਪਾਤਸ਼ਾਹ ਬਾਸ਼ਾ ਵਿੱਚ ਉਹਨਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ। ਯਹੂਦਾ ਦੇ ਪਾਤਸ਼ਾਹ ਆਸਾ ਦੇ ਰਾਜ ਦੇ 3 ਵਰੇ ਅਹੀਯਾ ਦਾ ਪੁੱਤਰ ਬਾਸ਼ਾ ਤਿਰਸਾ ਵਿੱਚ ਅਤੇ ਇਸਰਾਇਲ ਦੇ ਰਾਜ ਕਰਨ ਲੱਗਾ ਤੇ ਉਸਤੇ 24 ਵਰੇ ਰਾਜ ਕੀਤਾ। ਉਹਨੇ ਯਹੋਵਾ ਦੀ ਨਿਗਾਹ ਵਿੱਚ ਬੁਰਾਈ ਕੀਤੀ ਅਤੇ ਯਰੋਬੋਆਮ ਦੇ ਰਾਹ ਵਿੱਚ ਚੱਲਿਆ ਅਤੇ ਉਹਦੇ ਪਾਪ ਵਿੱਚ ਜਿਸ ਨਾਲ ਉਸਨੇ ਇਸਰਾਇਲ ਨੂੰ ਪਾਪੀ ਬਣਾਇਆ ਲੱਗਾ ਰਿਹਾ। ਜ਼ਿਮਰੀ ਅਤੇ ਅਮਰੀ ਦੇ ਰਾਜ ਚੈਪਟਰ 16। ਫਿਰ ਯਹੋਵਾ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਾਦਸ਼ਾਹ ਦੇ ਵਿਰੁੱਧ ਆਇਆ ਕਿ ਇਸ ਲਈ ਕਿ ਮੈਂ ਤੈਨੂੰ ਧੂੜ ਦੇ ਵਿੱਚੋਂ ਉਠਾਇਆ ਅਤੇ ਆਪਣੀ ਪ੍ਰਜਾ ਇਸਰਾਇਲ ਦੇ ਉੱਤੇ ਤੈਨੂੰ ਪ੍ਰਧਾਨ ਠਹਿਰਾਇਆ। ਪਰ ਤੂੰ ਯਰੋਬੋਆਮ ਦੇ ਰਾਹ ਵਿੱਚ ਤੁਰਿਆ ਅਤੇ ਮੇਰੀ ਪ੍ਰਜਾ ਇਸਰਾਇਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ। ਤਾਂ ਵੇਖ ਮੈਂ ਬਾਦਸ਼ਾਹ ਨੂੰ ਉਹਦੇ ਘਰਾਣੇ ਨੂੰ ਮਿਟਾ ਦਿਆਂਗਾ ਅਤੇ ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤ ਯਰੋਬੋਆਮ ਦੇ ਘਰਾਣੇ ਵਰਗਾ ਕਰ ਦਿਆਂਗਾ। ਸੋ ਬਾਦਸ਼ਾਹ ਦੀ ਅੰਸ਼ ਦਾ ਸ਼ਹਿਰ ਵਿੱਚ ਮਰ ਜਾਵੇ, ਉਹਨੂੰ ਕੁੱਤੇ ਖਾਣਗੇ ਅਤੇ ਜੋ ਉਹਦਾ ਅੰਸ਼ ਦਾ ਰੜੇ ਵਿੱਚ ਮਰ ਜਾਵੇ ਤਾਂ ਆਕਾਸ਼ ਦੇ ਪੰਛੀ ਉਹਨੂੰ ਖਾ ਜਾਣਗੇ। ਹੁਣ ਬਾਦਸ਼ਾਹ ਦੀਆਂ ਬਾਕੀ ਗੱਲਾਂ ਜੋ ਉਸਨੇ ਕੀਤੀਆਂ ਉਸ ਦਾ ਬਲਕਿ ਇਸ ਸਭ ਇਸਰਾਇਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖਿਆ ਹੋਇਆ। ਸੋ ਬਾਦਸ਼ਾਹ ਤੇ ਪਿਓ ਆਪਣੇ ਦਾਦਿਆਂ ਦੇ ਨਾਲ ਜਦੋਂ ਸੌਂ ਗਿਆ ਤੇ ਤਿਰਸਾ ਵਿੱਚ ਦੱਬਿਆ ਗਿਆ ਤੇ ਉਸਦਾ ਪੁੱਤਰ ਏਲਾਹ ਉਸਦੇ ਥਾਂ ਰਾਜ ਕਰਨ ਲੱਗਿਆ। ਨਾਲੇ ਹਨਾਨੀ ਦਾ ਪੁੱਤਰ ਯੇਹੂ ਨਬੀ ਨੂੰ ਵੀ ਯਹੋਵਾ ਦਾ ਬਚਨ ਬਾਦਸ਼ਾਹ ਤੇ ਉਸਦੇ ਘਰਾਣੇ ਦੇ ਵਿਰੁੱਧ ਆਇਆ। ਇਸ ਦਾ ਕਾਰਨ ਉਹ ਸਭ ਬੁਰਾਈ ਸੀ ਜੋ ਉਸਨੇ ਯਹੋਵਾ ਦੇ ਦੇਖਣ ਵਿੱਚ ਕੀਤੀ ਜਦ ਉਸਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਅਤੇ ਯਰੋਬੋਆਮ ਦੇ ਘਰਾਣੇ ਜਿਹਾ ਹੋਣ ਨਾਲ ਉਹਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸਨੇ ਉਹਨੂੰ ਮਾਰ ਸੁੱਟਿਆ। ਯਹੂਦਾ ਦੇ ਪਾਤਸ਼ਾਹ ਆਸਾ ਦੇ 26ਵੇਂ ਵਰੇ ਵਿੱਚ ਬਾਦਸ਼ਾਹ ਦਾ ਪੁੱਤਰ ਏਲਾ ਇਸਰਾਇਲ ਉੱਤੇ ਰਾਜ ਕਰਨ ਲੱਗਾ ਤੇ ਤਿਰਸਾ ਵਿੱਚ 2 ਵਰੇ ਰਾਜ ਕੀਤਾ। ਜਦੋਂ ਤਿਰਸਾ ਵਿੱਚ ਆਸਾ ਦੇ ਘਰ ਵਿੱਚ ਜੋ ਤਿਰਸਾ ਵਿੱਚ ਅਤੇ ਉਸਦੇ ਘਰ ਦਾ ਦੀਵਾਨ ਸੀ ਪੀ ਕੇ ਮਸਤ ਹੋ ਰਿਹਾ ਸੀ ਤਾਂ ਉਸਦੇ ਟਹਿਲੂਏ ਜ਼ਿਮਰੀ ਨੇ ਜੋ ਉਸਦੇ ਅੱਧੇ ਰੱਥਾਂ ਦਾ ਸਰਦਾਰ ਸੀ ਉਸਦੇ ਵਿਰੁੱਧ ਗੋਸ਼ਟ ਮਿਲੀ। ਤਾਂ ਜ਼ਿਮਰੀ ਨੇ ਅੰਦਰ ਆ ਕੇ ਉਸਨੂੰ ਇਉਂ ਮਾਰਿਆ ਕਿ ਉਹ ਮਰ ਹੀ ਗਿਆ। ਅਤੇ ਯਹੂਦਾ ਦੇ ਪਾਤਸ਼ਾਹ ਆਸਾ ਦੇ 27ਵੇਂ
ਵਰੇ ਵਿੱਚ ਇਹ ਹੋਇਆ ਤਾਂ ਉਹ ਉਸ 'ਤੇ ਥਾਂ ਰਾਜ ਕਰਨ ਲੱਗਿਆ। ਫਿਰ ਇਉਂ ਹੋਇਆ ਕਿ ਜਦੋਂ ਰਾਜ ਕਰਨ ਲੱਗਾ ਤਾਂ ਰਾਜ ਗੱਦੀ ਉੱਤੇ ਬਹਿੰਦਿਆਂ ਸਾਰ ਉਸਨੇ ਬਾਦਸ਼ਾਹ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ ਤੇ ਇੱਕ ਵੀ ਨਰ ਉਸਦੇ ਅੰਗਾਂ ਸਾਕਾਂ ਵਿੱਚੋਂ ਨਾ ਛੱਡਿਆ। ਤਾਂ ਇਉਂ ਜ਼ਿਮਰੀ ਤੇ ਬਾਦਸ਼ਾਹ ਦੇ ਸਾਰੇ ਘਰਾਣੇ ਨੂੰ ਮਾਰਿਆ। ਅਤੇ ਜਿਵੇਂ ਯਹੋਵਾ ਦਾ ਵਚਨ ਆਇਆ ਜਦ ਉਹ ਬਾਦਸ਼ਾਹ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਸੀ ਤਾਂ ਬਾਦਸ਼ਾਹ ਦੇ ਸਾਰੇ ਪਾਪਾਂ ਅਤੇ ਉਸਦੇ ਪੁੱਤਰ ਏਲਾਹ ਦੇ ਪਾਪਾਂ ਦੇ ਕਾਰਨ ਇਹ ਹੋਇਆ। ਜਿਨ੍ਹਾਂ ਨੇ ਪਾਪ ਕੀਤਾ ਸਗੋਂ ਇਸਰਾਇਲ ਤੋਂ ਪਾਪ ਕਰਵਾਇਆ। ਜਦ ਉਹਨਾਂ ਨੇ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੂੰ ਆਪਣੇ ਵਿਅਰਥ ਕੰਮਾਂ ਦੇ ਨਾਲ ਕ੍ਰੋਧਵਾਨ ਕੀਤਾ, ਏਲਾਹ ਦੀਆਂ ਬਾਕੀ ਗੱਲਾਂ ਤੇ ਜੋ ਕੁਝ ਉਹਨੇ ਕੀਤਾ ਸੀ ਕਿ ਉਹ ਸਭ ਇਸਰਾਇਲ ਦੇ ਪਾਤਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੀਆਂ ਹੋਈਆਂ। ਯਹੂਦਾ ਦੇ ਪਾਤਸ਼ਾਹ ਆਸਾ ਦੇ 27ਵੇਂ ਵਰ੍ਹੇ ਵਿੱਚ ਜ਼ਿਮਰੀ ਦੇ ਤਰਸਾ ਵਿੱਚ 7 ਦਿਨ ਰਾਜ ਕੀਤਾ ਤੇ ਲੋਕਾਂ ਨੇ ਫਿਲਿਸਤੀਆਂ ਦੇ ਸ਼ਹਿਰ ਗਿਬਥੋਨ ਦੇ ਵਿਰੁੱਧ ਡੇਰੇ ਲਾਏ ਹੋਏ ਸਨ। ਤਾਂ ਡੇਰੇ ਦੇ ਲੋਕਾਂ ਨੇ ਸੁਣਿਆ ਕਿ ਜ਼ਿਮਰੀ ਨੇ ਗੋਸ਼ਟ ਕਰਕੇ ਪਾਤਸ਼ਾਹ ਨੂੰ ਵੀ ਮਾਰ ਸੁੱਟਿਆ ਤੇ ਸਾਰੇ ਇਸਰਾਇਲ ਨੇ ਉਸੇ ਦਿਨ ਡੇਰੇ ਵਿੱਚ ਅਮਰੀ ਸੈਨਾਪਤੀ ਨੂੰ ਇਸਰਾਇਲ ਤੇ ਪਾਤਸ਼ਾਹ ਬਣਾਇਆ। ਤਾਂ ਅਮਰੀ ਨੇ ਸਾਰੇ ਇਸਰਾਇਲ ਸਣੇ ਗਿਬਥੋਨ ਤੋਂ ਚੜ੍ਹ ਕੇ ਤਿਰਸਾ ਨੂੰ ਘੇਰ ਲਿਆ। ਤੇ ਇਉਂ ਹੋਇਆ ਕਿ ਜ਼ਿਮਰੀ ਨੇ ਜਦੋਂ ਵੇਖਿਆ ਕਿ ਸ਼ਹਿਰ ਜਿੱਤਿਆ ਗਿਆ ਤਾਂ ਪਾਤਸ਼ਾਹੀ ਮਹਿਲ ਦੇ ਕਿਲੇ ਵਿੱਚ ਜਾ ਕੇ ਉਸਨੇ ਪਾਤਸ਼ਾਹੀ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ। ਸੋ ਉਹ ਮਰ ਗਿਆ ਤੇ ਇਹ ਉਸਦੇ ਪਾਪਾਂ ਦੇ ਕਾਰਨ ਹੋਇਆ ਜੋ ਉਸਨੇ ਕੀਤੇ। ਉਸਨੇ ਯਹੋਵਾ ਦੇ ਵੇਖਣ ਵਿੱਚ ਬੁਰਾਈ ਕੀਤੀ ਤੇ ਯਰੋਬੋਆਮ ਦੇ ਰਾਹ ਵਿੱਚ ਚੱਲਦਾ ਰਿਹਾ। ਤੇ ਜਦ ਉਸਨੇ ਆਪ ਪਾਪ ਕੀਤਾ ਜਿਸ ਤੋਂ ਇਸਰਾਇਲ ਨੂੰ ਵੀ ਪਾਪੀ ਬਣਾਇਆ, ਜ਼ਿਮਰੀ ਦੀਆਂ ਬਾਕੀ ਗੱਲਾਂ ਤੇ ਉਸਦਾ ਆਕਿਪੁਣਾ ਜੋ ਉਸਨੇ ਕੀਤਾ ਸੀ ਉਹ ਸਭ ਇਸਰਾਇਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੀਆਂ ਹੋਈਆਂ। ਭਲਾ ਜਦ ਇਸਰਾਇਲ ਦੇ ਲੋਕ 2 ਹਿੱਸਿਆਂ ਵਿੱਚ ਵੰਡੇ ਗਏ, ਅੱਧੇ ਲੋਕ ਗੀਨਤ ਦੇ ਪੁੱਤਰ ਤਿਬਨੀ ਦੇ ਮਗਰ ਸਨ, ਉਹ ਉਸ ਨੂੰ ਪਾਤਸ਼ਾਹ ਬਣਾਉਣ ਲਈ ਅੱਧੇ ਅਮਰੀ ਦੇ ਮਗਰ ਸਨ। ਪਰ ਅਮਰੀ ਦੇ ਤਰਫਦਾਰ ਗੀਨਤ ਦੇ ਪੁੱਤਰ ਤਿਬਨੀ ਦੇ ਤਰਫਦਾਰਾਂ ਨਾਲੋਂ ਤਕੜੇ ਨਿਕਲੇ। ਸੋ ਤਿਬਨੀ ਮਰ ਗਿਆ ਅਤੇ ਅਮਰੀ ਰਾਜ ਕਰਨ ਲੱਗਾ। ਯਹੂਦਾ ਦੇ ਪਾਤਸ਼ਾਹ ਆਸਾ ਦੇ 31ਵੇਂ ਵਰ੍ਹੇ ਵਿੱਚ ਅਮਰੀ ਇਸਰਾਇਲ ਉੱਤੇ ਰਾਜ ਕਰਨ ਲੱਗਾ ਤੇ 12 ਵਰ੍ਹੇ ਰਾਜ ਕਰਦਾ ਰਿਹਾ, ਜਿਨ੍ਹਾਂ ਵਿੱਚੋਂ 6 ਵਰ੍ਹੇ ਤਿਰਸਾ ਵਿੱਚ ਰਾਜ ਕੀਤਾ ਅਤੇ ਉਸਨੇ ਸਾਮਰਿਆ ਦੇ ਪਰਬਤ ਨੂੰ ਸ਼ਮਰ ਨਾਮੇ ਮਨੁੱਖ ਤੋਂ ਲੈ ਕੇ 2 ਤੋੜੇ ਚਾਂਦੀ ਦੇ ਮੁੱਲ ਲੈ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਸ ਦਾ ਨਾਮ ਸ਼ਮਰ ਦੇ ਨਾਮ ਉੱਤੇ ਹੈ। ਅਤੇ ਉਸ ਪਰਬਤ ਦਾ ਉਹ ਮਾਲਕ ਸੀ ਜੋ ਸਾਮਰਿਆ ਵਿੱਚ ਰੱਖਿਆ। ਪਰ ਆਮਰੀ ਨੇ ਯਹੋਵਾ ਦੇ ਵੇਖਣ ਵਿੱਚ ਬੁਰਾਈ ਕੀਤੀ ਅਤੇ ਸਗੋਂ ਉਸਨੇ ਆਪਣੇ ਸਭ ਅਗਲਿਆਂ ਨਾਲੋਂ ਵੀ ਵੱਧ ਬੁਰਾਈ ਕੀਤੀ। ਉਹ ਨਬਾਟ ਦੇ ਪੁੱਤਰ ਯਰੋਬੋਆਮ ਦੇ ਸਾਰੇ ਰਾਹਾਂ ਵਿੱਚ ਚੱਲਦਾ ਰਿਹਾ ਤੇ ਉਸਦੇ ਪਾਪਾਂ ਵਿੱਚ ਵੀ ਜਿਨ੍ਹਾਂ ਨਾਲ ਉਸਨੇ ਇਸਰਾਇਲ ਤੋਂ ਪਾਪ ਕਰਵਾਏ। ਜਦ ਉਹਨਾਂ ਨੇ ਇਸਰਾਇਲ ਦੇ ਪਾਤਸ਼ਾਹ ਯਹੋਵਾ ਨੂੰ ਆਪਣੇ ਵਿਅਰਥ ਕੰਮਾਂ ਨਾਲ ਕ੍ਰੋਧਵਾਨ ਕੀਤਾ ਤੇ ਅਮਰੀ ਦੇ ਬਾਕੀ ਦਿਨ ਅਤੇ ਉਸ ਬਲ ਜੋ ਉਸਨੇ ਕਮਾਇਆ ਸੀ ਇਹ ਸਭ ਇਸਰਾਇਲ ਦੇ ਪਾਤਸ਼ਾਹ ਅਤੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖਿਆ ਹੋਇਆ। ਸੋ ਆਮਰੀ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ ਅਤੇ ਸਾਮਰਿਆ ਵਿੱਚ ਦੱਬਿਆ ਗਿਆ ਅਤੇ ਉਸਦਾ ਪੁੱਤਰ ਅਹਾਬ ਉਸਦੇ ਥਾਂ ਰਾਜ ਕਰਨ ਲੱਗਿਆ। ਯਹੂਦਾ ਦੇ ਪਾਤਸ਼ਾਹ ਆਸਾ ਦੇ 38ਵੇਂ ਵਰ੍ਹੇ ਵਿੱਚ ਅਮਰੀ ਦਾ ਪੁੱਤਰ ਅਹਾਬ ਇਸਰਾਇਲ ਦੇ ਉੱਤੇ ਰਾਜ ਕਰਨ ਲੱਗਾ ਤੇ ਅਮਰੀ ਦਾ ਪੁੱਤਰ ਅਹਾਬ ਇਸਰਾਇਲ ਦੇ ਉੱਤੇ ਸਾਮਰਿਆ ਵਿੱਚ 22 ਵਰ੍ਹੇ ਰਾਜ ਕਰਦਾ ਰਿਹਾ। ਅਤੇ ਅਮਰੀ ਦੇ ਪੁੱਤਰ ਅਹਾਬ ਨੇ ਯਹੋਵਾ ਦੇ ਵੇਖਣ ਵਿੱਚ ਆਪਣੇ ਸਾਰੇ ਅਗਲਿਆਂ ਨਾਲੋਂ ਵਧੀ ਕੀਤੀ। ਤਾਂ ਇਹ ਹੋਇਆ ਕਿ ਨਬਾਟ ਦੇ ਪੁੱਤਰ ਯਰੋਬੋਆਮ ਦੇ ਪਾਪਾਂ ਵਿੱਚ ਚੱਲਣਾ ਹਲਕੀ ਜਿਹੀ ਗੱਲ ਜਾਣ ਕੇ ਉਸਨੇ ਸਿਦੋਨੀਆ ਦੇ ਰਾਜਾ ਅਥਬਾਲ ਦੀ ਧੀ ਈਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਾਲ ਦੀ ਪੂਜਾ ਕੀਤੀ ਅਤੇ ਉਸਦੇ ਅੱਗੇ ਮੱਥਾ ਟੇਕਿਆ। ਨਾਲੇ ਉਸਨੇ ਬਾਲ ਦੇ ਭਵਨ ਵਿੱਚ ਜੋ ਕੁਝ ਸਾਮਰਿਆ ਵਿੱਚ ਬਣਾਇਆ ਸੀ ਇੱਕ ਜਗਵੇਦੀ ਬਣਾਈ ਅਤੇ ਅਹਾਬ ਨੇ ਇੱਕ ਟੁੰਡ ਵੀ ਬਣਵਾਇਆ। ਸੋ ਅਹਾਬ ਨੇ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੂੰ ਉਹਨਾਂ ਸਭਨਾਂ ਇਸਰਾਇਲੀ ਪਾਤਸ਼ਾਹਾਂ ਨਾਲੋਂ ਜੋ ਉਸ ਤੋਂ ਪਹਿਲੇ ਸਨ ਵਧੇਕ ਕ੍ਰੋਧ ਚੜਾਇਆ ਤੇ ਉਸਦੇ ਦਿਨਾਂ ਵਿੱਚ ਹੀਏਲ ਬੈਤੇਲੀ ਨੇ ਜ਼ਰੀਹੋ ਬਣਾਇਆ ਅਤੇ ਉਸਨੇ ਆਪਣੇ ਪਲੇਠੇ ਪੁੱਤਰ ਅਬਰੀਮ ਉੱਤੇ ਉਹਦੀ ਨੀਂਹ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਗੂਬ ਨਾਲ ਉਸਦੇ ਫਾਟਕ ਖੜੇ ਕੀਤੇ। ਇਹ ਉਹ ਬਚਨ ਅਨੁਸਾਰ ਹੋਇਆ ਜੋ ਯਹੋਵਾ ਨੇ ਨੂਨ ਦੇ ਪੁੱਤਰ ਯਹੋਸ਼ੂਆ ਦੇ ਰਾਹੀਂ ਆਖਿਆ ਸੀ। ਏਲੀਆ ਤੇ ਬੇਦੋਆ ਚੈਪਟਰ 17। ਤਾਂ ਏਲੀਆ ਤਿਸ਼ਬੀ ਨੇ ਜੋ ਗਿਲਿਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਵੀ ਜਿਉਂਦੇ ਯਹੋਵਾ ਇਸਰਾਇਲ ਦੇ ਪਰਮੇਸ਼ਵਰ ਦੀ ਸਹੁੰ ਜਿਹਦੇ ਅੱਗੇ ਮੈਂ ਖੜਾ ਹਾਂ, ਇਹਨਾਂ ਵਰ੍ਹਿਆਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤਰੇਲ ਪਵੇਗੀ ਨਾ ਮੀਂਹ। ਇਉਂ ਯਹੋਵਾ ਦਾ ਬਚਨ ਉਸ ਨੂੰ ਆਇਆ ਕਿ ਇੱਥੋਂ ਚੱਲ ਦੇ ਅਤੇ ਆਪਣਾ ਮੁਹਾਵਰਾ ਪੂਰਬ ਵੱਲ ਫੇਰ ਅਤੇ ਆਪਣੇ ਆਪ ਨੂੰ ਕਰੀਸ ਦੇ ਨਾਲੇ ਕੋਲ ਜਿਹੜਾ ਜਰਦਨ ਦੇ ਸਾਹਮਣੇ ਹੈ ਲੁਕਾ ਲੈ।
ਤਾਂ ਇਹ ਹੋਵੇਗਾ ਕਿ ਜਿਸ ਉਸ ਨਾਲੇ ਵਿੱਚੋਂ ਤੂੰ ਪੀਵੇਂਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦੇਵਾਂਗਾ ਕਿ ਉਹ ਤੈਨੂੰ ਉੱਥੇ ਹੀ ਪਾਲਣ। ਤਾਂ ਉਹ ਚੱਲ ਪਿਆ ਤੇ ਯਹੋਵਾ ਦੇ ਵਚਨ ਅਨੁਸਾਰ ਹੀ ਉਸਨੇ ਕੀਤਾ। ਉਹ ਚੱਲ ਕੇ ਕਰੀਤ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਜਰਦਨ ਦੇ ਸਾਹਮਣੇ ਹੈ। ਤਾਂ ਪਹਾੜੀ ਕਾਂ ਉਸਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਤੇ ਰੋਟੀ ਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ। ਤਾਂ ਇਹ ਹੋਇਆ ਕਿ ਥੋੜੇ ਦਿਨਾਂ ਪਿੱਛੋਂ ਨਾਲਾ ਸੁੱਕ ਗਿਆ ਕਿ ਜੋ ਦੇਸ਼ ਵਿੱਚ ਮੀਂਹ ਨਾ ਪਿਆ। ਤਾਂ ਯਹੋਵਾ ਦਾ ਇਹ ਵਚਨ ਉਸਨੂੰ ਆਇਆ ਕਿ ਉੱਠ ਤੇ ਸਾਰਫਤ ਨੂੰ ਚਲਾ ਜਾ, ਉੱਥੇ ਜਾ ਟਿਕ, ਵੇਖ ਮੈਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ। ਸੋ ਉੱਠਿਆ ਤੇ ਸਾਰਨਾਥ ਨੂੰ ਚਲਿਆ ਗਿਆ। ਅਤੇ ਜਦ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁਗਦੀ ਸੀ। ਤਾਂ ਉਸਨੂੰ ਉੱਚੀ ਦਿੱਤੀ ਆਖਿਆ, ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜ੍ਹਾ ਜਿਹਾ ਪਾਣੀ ਪਿਆ ਤੇ ਮੈਂ ਪੀ ਲਵਾਂ। ਜਦ ਉਹ ਲਿਆਉਣ ਲਈ ਚੱਲੀ ਤਾਂ ਉਸਨੇ ਉਸਨੂੰ ਉੱਚੀ ਦਿੱਤੀ ਆਖਿਆ, ਜਰਾ ਇੱਕ ਚੱਪਾ ਟੁਕੜਾ ਰੋਟੀ ਵੀ ਆਪਣੇ ਹੱਥ ਵਿੱਚ ਲੈਂਦੇ ਆਈ। ਅੱਗੋਂ ਉਸਨੇ ਆਖਿਆ, ਜਿਉਂਦੇ ਯਹੋਵਾ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ, ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ। ਅਤੇ ਵੇਖ ਮੈਂ ਇਹ 2 ਲੱਕੜੀਆਂ ਚੁਗ ਰਹੀਆਂ ਕਿ ਮੈਂ ਘਰ ਜਾ ਕੇ ਆਪਣੇ ਲਈ ਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਸਨੂੰ ਖਾਈਏ ਤੇ ਅਸੀਂ ਮਰੀਏ। ਤਾਂ ਏਲੀਆ ਨੇ ਉਸਨੂੰ ਆਖਿਆ, ਨਾ ਡਰ, ਜਾ ਆਪਣੀ ਗੱਲ ਦੇ ਅਨੁਸਾਰ ਕਰ, ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੰਨੀ ਪਕਾ ਕੇ ਮੇਰੇ ਕੋਲ ਲੈ ਕੇ ਆ। ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਏ, ਕਿਉਂਕਿ ਯਹੋਵਾ ਇਸਰਾਇਲ ਦਾ ਪਰਮੇਸ਼ਰ ਮੈਨੂੰ ਇਹ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ, ਨਾ ਕੁੱਜੀ ਦਾ ਤੇਲ ਘਟੇਗਾ, ਜਿੰਨਾ ਚਿਰ ਯਹੋਵਾ ਜ਼ਮੀਨ ਉੱਤੇ ਮੀਂਹ ਨਾ ਪਾਵੇ। ਤਾਂ ਉਹ ਗਈ ਤੇ ਏਲੀਆ ਦੇ ਆਖਣ ਅਨੁਸਾਰ ਕੀਤਾ। ਤੇ ਫਿਰ ਉਹ ਤੇ ਉਹਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ, ਨਾ ਤੌਲੇ ਵਿੱਚੋਂ ਆਟਾ ਮੁੱਕਾ, ਨਾ ਕੁੱਜੀ ਦਾ ਤੇਲ ਘਟਿਆ। ਇਹ ਯਹੋਵਾ ਦੇ ਉਸ ਵਚਨ ਅਨੁਸਾਰ ਹੋਇਆ ਜੋ ਉਸਨੇ ਏਲੀਆ ਦੇ ਰਾਹੀਂ ਬੋਲਿਆ ਸੀ। ਤਾਂ ਇਹ ਹੋਇਆ ਕਿ ਇਹਨਾਂ ਗੱਲਾਂ ਦੇ ਮਗਰੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਤੇ ਉਸਦੀ ਬਿਮਾਰੀ ਬਹੁਤ ਸਖਤ ਸੀ, ਇੱਥੋਂ ਤੋੜੀ ਕਿ ਉਸ ਵਿੱਚ ਪ੍ਰਾਣ ਨਾ ਰਹੇ। ਤਾਂ ਉਹ ਏਲੀਆ ਨੂੰ ਉਸਨੇ ਆਖਿਆ, ਮੇਰਾ ਤੇਰੇ ਨਾਲ ਕੀ ਕੰਮ ਹੈ ਇਹ ਪਰਮੇਸ਼ਰ ਦੇ ਬੰਦੇ? ਕੀ ਤੂੰ ਇਸ ਲਈ ਨਹੀਂ ਮੇਰੇ ਕੋਲ ਆਇਆ ਕਿ ਮੈਨੂੰ ਮੇਰੇ ਪਾਪ ਚੇਤੇ ਕਰਾਵੇ, ਮੇਰੇ ਪੁੱਤ ਨੂੰ ਮਾਰ ਸੁੱਟੇ? ਤਾਂ ਉਸਨੇ ਉਸਨੂੰ ਆਖਿਆ, ਆਪਣਾ ਪੁੱਤ ਮੈਨੂੰ ਦੇ। ਉਸ ਦੇ ਹਿੱਕ ਨਾਲੋਂ ਲਾ ਕੇ ਉੱਪਰ ਚੁਬਾਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਚੜ੍ਹ ਗਿਆ ਤੇ ਉਸਨੂੰ ਮੰਜੇ ਉੱਤੇ ਲਟਾ ਲਿਆ। ਤੇ ਉਸਨੇ ਯਹੋਵਾ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾ ਮੇਰੇ ਪਰਮੇਸ਼ਰ, ਤੂੰ ਇਸ ਵਿਧਵਾ ਉੱਤੇ ਵੀ ਬੁਰਾਈ ਲਿਆਇਆ ਜਿਹਦੇ ਘਰ ਮੈਂ ਟਿਕਿਆ ਹੋਇਆ, ਤਾਂ ਕਿ ਮੈਂ ਇਸ ਦੇ ਪੁੱਤਰ ਨੂੰ ਤੈਂ ਮਾਰ ਦਿੱਤਾ। ਤਾਂ ਉਸਨੇ 3 ਵਾਰ ਆਪਣੇ ਆਪ ਨੂੰ ਮੁੰਡੇ 'ਤੇ ਪਸਾਰਿਆ ਤੇ ਯਹੋਵਾ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾ ਮੇਰੇ ਪਰਮੇਸ਼ਵਰ, ਮੇਰੀ ਮਿਹਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਇਸ ਦੇ ਵਿੱਚ ਫਿਰ ਵਾਪਸ ਆ ਜਾਣ। ਤਾਂ ਯਹੋਵਾ ਨੇ ਏਲੀਆ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਫਿਰ ਆ ਗਏ ਤੇ ਉਹ ਜੀ ਉੱਠਿਆ। ਤਾਂ ਏਲੀਆ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਬਾਹਰ ਲੈ ਗਿਆ ਤਾਂ ਉਸ ਦੀ ਮਾਂ ਨੂੰ ਜਾ ਕੇ ਦੇ ਦਿੱਤਾ। ਤੇ ਏਲੀਆ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਹੈ। ਤਾਂ ਉਸ ਤੀਵੀਂ ਨੇ ਏਲੀਆ ਨੂੰ ਆਖਿਆ, ਹੁਣ ਮੈਂ ਜਾਣਿਆ ਹੈ ਕਿ ਤੂੰ ਪਰਮੇਸ਼ਰ ਦਾ ਬੰਦਾ ਹੈ, ਤਾਂ ਯਹੋਵਾ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ। ਚੈਪਟਰ 18 ਏਲੀਆ ਅਤੇ ਬਾਲ ਦੇ ਪੁਜਾਰੀ। ਬਹੁਤ ਦਿਨਾਂ ਪਿੱਛੋਂ ਇਉਂ ਹੋਇਆ ਕਿ ਯਹੋਵਾ ਦਾ ਬਚਨ ਏਲੀਆ ਦੇ 3 ਵਰ੍ਹੇ ਵਿੱਚ ਆਇਆ ਵੀ ਜਾ ਅਹਾਬ ਕੋਲ ਆਪਣੇ ਆਪ ਨੂੰ ਵਿਖਾ ਤੇ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ। ਤੇ ਏਲੀਆ ਆਪਣੇ ਆਪ ਨੂੰ ਅਹਾਬ ਦੇ ਕੋਲ ਵਿਖਾਉਣ ਲਈ ਤੁਰਿਆ। ਸਾਮਰਿਆ ਵਿੱਚ ਸਖਤ ਕਾਲ ਸੀ। ਉਪਰੰਤ ਅਹਾਬ ਨੇ ਓਬਦਿਆਹ ਨੂੰ, ਜੋ ਉਸਦੇ ਮਹਿਲ ਦਾ ਦੀਵਾਨ ਸੀ, ਸੱਦਿਆ। ਓਬਦਿਆਹ ਯਹੋਵਾ ਕੋਲੋਂ ਬਹੁਤ ਡਰਦਾ ਸੀ। ਇਹ ਹੋਇਆ ਕਿ ਜਦ ਈਜ਼ਬਲ ਯਹੋਵਾ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀ ਲੈ ਕੇ ਉਹਨਾਂ ਨੂੰ 50-50 ਕਰਕੇ ਇੱਕ ਖੁੰਦਰ ਵਿੱਚ ਲੁਕਾ ਲਿਆ ਅਤੇ ਉਹਨਾਂ ਨੂੰ ਅੰਨ ਪਾਣੀ ਦਿੱਤਾ। ਤਾਂ ਅਹਾਬ ਨੇ ਓਬਦਿਆਹ ਨੂੰ ਆਖਿਆ, ਦੇਸ਼ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾ, ਸ਼ਾਇਦ ਸਾਨੂੰ ਕੋਈ ਘਰ ਲੱਭੇ ਤੇ ਅਸੀਂ ਘੋੜੇ ਖੱਚਰਾਂ ਨੂੰ ਜਿਉਂਦੇ ਰੱਖ ਸਕੀਏ ਔਰ ਡੰਗਰਾਂ ਨੂੰ ਨਾ ਗਵਾਈਏ। ਸੋ ਉਹਨਾਂ ਨੇ ਦੇਸ਼ ਦੇ ਵਿੱਚੋਂ ਲੰਘਣ ਲਈ ਉਸ ਨੂੰ ਵੰਡ ਦਿੱਤਾ। ਅਹਾਬ ਇਕੱਲਾ ਇੱਕ ਰਾਹ ਗਿਆ, ਓਬਦਿਆਹ ਇਕੱਲਾ ਦੂਜੇ ਰਾਹ ਗਿਆ। ਜਦ ਓਬਦਿਆਹ ਰਾਹ ਵਿੱਚ ਸੀ ਤਾਂ ਵੇਖੋ ਏਲੀਆ ਉਸ ਨੂੰ ਮਿਲ ਪਿਆ। ਤਾਂ ਉਸਨੇ ਉਸਨੂੰ ਸਿਆਣਿਆ ਤੇ ਮੂੰਹ ਭਰਨ ਡਿੱਗ ਪਿਆ, ਭਲਾ ਮੇਰਾ ਸਵਾਮੀ ਏਲੀਆ ਤੂੰ ਹੀ ਹੈ? ਉਸਨੇ ਆਖਿਆ, ਹਾਂ ਮੈਂ ਹੀ ਹਾਂ। ਜਾ ਆਪਣੇ ਮਾਲਕ ਨੂੰ ਆਖ ਵੀ ਵੇਖੋ ਏਲੀਆ ਆਇਆ ਹੈ। ਤਾਂ ਉਸਨੇ ਆਖਿਆ, ਮੈਂ ਕੀ ਪਾਪ ਕੀਤਾ ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਤਾਂ ਉਹ ਮੈਨੂੰ ਮਾਰ ਸੁੱਟੇ? ਜਿਉਂਦੇ ਪਰਮੇਸ਼ਵਰ ਯਹੋਵਾ ਦੀ ਸਹੁੰ, ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸਵਾਮੀ ਨੇ ਤੇਰੇ ਪਾਲਣ ਲਈ ਨਹੀਂ ਘੱਲਿਆ। ਤਾਂ ਉਸਨੇ ਆਖਿਆ, ਉਹ ਇੱਥੇ ਨਹੀਂ। ਤਦ ਉਸਨੇ ਉਸ ਰਾਜ ਅਤੇ ਕੌਮ ਤੋਂ ਸਹੁੰ ਚੁਕਾਈ ਵੀ ਉਹਨਾਂ ਨੇ ਤੈਨੂੰ ਨਹੀਂ ਲੱਭਿਆ। ਹੁਣ ਤੂੰ ਕੀ ਕਹਿਣਾ ਕਿ ਜਾ ਆਪਣੇ ਮਾਲਕ ਨੂੰ ਆਖ ਵੀ ਵੇਖੋ ਏਲੀਆ ਆਇਆ? ਤਾਂ ਇਹ ਹੋਵੇਗਾ ਕਿ ਜਦ ਮੈਂ ਤੇਰੇ ਕੋਲੋਂ ਚਲਿਆ ਜਾਵਾਂਗਾ ਤਾਂ ਯਹੋਵਾ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ। ਜਾਂ ਮੈਂ ਜਾ ਕੇ ਅਹਾਬ ਨੂੰ ਦੱਸਾਂ ਤਾਂ
तू ਉਹਨੂੰ ਲੱਭੇ ਨਾ ਤੇ ਉਹ ਮੈਨੂੰ ਵੱਢ ਸੁੱਟੇ। ਪਰ ਤੇਰਾ ਦਾਸ ਬਚਪਨ ਤੋਂ ਹੀ ਯਹੋਵਾ ਦਾ ਕਿਆ ਭੈ ਮੰਨਦਾ ਰਿਹਾ। ਭਲਾ ਮੇਰੇ ਸਵਾਮੀ ਨੂੰ ਉਹਨੂੰ ਨਹੀਂ ਦੱਸਿਆ ਜੋ ਮੈਂ ਕੀਤਾ ਜਦ ਇਸਬਲ ਯਹੋਵਾ ਦੇ ਨਬੀਆਂ ਨੂੰ ਵੱਢ ਰਹੀ ਸੀ ਵੀ ਮੈਂ ਕਿੱਕਰ ਯਹੋਵਾ ਦੇ ਨਬੀਆਂ ਵਿੱਚੋਂ 100 ਮਨੁੱਖ 50 ਕਰਕੇ ਇੱਕ ਖੁੰਦਰ ਵਿੱਚ ਲੁਕਾ ਛੱਡੇ, ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ। ਹੁਣ ਤੂੰ ਕਹਿਣਾ ਹੈ ਕਿ ਜਾ ਆਪਣੇ ਮਾਲਕ ਨੂੰ ਆਖ ਵੀ ਵੇਖੋ ਏਲੀਆ ਆਇਆ, ਉਹ ਮੈਨੂੰ ਵੱਢ ਸੁੱਟੇਗਾ। ਤਾਂ ਏਲੀਆ ਨੇ ਆਖਿਆ, ਸੈਨਾ ਦੇ ਯਹੋਵਾ ਦੀ ਸਹੁੰ ਜਿਸ ਦੇ ਅੱਗੇ ਮੈਂ ਅੱਜ ਖਲੋਤਾ ਹਾਂ ਕਿ ਮੈਂ ਅੱਜ ਆਪਣਾ ਆਪ ਉਸ ਨੂੰ ਸੱਚਮੁੱਚ ਵਿਖਾਵਾਂਗਾ। ਸੋ ਓਬਦੀਆ ਅਹਾਬ ਦੇ ਮਿਲਣ ਨੂੰ ਗਿਆ ਤੇ ਉਸਨੂੰ ਖਬਰ ਦਿੱਤੀ। ਤਾਂ ਅਹਾਬ ਏਲੀਆ ਦੇ ਮਿਲਣ ਨੂੰ ਆਇਆ। ਤੇ ਫਿਰ ਇਉਂ ਹੋਇਆ, ਜਦ ਅਹਾਬ ਨੇ ਏਲੀਆ ਨੂੰ ਡਿੱਠਾ ਤੇ ਉਸਨੇ ਅਹਾਬ ਨੂੰ ਆਖਿਆ, ਭਲਾ ਤੂੰ ਹੀ ਹੈ ਜੋ ਇਸਰਾਏਲ ਦੇ ਦੁੱਖ ਦੇਣ ਵਾਲਿਆ? ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਸਗੋਂ ਤੈਂ ਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾ ਦੇ ਹੁਕਮਾਂ ਨੂੰ ਛੱਡ ਦਿੱਤਾ ਤੇ ਬਾਲ ਦੇ ਮਗਰ ਲੱਗ ਪਏ। ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਦੇ ਕੋਲ ਸੱਦ ਕੇ ਇਕੱਠਾ ਕਰ, ਨਾਲੇ ਬਾਲ ਦੇ 450 ਨਬੀ ਤੇ ਆਸ਼ਰਾ ਦੇਵੀ ਦੇ 400 ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ। ਉਪਰੰਤ ਅਹਾਬ ਨੇ ਸਾਰੇ ਇਸਰਾਏਲੀ ਨੂੰ ਸੱਦਿਆ ਤੇ ਉਹਨਾਂ ਨਬੀਆਂ ਨੂੰ ਜੋ ਕਰਮਲ ਪਹਾੜ ਉੱਤੇ ਇਕੱਠਾ ਕੀਤਾ। ਤਾਂ ਏਲੀਆ ਸਾਰੇ ਲੋਕਾਂ ਕੋਲ ਆਇਆ ਤੇ ਉਹਨਾਂ ਨੂੰ ਆਖਿਆ, ਭਲਾ ਤੁਸੀਂ ਕਾਤਿਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲਦੇ ਰਹੋਗੇ? ਜੇ ਯਹੋਵਾ ਪਰਮੇਸ਼ਰ ਹੈ ਤਾਂ ਉਹਦੇ ਮਗਰ ਲੱਗੋ, ਪਰ ਜੇ ਬਹਾਲ ਹੈ ਤਾਂ ਉਹਦੇ ਮਗਰ ਲੱਗੋ। ਤਾਂ ਲੋਕਾਂ ਨੇ ਉਸਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ। ਤਾਂ ਏਲੀਆ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ, ਪਰ ਬਾਲ ਦੇ ਨਬੀ 450 ਮਨੁੱਖ ਹਨ। ਉਹ ਸਾਨੂੰ 2 ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਤੇ ਉਹਨੂੰ ਟੋਟੇ ਟੋਟੇ ਕਰਕੇ ਬਾਲਣ ਉੱਤੇ ਰੱਖਣ ਤੇ ਉਹ ਅੱਗ ਨਾ ਲਾਉਣ, ਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ, ਉਹਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ। ਤਾਂ ਤੁਸੀਂ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰੋ ਤੇ ਮੈਂ ਯਹੋਵਾ ਦਾ ਨਾਂ ਲੈ ਕੇ ਪੁਕਾਰਾਂਗਾ। ਫਿਰ ਜਿਹੜਾ ਪਰਮੇਸ਼ਰ ਦੀ ਅੱਗ ਨਾਲ ਉੱਤਰ ਆਵੇ ਉਹੀ ਪਰਮੇਸ਼ਰ ਹੋਵੇਗਾ। ਤਾਂ ਸਭਨਾਂ ਲੋਕਾਂ ਨੇ ਉਸਦੇ ਕੇ ਆਖਿਆ, ਇਹ ਗੱਲ ਚੰਗੀ ਹੈ। ਤਦ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰਿਓ, ਕਿਉਂ ਜੋ ਤੁਸੀਂ ਬਹੁਤੇ ਹੋ ਔਰ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ। ਸੋ ਉਹਨਾਂ ਨੇ ਉਸ ਬਲਦ ਨੂੰ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ। ਸਵੇਰ ਤੋਂ ਦੁਪਹਿਰ ਤੱਕ ਬਾਲ ਦੇ ਨਾਮ ਨੂੰ ਪੁਕਾਰਦੇ ਰਹੇ, ਬਾਲ ਸਾਡੀ ਸੁਣ, ਇਹ ਬਾਲ ਸਾਡੀ ਸੁਣ, ਪਰ ਕੋਈ ਆਵਾਜ਼ ਨਾ ਆਈ, ਨਾ ਕੋਈ ਉੱਤਰ ਦੇਣ ਵਾਲਾ ਸੀ। ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ। ਦੁਪਹਿਰ ਨੂੰ ਇਹ ਹੋਇਆ ਕਿ ਏਲੀਆ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ, ਜਰਾ ਉੱਚੀ ਦੇ ਕੇ ਬੁਲਾਓ, ਕਿਉਂ ਜੋ ਉਹ ਤਾਂ ਦਿਉਤਾ ਹੈ, ਕੀ ਜਾਣੀਏ ਉਹ ਸੋਚ ਵਿੱਚ ਹੋਵੇ ਜਾਂ ਫਿਰ ਕਿਤੇ ਲਾਂਭੇ ਚਲਾ ਗਿਆ ਹੋਵੇ, ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਫਿਰ ਸੌਂ ਹੀ ਗਿਆ ਹੋਵੇ ਅਤੇ ਉਹਨੂੰ ਜਗਾਉਣਾ ਪਵੇ ਤੁਹਾਨੂੰ। ਸੋ ਤਦ ਉਹਨਾਂ ਨੇ ਉੱਚੀ ਦੇ ਕੇ ਪੁਕਾਰਿਆ ਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਲਹੂ ਲੁਹਾਨ ਹੋ ਗਿਆ। ਤਾਂ ਇਹ ਹੋਇਆ ਕਿ ਜਦ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਦੀ ਭੇਟ ਚੜਾਉਣ ਦੇ ਵੇਲੇ ਤੀਕਰ ਦੇਖਦੇ ਰਹੇ, ਪਰ ਕੋਈ ਆਵਾਜ਼ ਨਾ ਆਈ, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌਰ ਕਰਨ ਵਾਲਾ। ਤਾਂ ਏਲੀਆ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ। ਉਹ ਸਭ ਲੋਕ ਉਸ ਦੇ ਨੇੜੇ ਆਏ ਤੇ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ। ਫਿਰ ਏਲੀਆ ਨੇ ਯਾਕੂਬ ਦੇ ਪੁੱਤਰਾਂ ਦੇ ਲੇਖੇ ਅਨੁਸਾਰ, ਜਿਹਨਾਂ ਨੂੰ ਯਹੋਵਾ ਦਾ ਵਚਨ ਇਉਂ ਆਇਆ ਕਿ ਤੇਰਾ ਨਾਮ ਇਸਰਾਏਲ ਵਿੱਚ ਹੋਵੇਗਾ, 12 ਪੱਥਰ ਲੈ ਤੇ ਇਹਨਾਂ 12 ਪੱਥਰਾਂ ਨਾਲ ਯਹੋਵਾ ਦੇ ਨਾਮ ਉੱਤੇ ਇੱਕ ਜਗਵੇਦੀ ਵਿੱਚ। ਫਿਰ ਉਸਨੇ ਅਜਿਹੀ ਵੱਡੀ ਖਾਈ ਪੁੱਟੀ ਕਿ ਜਿਹਦੇ ਵਿੱਚ 20 ਕੁਸੇਰ ਬੀਜ ਸਮਾ ਜਾਣ, ਅਤੇ ਲੱਕੜੀਆਂ ਨੂੰ ਚੁਣਿਆ ਤੇ ਬਲਦ ਨੂੰ ਟੋਟੇ ਟੋਟੇ ਕਰਕੇ ਲੱਕੜੀਆਂ ਦੇ ਉੱਤੇ ਰੱਖਿਆ ਤੇ ਆਖਿਆ, 4 ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਔਰ ਬਾਲਣ ਉੱਤੇ ਡੋਲ ਦਿਓ। ਤਾਂ ਉਸਨੇ ਆਖਿਆ, ਦੂਜੀ ਵਾਰ ਕਰੋ। ਫਿਰ ਉਸਨੇ ਤੀਜੀ ਵਾਰ ਕਰੋ। ਫਿਰ ਉਸਨੇ ਕਿਹਾ, ਚੌਥੀ ਵਾਰ ਵੀ ਕਰੋ। ਉਸਨੇ ਤੀਜੀ ਵਾਰ ਵੀ ਕੀਤਾ, ਪਰ ਉਹ ਪਾਣੀ ਜਗਵੇਦੀ ਦੇ ਚੁਫੇਰੇ ਵਗਿਆ ਤੇ ਖਾਈ ਪਾਣੀ ਨਾਲ ਭਰ ਦਿੱਤੀ। ਤੇ ਤਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਇਉਂ ਹੋਇਆ ਕਿ ਏਲੀਆ ਨਬੀ ਨੇ ਨੇੜੇ ਆ ਕੇ ਆਖਿਆ, ਹੇ ਯਹੋਵਾ ਅਬਰਾਹਮ, ਇਸਹਾਕ, ਇਸਰਾਏਲ ਦੇ ਪਰਮੇਸ਼ਰ, ਅੱਜ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਰ ਹੈ ਤੇ ਮੈਂ ਤੇਰਾ ਦਾਸ ਹਾਂ। ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਨਾਲ ਵਚਨ ਵਿੱਚ ਕੀਤਾ ਹੈ, ਮੇਰੀ ਸੁਣ। ਹੇ ਯਹੋਵਾ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾ ਪਰਮੇਸ਼ਰ ਹੈ ਅਤੇ ਤੈਂ ਉਹਨਾਂ ਦਾ ਮਨ ਮੋੜ ਲਿਆ ਹੈ। ਤਦ ਯਹੋਵਾ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਨੇ ਔਰ ਪਾਲਣ ਔਰ ਪੱਥਰਾਂ ਔਰ ਮਿੱਟੀ ਨੂੰ ਸਾੜ ਸੁੱਟਿਆ। ਜੋ ਪਾਣੀ ਖਾਈ ਵਿੱਚ ਸੀ ਉਸ ਨੂੰ ਚੱਟ ਲਿਆ। ਜਦ ਲੋਕਾਂ ਨੇ ਇਹ ਵੇਖਿਆ ਤਾਂ ਮੂੰਹਾਂ ਭਾਰ ਡਿੱਗੇ ਤੇ ਉਹਨਾਂ ਨੇ ਆਖਿਆ, ਵਾਹ, ਯਹੋਵਾ ਉਹ ਪਰਮੇਸ਼ਰ ਹੈ, ਯਹੋਵਾ ਉਹ ਪਰਮੇਸ਼ਰ ਹੈ। ਤਾਂ ਏਲੀਆ ਨੇ ਉਹਨਾਂ ਨੂੰ ਆਖਿਆ, ਬਾਲ ਦੇ ਨਬੀਆਂ ਨੂੰ ਫੜ ਲਓ, ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿਕਲੇ। ਸੋ ਉਹਨਾਂ ਨੂੰ ਫੜ ਲਿਆ ਤੇ ਏਲੀਆ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉਹਨਾਂ ਨੂੰ ਵੱਢ ਸੁੱਟਿਆ।
ਤਦ ਏਲੀਆ ਨੇ ਅਹਾਬ ਨੂੰ ਆਖਿਆ, ਚੜ ਖਾ ਅਤੇ ਪੀ, ਕਿ ਜੋ ਡਾਢੇ ਮੀਂਹ ਦੀ ਆਵਾਜ਼ ਆਈ ਹੈ। ਸੋ ਅਹਾਬ ਖਾਣ ਪੀਣ ਨੂੰ ਚੜ੍ਹਿਆ, ਤਾਂ ਏਲੀਆ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਤੇ ਧਰਤੀ ਤੀਕ ਨਿਵਿਆ ਤੇ ਆਪਣਾ ਮੂੰਹ ਗੋਡੇ ਵਿੱਚ ਰੱਖਿਆ। ਤਾਂ ਉਸਨੇ ਆਪਣੇ ਬਾਲਕੇ ਨੂੰ ਆਖਿਆ, ਚੜ੍ਹ ਕੇ ਜਰਾ ਸਮੁੰਦਰ ਵੱਲ ਵੇਖ। ਉਹ ਚੜ੍ਹਿਆ ਤਾਂ ਉਸਨੇ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫਿਰ ਉਸਨੇ ਆਖਿਆ, 7 ਵਾਰੀ ਮੁੜ ਜਾ। ਅਤੇ 7ਵੀਂ ਵਾਰੀ ਇਉਂ ਹੋਵੇਗਾ ਕਿ ਉਹਨੇ ਆਖਿਆ, ਵੇਖ ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਤਾਂ ਉਸਨੇ ਆਖਿਆ, ਜਾ ਅਹਾਬ ਨੂੰ ਆਖ ਵੀ ਰੱਥ ਜੋੜ ਕੇ ਹੇਠਾਂ ਜਾਵੇ, ਤਾਂ ਜੋ ਮੀਂਹ ਤੁਹਾਨੂੰ ਨਾ ਟਿਕਾਵੇ। ਐਨੇ ਵਿੱਚ ਇਹ ਹੋਇਆ ਕਿ ਆਕਾਸ਼ ਘਟਾਂ ਨਾਲ ਹਵਾ ਨਾਲ ਕਾਲਾ ਹੋ ਗਿਆ ਤੇ ਡਾਢਾ ਮੀਂਹ ਵਰਿਆ। ਤੇ ਅਹਾਬ ਚੜ ਕੇ ਜਿਜ਼ਰਾਇਲ ਨੂੰ ਗਿਆ ਤੇ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ। ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਜਿਜ਼ਰਾਇਲ ਦੇ ਲਾਂਘੇ ਤੀਕ ਭੱਜਿਆ ਗਿਆ। ਚੈਪਟਰ 19 ਏਲੀਆ ਦੀ ਉਦਾਸੀ ਅਤੇ ਯਹੋਵਾ ਦੇ ਦਰਸ਼ਨ। ਤਾਂ ਅਹਾਬ ਨੇ ਉਸਨੂੰ ਸਭ ਕੁਝ ਜੋ ਏਲੀਆ ਨੇ ਕੀਤਾ ਸੀ, ਸਭ ਬਈ ਜੋ ਉਸਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢਿਆ, ਈਜ਼ਬਲ ਨੂੰ ਜਾ ਦੱਸਿਆ। ਤਾਂ ਈਜ਼ਬਲ ਨੇ ਹਲਕਾਰੇ ਦੇ ਰਾਹੀਂ ਏਲੀਆ ਨੂੰ ਆਖ ਘੱਲਿਆ ਕਿ ਮੈਂ ਭਲ ਕੇ ਇਸ ਵੇਲੇ ਤੇਰੀ ਜਾਨ ਨੂੰ ਵੀ ਉਹਨਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਜਿੰਨਾ ਚਿਰ ਨਾ ਕਰ ਲਵਾਂ, ਤਾਂ ਦਿਓ ਤੇ ਮੇਰੇ ਸੰਗ ਵੀ ਅਜਿਹਾ ਹੀ ਕਰਨ ਸਗਾ ਇਸ ਤੋਂ ਵਧੀ। ਤਾਂ ਜਾਂ ਉਸ ਵੇਖਿਆ ਤੇ ਉਹ ਉੱਠਿਆ ਤੇ ਆਪਣੀ ਜਾਨ ਲਈ ਭੱਜ ਕੇ ਬੇਰਸ਼ਬਾ ਨੂੰ ਗਿਆ ਤੇ ਯਹੂਦਾ ਦਾ ਜੋ ਹੈ ਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ। ਪਰ ਉਸਨੇ ਇੱਕ ਦਿਨ ਰਾਤ ਤੀਕ ਉਜਾੜ ਵਿੱਚ ਅੱਗੇ ਚਲਾ ਗਿਆ ਤੇ ਤਰਾਤਮੇ ਦੇ ਰੁੱਖ ਹੇਠ ਜਾ ਕੇ ਬੈਠਾ ਤਾਂ ਆਪਣੀ ਜਾਨ ਲਈ ਮੌਤ ਮੰਗੀ ਤੇ ਆਖਿਆ, ਯਹੋਵਾ ਮੈਂ ਹੁਣ ਬਹੁਤ ਹੀ ਜਿੰਨਾ ਮੇਰੀ ਜਾਨ ਕੱਢ ਲੈ, ਕਿਉਂ ਜੋ ਮੈਂ ਆਪਣੇ ਪਿਓ ਦਾਦੇ ਨਾਲੋਂ ਨੇਕ ਨਹੀਂ ਹਾਂ। ਤਾਂ ਉਸ ਰਤਮੇ ਦੇ ਰੁੱਖ ਹੇਠ ਫਿਰ ਲੰਮਾ ਪੈ ਗਿਆ ਤੇ ਉਹ ਸੌਂ ਗਿਆ। ਵੇਖੋ ਇੱਕ ਦੂਤ ਉਸਨੂੰ ਟੁੰਬ ਰਿਹਾ ਸੀ ਤੇ ਉਹ ਆਖਦਾ ਸੀ, ਉੱਠ ਤੇ ਉੱਠ ਕੇ ਖਾ। ਜਦ ਉਸਨੇ ਦੇਖਿਆ ਤੇ ਵੇਖੋ ਅੰਗਿਆਰਾਂ ਉੱਤੇ ਪੱਕੀ ਹੋਈ ਇੱਕ ਰੋਟੀ ਤੇ ਪਾਣੀ ਦੀ ਇੱਕ ਸੁਰਾਈ ਉਹਦੇ ਸਰਾਣੇ ਪਈ ਹੋਈ ਸੀ। ਤਾਂ ਉਹ ਖਾ ਪੀ ਕੇ ਫਿਰ ਲੰਮਾ ਪੈ ਗਿਆ। ਜੋ ਬਾਅਦ ਦੂਤ ਉਸਦੇ ਕੋਲ ਫਿਰ ਆਇਆ ਤੇ ਉਹਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ, ਕਿਉਂ ਜੋ ਪੰਧ ਤੇਰੇ ਲਈ ਬਹੁਤ ਲੰਮਾ ਹੈ। ਉਸਨੇ ਉੱਠ ਕੇ ਖਾਧਾ ਔਰ ਪੀਤਾ। ਤਾਂ ਉਹ ਉਸੇ ਭੋਜਨ ਦੇ ਬਲ ਨਾਲ 40 ਦਿਨ ਤੇ 40 ਰਾਤਾਂ ਪਰਮੇਸ਼ਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ। ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਜੋ ਯਹੋਵਾ ਦਾ ਵਚਨ ਉਸਨੂੰ ਆਇਆ ਤੇ ਉਸਨੇ ਉਸਨੂੰ ਆਖਿਆ, ਹੇ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਅੱਗੋਂ ਉਸਨੇ ਆਖਿਆ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ, ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨਾਂ ਨੂੰ ਤਿਆਗ ਦਿੱਤਾ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ, ਤੇਰੇ ਨਬੀਆਂ ਨੂੰ ਤਲਵਾਰਾਂ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇਕੱਲਾ ਬਾਕੀ ਰਹਿ ਗਿਆ, ਪਰ ਉਹ ਮੇਰੀ ਜਾਨ ਕੱਢਣ ਨੂੰ ਵੀ ਮੈਨੂੰ ਲੱਭਦੇ ਫਿਰਦੇ ਆ। ਤਾਂ ਉਸਨੇ ਆਖਿਆ, ਅੱਗੇ ਜਾ ਅਤੇ ਯਹੋਵਾ ਦੇ ਸਨਮੁਖ ਯਹੋਵਾ ਦੇ ਪਰਬਤ ਦੇ ਉੱਤੇ ਖਲੋ ਜਾ। ਤਾਂ ਵੇਖੋ ਯਹੋਵਾ ਲੰਘਿਆ ਤੇ ਇੱਕ ਵੱਡੀ ਜ਼ੋਰ ਦੀ ਹਨੇਰੀ ਨੇ ਪਹਾੜ ਪਾੜ ਸੁੱਟੇ ਤੇ ਯਹੋਵਾ ਦੇ ਅੱਗੇ ਚਟਾਨਾਂ ਨੂੰ ਚੂਰ ਚੂਰ ਕਰ ਦਿੱਤਾ। ਪਰ ਯਹੋਵਾ ਹਨੇਰੀ ਵਿੱਚ ਨਹੀਂ ਸੀ। ਤਾਂ ਹਨੇਰੀ ਪਿੱਛੋਂ ਭੁਚਾਲ ਆਇਆ ਤੇ ਯਹੋਵਾ ਭੁਚਾਲ ਵਿੱਚ ਵੀ ਨਹੀਂ ਸੀ। ਤੇ ਭੁਚਾਲ ਦੇ ਮਗਰੋਂ ਅੱਗ ਆਈ, ਪਰ ਯਹੋਵਾ ਅੱਗ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨੀਵੀਂ ਜਿਹੀ ਆਵਾਜ਼ ਆਈ, ਹੌਲੀ ਤੇ ਨੀਵੀਂ ਜਿਹੀ ਆਵਾਜ਼। ਤਾਂ ਇਹ ਹੋਇਆ ਕਿ ਜਦ ਏਲੀਆ ਨੇ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੀ ਗੋਲੜੀ ਵਿੱਚ ਢੱਕ ਲਿਆ ਤੇ ਬਾਹਰ ਨਿਕਲ ਕੇ ਗੁਫਾ ਦੇ ਉੱਤੇ ਖੋ ਖਲੋਤਾ। ਤਾਂ ਵੇਖੋ ਉਸਨੂੰ ਇੱਕ ਆਵਾਜ਼ ਆਈ ਤੇ ਆਖਿਆ, ਏਲੀਆ, ਤੂੰ ਇੱਥੇ ਕੀ ਕਰਦਾ? ਤਾਂ ਉਸਨੇ ਆਖਿਆ, ਹੇ ਯਹੋਵਾ, ਮੈਂ ਤਾਂ ਸੈਨਾ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ, ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨਾਂ ਨੂੰ ਤਿਆਗ ਦਿੱਤਾ ਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ, ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਾਕੀ ਰਹਿ ਗਿਆ, ਪਰ ਉਹ ਮੇਰੀ ਜਾਨ ਨੂੰ ਕੱਢਣ ਨੂੰ ਵੀ ਮੈਨੂੰ ਲੱਭਦੇ ਫਿਰਦੇ ਹਨ। ਤੇ ਯਹੋਵਾ ਨੇ ਉਸਨੂੰ ਆਖਿਆ, ਜਾ ਉਜਾੜ ਦੇ ਰਾਹ ਦਮਿਸ਼ਕ ਨੂੰ ਮੁੜ ਜਾ ਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਾ ਕਰਕੇ ਆਰਾਮ ਦਾ ਪਾਤਸ਼ਾਹ ਬਣਾ ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਾ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾ ਤੇ ਸ਼ਾਫਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾ ਦਾ ਹੈ ਮਸਾ ਕਰਕੇ ਉਹ ਤੇਰੇ ਥਾਂ ਨਬੀ ਹੋਵੇ। ਤਾਂ ਇਹ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹਨੂੰ ਯੇਹੂ ਮਾਰੇਗਾ, ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹਨੂੰ ਏਲੀਸ਼ਾ ਮਾਰੇਗਾ। ਪਰ ਮੈਂ ਇਸਰਾਏਲ ਦੇ ਵਿੱਚੋਂ ਆਪਣੇ ਲਈ 7000 ਰੱਖ ਲਏ ਹਨ, ਉਹ ਸਭ ਜਿਨ੍ਹਾਂ ਦੇ ਗੋਡੇ ਬੁਆ ਲੱਗੇ ਨਹੀਂ ਨਿਵੇਂ ਤੇ ਸਾਰੇ ਮੂੰਹ ਜਿਨ੍ਹਾਂ ਨੇ ਉਸਨੂੰ ਨਹੀਂ ਚੁੰਮਿਆ। ਤਾਂ ਉਹ ਉੱਥੋਂ ਚੱਲ ਪਿਆ ਤੇ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ ਹਲ ਵਾਹੁੰਦਿਆਂ ਜਾ ਲੱਭਿਆ। ਉਹ 12 ਹਾਲਾਂ ਦੀ ਵਾਈ ਸੀ ਅਤੇ 12ਵੀਂ ਜੋਗ ਦੇ ਮਗਰ ਉਹ ਆਪ ਸੀ। ਏਲੀਆ ਨੇ ਉਸਦੇ ਕੋਲ ਦੀ ਲੰਘ ਕੇ ਆਪਣੀ ਗੋਦੜੀ ਉਸਦੇ ਉੱਤੇ ਪਾ ਦਿੱਤੀ। ਤਾਂ ਉਹ ਬਲਦਾਂ ਨੂੰ ਛੱਡ ਕੇ ਏਲੀਆ ਦੇ ਮਗਰ ਦੌੜ ਗਿਆ ਤੇ ਉਸਨੂੰ ਆਖਿਆ, ਮੈਨੂੰ ਪ੍ਰਵਾਨਗੀ ਦੇ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮਾਂ ਤਾਂ ਮੈਂ ਤੇਰੇ ਮਗਰ ਲੱਗ ਜਾਵਾਂਗਾ। ਉਸਨੇ ਉਸਨੂੰ ਆਖਿਆ, ਮੁੜ ਜਾ, ਮੈਂ ਤੈਨੂੰ ਕੀ ਕੀਤਾ? ਤਾਂ ਉਸਨੇ ਉਸਦੇ ਕੋਲ ਉਹ ਮੁੜ ਗਿਆ ਤੇ ਉਸਦੇ ਲਈ ਇੱਕ ਜੋਗ ਬਲਦਾਂ ਦੀ ਲੈ ਕੇ ਬਲਦਾਂ ਦੀ ਤੇ ਉਹਨਾਂ ਨੂੰ ਵੱਢ ਸੁੱਟਿਆ ਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਹਨਾਂ ਦਾ ਮਾਸ ਰਿੰਨ ਕੇ ਲੋਕਾਂ ਨੂੰ ਦਿੱਤਾ। ਉਹਨਾਂ ਨੇ ਖਾਧਾ। ਉਹ ਫਿਰ ਉੱਠਿਆ ਅਤੇ ਏਲੀਆ ਦੇ ਪਿੱਛੇ ਜਾ ਲੱਗਾ ਤੇ ਉਸਦੀ ਸੇਵਾ ਕਰਦਾ ਰਿਹਾ।
चैप्टर 20 अरामियां उत्ते अहाब दी फतेह। बन हदद आराम दे राजे ने अपनी फौज ਨੂੰ ਇਕੱਠਾ ਕੀਤਾ ਤੇ ਉਹਦੇ ਨਾਲ 32 ਰਾਜੇ ਸਨ, ਨਾਲੇ ਘੋੜੇ ਤੇ ਰੱਥ, ਅਤੇ ਉਸਨੇ ਉਤਾਹਾਂ ਜਾ ਕੇ ਸਾਮਰੀਆ ਨੂੰ ਘੇਰ ਲਿਆ ਤੇ ਉਸਦੇ ਨਾਲ ਯੁੱਧ ਕੀਤਾ ਤੇ ਉਸਨੇ ਇਸਰਾਇਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਨੂੰ ਹਲਕਾਰੇ ਘੱਲੇ ਤੇ ਉਸਨੂੰ ਆਖਿਆ ਕਿ ਬਨ ਹਦਦ ਇਉਂ ਫਰਮਾਉਂਦਾ ਹੈ ਵੀ ਤੇਰਾ ਚਾਂਦੀ ਸੋਨਾ ਮੇਰਾ ਹੈ, ਤੇਰੀਆਂ ਇਸਤਰੀਆਂ ਔਰ ਤੇਰੇ ਚੰਗੇ ਤੋਂ ਚੰਗੇ ਬੱਚੇ ਵੀ ਮੇਰੇ ਹਨ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, ਹੇ ਸਵਾਮੀ ਮੇਰੇ ਪਾਤਸ਼ਾਹ, ਮੈਂ ਤੇ ਜੋ ਕੁਝ ਮੇਰਾ ਹੈ ਸਭ ਕੁਝ ਹੀ ਤੁਹਾਡਾ ਹੈ। ਤਾਂ ਉਹਨਾਂ ਹਲਕਾਰੀਆਂ ਨੇ ਮੁੜ ਕੇ ਆਖਿਆ, बन हदद इउं फरमाउंदा है कि मैं तो तेरे कोल आ घल्लिया सी कि तू अपना चांदी सोना इस्त्रियां बाल बच्चे मैनू दे दे, पर हुण मैं भल के इस वेले अपने टैलियां नूं तेरे कोल घल्लूंगा, ਉਹ ਤੇਰੇ ਮਹਿਲ ਦੀ ਔਰ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਤੇ ਇਹ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਸੱਦ ਕੇ ਲੈ ਕੇ ਧਿਆਨ ਕਰੋ ਔਰ ਵੇਖੋ ਜੋ ਇਹ ਮਨੁੱਖ ਕਿਵੇਂ ਬੁਰਾਈ ਕਰਨੀ ਚਾਹੁੰਦਾ ਹੈ, ਕਿਉਂਕਿ ਉਸਨੇ ਮੇਰੇ ਕੋਲੋਂ ਮੇਰੀਆਂ ਇਸਤਰੀਆਂ, ਮੇਰੇ ਬੱਚੇ ਤੇ ਮੇਰਾ ਸੋਨਾ ਮੰਗ ਲਿਆ ਹੈ, ਪਰ ਮੈਂ ਉਹਨਾਂ ਨੂੰ ਮਨਾ ਵੀ ਨਹੀਂ ਕੀਤਾ, ਸਗੋਂ ਸਾਰੇ ਬਜ਼ੁਰਗਾਂ ਨੇ, ਸਾਰੇ ਲੋਕਾਂ ਨੇ ਉਸਨੂੰ ਆਖਿਆ ਉਹਦੀ ਨਾ ਸੁਣੋ ਤੇ ਨਾ ਮੰਨੋ। ਉਪਰੰਤ ਉਹਨੇ ਬਨ ਹਦਦ ਦੇ ਹਲਕਾਰਿਆਂ ਨੂੰ ਆਖਿਆ, ਮੇਰੇ ਸਵਾਮੀ ਪਾਤਸ਼ਾਹ ਨੂੰ ਆਖੋ ਵੀ ਜੋ ਕੁਝ ਤੁਸੀਂ ਆਪਣੇ ਦਾਸ ਤੋਂ ਪਹਿਲੇ ਮੰਗਿਆ ਉਹ ਮੈਂ ਕਰਾਂਗਾ, ਪਰ ਇਹ ਗੱਲ ਮੈਥੋਂ ਨਹੀਂ ਹੋਣੀ। ਤਾਂ ਹਲਕਾਰੇ ਤੁਰ ਗਏ ਤੇ ਉੱਤਰ ਜਾ ਦਿੱਤਾ। ਤਾਂ ਬਨ ਹਦਦ ਨੇ ਉਹਨੂੰ ਆਖ ਘੱਲਿਆ ਕਿ ਜੇ ਸਾਮਰੀਆ ਦੀ ਧੂੜ ਉਹਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਵੀ ਹੋਵੇ ਤਾਂ ਦਿਓਤੇ ਮੇਰੇ ਨਾਲ ਅਜਿਹਾ ਕਰਨ, ਸਗੋਂ ਉਹ ਉਸ ਤੋਂ ਵੀ ਵਧੇਕ। ਤਾਂ ਇਸ ਗੱਲ ਦੇ ਪਾਤਸ਼ਾਹ ਨੇ ਉਸਨੂੰ ਉੱਤਰ ਦਿੱਤਾ, ਉਸਨੂੰ ਆਖੋ ਸ਼ਸਤਰ ਬੰਨਣ ਵਾਲਾ ਅਸ਼ਸਤਰ ਲਾਉਣ ਵਾਲੇ ਜਿੰਨਾ ਹੰਕਾਰ ਨਾ ਕਰੇ। ਤਾਂ ਇਹ ਹੋਇਆ ਕਿ ਜਦੋਂ ਉਸਨੇ ਇਹ ਗੱਲ ਸੁਣੀ ਤਾਂ ਉਹ ਰਾਜਿਆਂ ਦੇ ਨਾਲ ਸ਼ਮਿਆਨੇ ਦੇ ਵਿੱਚੋਂ ਪੀ ਰਿਹਾ ਸੀ ਤਾਂ ਉਸਨੇ ਟਹਿਲੂਆਂ ਨੂੰ ਆਖਿਆ ਪਾਲਾਂ ਬੰਨ ਲਓ, ਤੇ ਉਸਨੇ ਸ਼ਹਿਰ ਦੇ ਵਿਰੁੱਧ ਪਾਲਾਂ ਬੰਨੀਆਂ। ਦੇਖੋ ਇੱਕ ਨਬੀ ਇਸਰਾਇਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਤੇ ਉਹਨੂੰ ਆਖਿਆ, ਜੋ ਮੈਂ ਫਰਮਾਉਂਦਾ ਹੈ ਭਲਾ ਇਹ ਸਾਰਾ ਵੱਡਾ ਦਲ ਵੇਖਿਆ ਤੂੰ? ਵੇਖ ਮੈਂ ਅੱਜ ਇਹਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਜੋ ਹਾਂ। ਤਦ ਅਹਾਬ ਨੇ ਪੁੱਛਿਆ ਕਿਹਦੇ ਰਾਹੀਂ? ਉਸਨੇ ਆਖਿਆ ਜੋ ਫਰਮਾਉਂਦਾ ਹੈ ਕਿ ਸੂਬਿਆਂ ਦੇ ਸਰਦਾਰ ਜਵਾਨਾਂ ਦੇ ਰਾਹੀਂ। ਤਾਂ ਉਸਨੇ ਉਸਨੂੰ ਪੁੱਛਿਆ ਲੜਾਈ ਕੌਣ ਕਰੂ ਸ਼ੁਰੂ? ਤਾਂ ਉਸਨੇ ਆਖਿਆ ਤੂੰ। ਤਾਂ ਉਸਨੇ ਸੂਬਿਆਂ ਦੇ ਸਰਦਾਰਾਂ ਦੇ ਜਵਾਨਾਂ ਦੀ ਗਿਣਤੀ ਕੀਤੀ ਤਾਂ ਉਸੇ 232 ਸਨ। ਉਸਦੇ ਪਿੱਛੋਂ ਫਿਰ ਉਹਨਾਂ ਨੇ ਸਭਨਾਂ ਲੋਕਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਵੀ ਗਿਣਿਆ ਤੇ ਉਹ 7000 ਸਨ। ਉਹ ਦੁਪਹਿਰ ਨੂੰ ਨਿਕਲੇ ਔਰ ਬਨ ਹਦਦ ਔਰ 32 ਰਾਜੇ ਜੋ ਉਸਦੇ ਸਹਾਇਕ ਸਨ ਸ਼ਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ। ਤਦ ਸੂਬਿਆਂ ਦੇ ਸਰਦਾਰ ਨੇ ਜਵਾਨ ਜੋ ਪਹਿਲਾਂ ਨਿਕਲੇ ਸਨ ਤੇ ਬਨ ਹਦਦ ਦੇ ਆਦਮੀ ਘੱਲੇ ਅਤੇ ਉਹਨਾਂ ਨੇ ਉਸਨੂੰ ਦੱਸਿਆ ਕਿ ਮਨੁੱਖ ਸਾਮਰੀਆ ਤੋਂ ਨਿਕਲੇ ਹਨ। ਤਾਂ ਉਸਨੇ ਆਖਿਆ ਉਹ ਸੁਲਾਹ ਲਈ ਨਿਕਲੇ ਹਨ ਤਾਂ ਉਹਨਾਂ ਨੂੰ ਜਿਉਂਦੇ ਫੜ ਲਓ, ਔਰ ਲੜਨ ਲਈ ਨਿਕਲੇ ਹਨ ਤਾਂ ਉਹਨਾਂ ਨੂੰ ਤਾਂ ਵੀ ਜਿਉਂਦੇ ਫੜ ਲਓ। ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜਵਾਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਉਹਨਾਂ ਦੇ ਪਿੱਛੇ ਸੀ ਜੋ ਨਿਕਲੇ, ਤੇ ਇੱਕ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਤਾਂ ਅਰਾਮੀ ਨੱਠੇ। ਤਾਂ ਇਸਰਾਇਲ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਆਰਾਮ ਦਾ ਪਾਤਸ਼ਾਹ ਬਨ ਹਦਦ ਇੱਕ ਘੋੜੇ ਦੇ ਉੱਤੇ ਘੋੜਸਵਾਰਾਂ ਦੇ ਘੋੜਚੜੇ ਦੇ ਨਾਲ ਭੱਜ ਗਿਆ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਬਾਹਰ ਨਿਕਲ ਕੇ ਘੋੜਿਆਂ ਔਰ ਰੱਥਾਂ ਨੂੰ ਮਾਰੇ ਤੇ ਆਰਾਮੀ ਤੇ ਵੱਡ ਵਡਾਂਗਾ ਫੇਰਿਆ। ਤੇ ਫਿਰ ਨਬੀ ਉਹ ਇਸਰਾਇਲ ਦੇ ਪਾਤਸ਼ਾਹ ਦੇ ਕੋਲ ਆਇਆ ਤੇ ਉਸਨੂੰ ਆਖਿਆ ਜਾ ਤੇ ਆਪਣੇ ਆਪ ਨੂੰ ਤਕੜਾ ਕਰ ਤੇ ਧਿਆਨ ਰੱਖ, ਵੇਖ ਲੈ ਕਿ ਤੂੰ ਕੀ ਕਰਨਾ ਹੈ, ਕਿ ਜੋ ਆਰਾਮ ਦਾ ਰਾਜਾ ਆਉਂਦੇ ਵਰੇ ਤੇਰੇ ਉੱਤੇ ਚੜਾਈ ਕਰੇਗਾ। ਆਰਾਮ ਦੇ ਰਾਜੇ ਨੇ ਟਹਿਲੂਆਂ ਨੂੰ ਉਹਨੂੰ ਆਖਿਆ ਉਹਨਾਂ ਦਾ ਦਿਉਤਾ ਪਹਾੜੀ ਦਿਉਤਾ ਹੈ, ਇਸ ਲਈ ਉਹ ਸਾਡੇ ਨਾਲੋਂ ਤਕੜੇ ਹਨ, ਪਰ ਅਸੀਂ ਉਹਨਾਂ ਨਾਲ ਮੈਦਾਨ ਵਿੱਚ ਲੜੀਏ ਤਾਂ ਅਸੀਂ ਉਹਨਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ। ਪਰ ਇੱਕ ਕੰਮ ਇਹ ਕਰੋ ਕਿ ਰਾਜਿਆਂ ਵਿੱਚੋਂ ਹਰ ਇੱਕ ਨੂੰ ਉਹਦੇ ਥਾਂ ਤੋਂ ਕੱਢ ਕੇ ਉਹਨਾਂ ਦੇ ਬਦਲੇ ਸੂਬੇਦਾਰਾਂ ਨੂੰ ਠਹਿਰਾ ਦਿਓ ਤੇ ਆਪਣੇ ਲਈ ਇੱਕ ਫੌਜ ਗਿਣ ਲਓ ਅਤੇ ਉਸ ਫੌਜ ਦੇ ਤੁਲ ਜੋ ਵੀ ਹੋਵੇ ਜਿਹੜੀ ਗੁਆਚ ਗਈ ਹੈ, ਘੋੜੇ ਦੇ ਥਾਂ ਘੋੜਾ, ਰੱਥ ਦੇ ਥਾਂ ਰੱਥ, ਤਾਂ ਅਸੀਂ ਉਹਨਾਂ ਨਾਲ ਮੈਦਾਨ ਵਿੱਚ ਲੜਾਂਗੇ ਤਾਂ ਅਸੀਂ ਉਹਨਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ। ਸੋ ਉਸਨੇ ਉਹਨਾਂ ਦੀ ਆਵਾਜ਼ ਸੁਣੀ ਤੇ ਉਵੇਂ ਹੀ ਕੀਤਾ। ਤਾਂ ਇਹ ਹੋਇਆ ਕਿ ਆਉਂਦੇ ਵਰੇ ਬਨ ਹਦਦ ਨੇ ਅਰਾਮੀਆਂ ਨੂੰ ਗਿਣਿਆ ਤੇ ਅਫੇਕ ਉੱਤੇ ਚੜਾਈ ਕੀਤੀ ਤੇ ਇਸਰਾਇਲ ਨਾਲ ਲੜੇ। ਤਾਂ ਇਸਰਾਇਲੀ ਗਿਣੇ ਗਏ ਤੇ ਉਹਨਾਂ ਨੂੰ ਰਾਸ਼ਨ ਦੇ ਦਿੱਤਾ। ਫਿਰ ਉਹਨਾਂ ਦਾ ਸਾਹਮਣਾ ਕਰਨ ਨੂੰ ਨਿਕਲੇ ਤਾਂ ਇਸਰਾਇਲੀਆਂ ਨੇ ਉਹਨਾਂ ਦੇ ਸਾਹਮਣੇ ਡੇਰੇ ਲਾ ਲਏ। ਤਾਂ ਇਉਂ ਜਾਪਦੇ ਸਨ ਉਹ ਜ਼ਿਕਰ ਪਠੋਰਿਆਂ ਦੇ 2-2 ਛੋਟੇ ਇੱਜੜ ਸਨ।
ਅਤੇ ਅਰਾਮੀਆਂ ਨਾਲ ਦੇਸ਼ ਭਰ ਗਿਆ। ਤਾਂ ਪਰਮੇਸ਼ਰ ਦੇ ਇੱਕ ਬੰਦੇ ਨੇ ਆ ਕੇ ਇਸਰਾਇਲ ਨੂੰ ਪਾਤਸ਼ਾਹ ਨੂੰ ਆਖਿਆ, ਜੋ ਉਹ ਫਰਮਾਉਂਦਾ ਹੈ ਕਿ ਇਸ ਲਈ ਜੋ ਅਰਾਮੀਆਂ ਨੇ ਆਖਿਆ ਕਿ ਜੋ ਪਹਾੜਾਂ ਦਾ ਪਰਮੇਸ਼ਰ ਹੈ ਉਹ ਮੈਦਾਨ ਦਾ ਪਰਮੇਸ਼ਰ ਨਹੀਂ, ਸੋ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ, ਜੋ ਤੁਸੀਂ ਜਾਣੋ ਵੀ ਮੈਂ ਯਹੋਵਾ ਹਾਂ। ਤਾਂ ਉਹਨਾਂ ਨੇ ਇੱਕ ਦੂਜੇ ਨੂੰ ਦੇ ਸਾਹਮਣੇ 7 ਦਿਨ ਡੇਰੇ ਲਾਏ ਰੱਖੇ। ਤਾਂ ਇਹ ਹੋਇਆ ਕਿ 7ਵੇਂ ਦਿਨ ਲੜਾਈ ਜੁੱਟ ਪਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ 1 ਲੱਖ ਪਿਆਦਾ ਵੱਢ ਸੁੱਟਿਆ। ਪਰ ਰਹਿੰਦੇ ਖੁੰਦੇ ਅਫੇਕ ਸ਼ਹਿਰ ਨੂੰ ਨੱਠ ਗਿਆ ਤੇ ਉੱਥੇ 27,000 ਉੱਤੇ ਜੋ ਬਚ ਗਏ ਸਨ ਇੱਕ ਕੰਧ ਡਿੱਗ ਪਈ ਤੇ ਬਨ-ਹਦਦ ਵੀ ਨੱਠਾ ਔਰ ਸ਼ਹਿਰ ਦੇ ਵਿੱਚ ਇੱਕ ਅੰਦਰਲੀ ਕੋਠੜੀ ਵਿੱਚ ਜਾ ਵੜਿਆ। ਤਾਂ ਉਸਦੇ ਟਹਿਲੂਆਂ ਨੇ ਉਸ ਨੂੰ ਆਖਿਆ, ਵੇਖੋ, ਅਸਾਂ ਸੁਣਿਆ ਹੈ ਕਿ ਇਸਰਾਏਲ ਦੇ ਘਰਾਣੇ ਦੇ ਪਾਤਸ਼ਾਹ ਦਿਆਲੂ ਪਾਤਸ਼ਾਹ ਹੁੰਦੇ ਹਨ। ਅਸੀਂ ਆਪਣੇ ਲੋਕਾਂ ਉੱਤੇ ਤੱਪੜ ਅਤੇ ਆਪਣੇ ਸਿਰਾਂ ਉੱਤੇ ਰੱਸੀਆਂ ਵਲੇਟ ਲਈਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਸ਼ਾਇਦ ਉਹ ਤੇਰੀ ਜਾਨ ਬਖਸ਼ ਦੇਣ। ਤਾਂ ਉਹਨਾਂ ਨੇ ਆਪਣੇ ਲੋਕਾਂ ਉੱਤੇ ਤੱਪੜ ਅਤੇ ਸਿਰਾਂ ਉੱਤੇ ਰੱਸੀਆਂ ਵਲੇਟ ਲਈਆਂ। ਇਸਰਾਏਲ ਦੇ ਪਾਤਸ਼ਾਹ ਕੋਲ ਆਏ ਤੇ ਆਖਿਆ ਕਿ ਤੁਹਾਡਾ ਦਾਸ ਬਨ-ਹਦਦ ਆਖਦਾ ਹੈ ਕਿ ਦਇਆ ਕਰਕੇ ਮੇਰੀ ਜਾਨ ਬਖਸ਼ ਦਿਓ। ਅੱਗੋਂ ਉਹਨਾਂ ਨੇ ਆਖਿਆ ਕਿ ਕਿਉਂ ਅਜੇ ਜਿਉਂਦਾ? ਉਹ ਤਾਂ ਮੇਰਾ ਭਰਾ ਹੈ। ਉਹਨਾਂ ਮਨੁੱਖਾਂ ਨੇ ਇਹ ਚੰਗਾ ਲੱਛਣ ਜਾਣਿਆ ਤੇ ਧਿਆਨ ਨਾਲ ਉਹਦਾ ਮਨਸ਼ਾ ਜਾਂਚ ਕੇ ਆਖਿਆ, ਉਹ ਤੁਹਾਡਾ ਭਰਾ ਬਨ-ਹਦਦ ਹੈ? ਤਾਂ ਉਸਨੇ ਆਖਿਆ, ਜਾਓ ਉਸਨੂੰ ਲੈ ਆਓ। ਤਦ ਬਨ-ਹਦਦ ਉਸਦੇ ਕੋਲ ਆਇਆ ਅਤੇ ਉਹਨੇ ਉਹਨੂੰ ਆਪਣੇ ਹੱਥ ਰੱਥ ਉੱਤੇ ਚੜ੍ਹਾ ਲਿਆ। ਤੇ ਉਸਨੇ ਉਸਨੂੰ ਆਖਿਆ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਕੋਲ ਖੋਲ੍ਹੇ ਹਨ ਮੈਂ ਉਹ ਤੈਨੂੰ ਮੋੜ ਦਿਆਂਗਾ। ਤੂੰ ਆਪਣੇ ਲਈ ਦਮਿਸ਼ਕ ਵਿੱਚ ਬਾਜ਼ਾਰ ਬਣਾ ਲਈ ਅਤੇ ਜਿਵੇਂ ਮੇਰੇ ਪਿਤਾ ਨੇ ਸਾਮਰਿਆ ਵਿੱਚ ਬਣਾਏ ਸਨ। ਤਦ ਅਹਾਬ ਨੇ ਆਖਿਆ, ਮੈਂ ਇਸ ਨੇਮ ਨਾਲ ਤੈਨੂੰ ਵਿਦਿਆ ਕਰਦਾ ਹਾਂ, ਜੋ ਉਸਨੇ ਉਸਦੇ ਨੇਮ ਨਾਲ ਉਸਨੂੰ ਛੱਡ ਦਿੱਤਾ। ਫਿਰ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਜਣੇ ਨੇ ਆਪਣੇ ਗੁਆਂਢੀ ਨੂੰ ਯਹੋਵਾ ਦੇ ਵਚਨ ਅਨੁਸਾਰ ਆਖਿਆ, ਮੈਨੂੰ ਮਾਰ ਹੀ ਦੇ, ਪਰ ਉਸਨੇ ਉਸ ਦੇ ਮਾਰਨ ਤੋਂ ਨਾ ਕਰ ਦਿੱਤੀ। ਉਪਰੰਤ ਉਸਨੇ ਉਸਨੂੰ ਆਖਿਆ, ਇਸ ਲਈ ਕਿ ਯਹੋਵਾ ਦੀ ਆਵਾਜ਼ ਨੂੰ ਤੂੰ ਨਹੀਂ ਮੰਨਿਆ, ਤੇ ਵੇਖ ਮੇਰੇ ਕੋਲ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸਦੇ ਕੋਲੋਂ ਗਿਆ ਤਾਂ ਇੱਕ ਬੱਬਰ ਸ਼ੇਰ ਉਸਨੂੰ ਮਿਲਿਆ ਤੇ ਜਿਸ ਉਸਨੂੰ ਪਾੜ ਸੁੱਟਿਆ। ਫਿਰ ਉਹਨੂੰ ਇੱਕ ਹੋਰ ਮਨੁੱਖ ਮਿਲਿਆ ਤੇ ਉਹਨੇ ਉਸਨੂੰ ਆਖਿਆ, ਮੈਨੂੰ ਮਾਰ ਦੇ, ਤੇ ਉਸ ਮਨੁੱਖ ਨੇ ਉਹਨੂੰ ਮਾਰ ਕੇ ਤੇ ਘਾਇਲ ਕਰ ਦਿੱਤਾ। ਸੋ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਖਲੋਤਾ ਰਿਹਾ ਤੇ ਉਸਨੇ ਆਪਣੀ ਪਗੜੀ ਆਪਣੀਆਂ ਅੱਖਾਂ ਤੇ ਬੰਨ੍ਹ ਕੇ ਭੇਸ ਉਠਾਇਆ। ਤਾਂ ਪਾਤਸ਼ਾਹ ਲੰਘ ਰਿਹਾ ਸੀ ਤਾਂ ਉਸਨੇ ਪਾਤਸ਼ਾਹ ਦੀ ਦੁਹਾਈ ਦਿੱਤੀ ਕਿ ਤੁਹਾਡਾ ਦਾਸ ਲੜਾਈ ਵਿੱਚ ਗਿਆ। ਤੇ ਵੇਖੋ, ਇੱਕ ਮਨੁੱਖ ਮੁੜ ਕੇ ਇੱਕ ਹੋਰ ਮਨੁੱਖ ਨੂੰ ਮੇਰੇ ਕੋਲ ਲਿਆਇਆ ਤੇ ਆਖਿਆ ਕਿ ਇਸ ਮਨੁੱਖ ਦਾ ਧਿਆਨ ਰੱਖ, ਜੇ ਕਦੀ ਇਹ ਨਿਕਲ ਪਵੇ ਤਾਂ ਇਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ, ਤਾਂ ਜਾਂ ਤੈਨੂੰ ਇੱਕ ਤੋੜਾ ਚਾਂਦੀ ਦੇਣੀ ਪਵੇਗੀ। ਜਿਸ ਵੇਲੇ ਤੇਰਾ ਦਾਸ ਇੱਧਰ ਉੱਧਰ ਕੰਮ ਵਿੱਚ ਫਸਿਆ ਹੋਇਆ ਸੀ ਤਾਂ ਉਹ ਨਿਕਲ ਗਿਆ। ਤਾਂ ਇਸਰਾਏਲ ਦਾ ਪਾਤਸ਼ਾਹ ਨੇ ਉਸਨੂੰ ਆਖਿਆ, ਇਵੇਂ ਹੀ ਤੇਰਾ ਨਿਬੇੜਾ ਹੋਵੇਗਾ ਜਿਵੇਂ ਤੈਂ ਆਪ ਨਿਬੇੜਿਆ। ਤੇ ਉਸਨੇ ਉਸਨੂੰ ਛੇਤੀ ਨਾਲ ਉਸ ਪਗੜੀ ਨੂੰ ਆਪਣੀਆਂ ਅੱਖਾਂ ਤੋਂ ਲਾ ਦਿੱਤਾ। ਤੇ ਇਸਰਾਏਲ ਦੇ ਪਾਤਸ਼ਾਹ ਨੇ ਉਸਨੂੰ ਸਿਆਣਿਆ, ਉਹ ਨਬੀਆਂ ਵਿੱਚੋਂ ਹੈ। ਉਸਨੇ ਉਸਨੂੰ ਆਖਿਆ, ਜੋ ਫਰਮਾਉਂਦਾ ਹੈ ਕਿ ਇਸ ਲਈ ਕਿ ਤੈਂ ਉਸ ਮਨੁੱਖ ਨੂੰ ਜਿਹੜਾ ਮੈਂ ਵੱਢਣ ਯੋਗ ਠਹਿਰਾਇਆ ਸੀ ਆਪਣੇ ਹੱਥੀਂ ਖਿਸਕਾ ਦਿੱਤਾ, ਤਾਂ ਉਸਦੀ ਜਾਨ ਦੇ ਵੱਟੇ ਤੇਰੀ ਜਾਨ ਹੋਵੇਗੀ, ਤਾਂ ਉਸਨੇ ਲੋਕਾਂ ਦੇ ਵੱਟੇ ਤੇਰੇ ਲੋਕ। ਤਾਂ ਇਸਰਾਏਲ ਦਾ ਪਾਤਸ਼ਾਹ ਆਪਣੇ ਮਹਿਲ ਨੂੰ ਉਦਾਸ ਤੇ ਗਰੰਜ ਹੋ ਕੇ ਚਲਾ ਗਿਆ ਤੇ ਸਾਮਰਿਆ ਵਿੱਚ ਆਇਆ। ਚੈਪਟਰ 21 ਨਬੋਥ ਦਾ ਅੰਗੂਰੀ ਬਾਗ। ਤੇ ਇਹ ਹੋਇਆ ਕਿ ਇਹਨਾਂ ਗੱਲਾਂ ਦੇ ਪਿੱਛੋਂ ਨਬੋਥ ਜਿਜ਼ਰਾਇਲੀ ਦੇ ਕੋਲ ਅੰਗੂਰਾਂ ਦਾ ਇੱਕ ਬਾਗ ਸੀ, ਜਿਹੜਾ ਇਜ਼ਰਾਈਲ ਦੇ ਵਿੱਚ ਤੇ ਸਾਮਰਿਆ ਦੇ ਪਾਤਸ਼ਾਹ ਦੇ ਅਹਾਬ ਦੇ ਮਹਿਲ ਦੇ ਨਾਲ ਲੱਗਵਾ ਸੀ। ਅਹਾਬ ਨਬੋਥ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇ, ਤਾਂ ਵੀ ਮੈਂ ਆਪਣੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ ਜੋ ਮੇਰੇ ਘਰ ਦੇ ਨਾਲ ਲੱਗਵਾ ਹੈ, ਅਤੇ ਮੈਂ ਤੈਨੂੰ ਉਹਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ, ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੈਂ ਤੈਨੂੰ ਉਹਦੇ ਲਈ ਚਾਂਦੀ ਵੀ ਦਿਆਂਗਾ। ਤਾਂ ਨਬੋਥ ਨੇ ਅਹਾਬ ਨੂੰ ਆਖਿਆ, ਯਹੋਵਾ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਓ ਦਾਦਿਆਂ ਦੀ ਮਿਰਾਸ ਤੁਹਾਨੂੰ ਦੇਵਾਂ। ਤਾਂ ਅਹਾਬ ਆਪਣੇ ਘਰ ਨੂੰ ਚਲਾ ਗਿਆ। ਉਹ ਗੱਲ ਉਸ ਤੋਂ ਗੁੱਸੇ ਵਿੱਚ ਕੁੱਟਿਆ ਸੀ। ਤਾਂ ਜੋ ਇਜ਼ਰਾਈਲੀ ਨਬੋਥ ਨੇ ਉਸਨੂੰ ਆਖੀ ਸੀ ਵੀ ਮੈਂ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੀ ਮਿਰਾਸ ਨਹੀਂ ਦਿਆਂਗਾ, ਉਹ ਆਪਣੇ ਪਲੰਘ ਉੱਤੇ ਆ ਪਿਆ ਤੇ ਮੂੰਹ ਵੱਟ ਛੱਡਿਆ ਔਰ ਰੋਟੀ ਵੀ ਨਾ ਖਾਧੀ। ਤਾਂ ਉਸਦੀ ਰਾਣੀ ਇਜ਼ਬਲ ਉਸਦੇ ਕੋਲ ਆਈ ਤੇ ਉਸਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ, ਤੂੰ ਤਾਂ ਰੋਟੀ ਕਿਉਂ ਨਹੀਂ ਖਾਧੀ? ਸੋ ਉਸਨੇ ਉਸਨੂੰ ਆਖਿਆ, ਮੈਂ ਇਜ਼ਰਾਈਲੀ ਨਬੋਥ ਨਾਲ ਗੱਲ ਕੀਤੀ ਸੀ ਤੇ ਉਸਨੂੰ ਆਖਿਆ ਵੀ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇ, ਜਾਂ ਤੈਨੂੰ ਪਸੰਦ ਹੋਵੇ ਜੇ ਜੋ ਕੁਛ ਮੈਂ ਤੈਨੂੰ ਉਸਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ। ਪਰ ਉਸਨੇ ਆਖਿਆ, ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ। ਤੇ ਉਸਦੀ ਰਾਣੀ ਇਜ਼ਬਲ ਨੇ ਉਸਨੂੰ ਆਖਿਆ ਕਿ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰ,
है, उठ रोटी खा ते अपना मन भाउंदा भोग विलास कर, तो वो तेनू जिजराइली नबोत दा अंगूरी बाग मैं लैके देवांगी। सो उसने अहाब दे नाम दे परवाने लिखे, उन्हां उत्ते उसकी मोहर लाई ते उन्हां बजुर्गां ते भले लोकां नूं घल्ले जिहड़े उसदे शहरी स्थानां ते नबोत दे नेड़े वसदे सन। तो उसने परवाने विच लिखिया कि वरत दी डौंडी बिठवाओ अते नबोत नूं लोकां दे सिरे ते बिठाओ। तो शैतान दे पुत्रां विचों 2 मनुक्खां नूं उसदे सामने बिठाओ, वो गवाही देण कि तू परमेश्वर दे पातशाह नूं दुर्वचन बोलिया है, तां ओह उस नूं बाहर ले जा के पथराव करन ते ओह मर जावे। सो ਉਹਦੇ शहर के लोगों ने अर्थात बजुर्गों के भले लोगों ने जो उसके शहर के वासी सन, जिवें ईजबल ने उन्होंने सुनिया कलिया सी, जिवें उन्होंने परवाने में लिखिया सी, सो उन्होंने घल्ले ते तिवें ही किया। उन्होंने वरत की डौंडी पिटवाई अते नबोत नूं लोकां दे विच उच्चा किया करके बिठाया। तो 2 शैतानी मनुख अंदर आए तो उसके सामने बैठ गए, तो उन्होंने शैतानी मनुखों ने उसके उत्ते अर्थात नबोत ते लोकां दे अगे गवाही दे दी सी कि नबोत ने परमेश्वर नूं अते पातशाह नूं दुर्वचन आखे हैं। तो वो उसके शहरों उसनूं बाहर लै गए तो उसनूं पथराव करके मार सुट्टिया। तो उन्होंने ईजबल नूं कहा घल्लिया कि नबोत नूं पथराव किया गया है और वो मर गया है। तो यह होया कि जद ईजबल ने सुनिया कि नबोत उत्ते पथराव किया गया तो मर गया है, तो ईजबल ने अहाब नूं आख्या उठ ते जिजराइली नबोत दे अंगूरी बाग नूं कब्जे विच लै लै, जिहड़ा ओ तैनूं चांदी लैके भी नहीं देना चाहुंदा सी, क्यों जो नबोत चाहुंदा नहीं सगों ओ तां मर गया है। अते इउं होया कि जद अहाब ने सुनिया कि नबोत मर गया है, तो अहाब उठ्या ते नबोत जिजराइली दे अंगूरी बाग उत्ते कब्जा करन लई हेठ आ गया जावे। तो यहोवा दा वचन एलिय्याह तिशबी नूं आया कि उठ, इस्राएल दे पातशाह अहाब नूं जो सामरे विच वसदा है जाके मिल, वेख ओ नबोत दे अंगूरी बाग विच है, उसका कब्जा लैण नूं उत्थे गया है। ओनूं बोल के यहोवा इउं फरमाउंदा है कि की तू खूनी बणिया ते कब्जा भी ले लिया। तू उन्होंने बोल के यहोवा इउं फरमाउंदा है कि जिथे कुत्तियां ने नबोत दा लहू चट्टिया सी उत्थे तेरा लहू भी चट्टणगे, हाँ तेरा ही। अगों अहाब ने एलिय्याह नूं आख्या, हे मेरा दुश्मना तैं मैनूं लभ लिया? उस उत्तर दिता, हाँ तैनूं लभ लिया, क्यों जो यहोवा ने दे वेखदियां ते बुराई करन लई तू अपने आप नूं वेच दिता। तू वेखेगा कि मैं तेरे उत्ते बुराई लियावांगा, मैं तेनू झाड़ सुट्टांगा, मैं अहाब नालों नर अते इसराइल दे बंधुए ते आजाद वड़ सुट्टांगा। मैं तेरे घराने नूं नबाट दे पुत्र यरोबोआम दे घराने वांगू ते अलिय्याह दे पुत्र बाशा दे घराने वांगू कर दियांगा, उस खिज दे कारण जिसदे कारण तू मैनूं खिजाया अते इस तो भी किते इसराइल तो पाप करवाया। ईजबल लई ते यहोवा दा वचन ये आया कि ईजबल नूं जिजराइल दी सफील कोल कुत्ते खाणगे अते अहाब दा जिहड़ा शहर विच मरेगा उहनूं कुत्ते खाणगे अते जिहड़ा रड़ विच मरेगा उहनूं आकाश दे पंछी खाणगे। पर अहाब वर्गा कोई नहीं होया जिस यहोवा दी निगाह विच बुराई करन लई अपने आप नूं वेचिया, जिसनूं उसदी राणी ईजबल ने प्रेरिया ते उसने अत घिनौना काम कीता अते अमोरिया वांगू जिन्हां नूं यहोवा ने इसराइली दे अगों कढ दिता सी ते ओह बुतां दे मगर लग गया। तां इह होया कि जद अहाब ने ये गल्लां सुनिया उसने अपने कपड़े पाड़े अते उसने अपने शरीर उत्ते तप्पड़ पा के वर्त रखिया ते तप्पड़ विच ही लेटण अते हौली हौली चलण लग्या। तां यहोवा दा वचन एलिय्याह तिशबी नूं फिर आया कि तू वेखदा है कि अहाब ने मेरे सामने अपने आप नूं अधीन किया है, इसलिए कि उसने अपने आप नूं तेरे सन्मुख अधीन किया है, मैं उस दे मेरे सन्मुख अधीन किया है, मैं उस दे दिनां विच ये बुराई ना लियावांगा, मैं उस दे पुत्र दे दिनां विच उहदे घराणे उत्ते ये बुराई लियावांगा। चैप्टर 22 अहाब दी मौत। 3 वरियां सी ओह अमन नाल टिके रहे थे, आराम अते इसराइल विच कोई लड़ाई ना हुई। तां तीजे वरे इउं होया कि यहूदा दा पातशाह यहोशाफाट इसराइल दे पातशाह कोल हठाड़ नूं आया अते इसराइल दे पातशाह ने अपने टहलुआं नूं आख्या, तुसीं जाणदे हो भी रामोस गलियाद साडा है, भला असीं चुप करके बैठे रहिए, उसनूं आराम दे राजा कोलों मोड़ के ना लईए। उसने यहोशाफाट नूं आख्या कि तू मेरे नाल रामोस गलियाद नूं लड़ाई लई चलेगा। तो यहोशाफाट ने इसराइल दे पातशाह नूं आख्या, जिहा तू तेहा मैं, जेहे तेरे लोग तेहे मेरे लोग, जेहे तेरे घोड़े तेहे मेरे घोड़े। उपरंत यहोशाफाट ने इसराइल दे पातशाह नूं आख्या, अज जरा यहोवा दे वचन दी पुछ तां करी। तां इजराइल दे पातशाह ने नबियां नूं जो 400 मनुख सन इकट्ठा कीता ते उन्हां नूं आख्या कि मैं रामोस गलियाद दे विरुद्ध लड़ाई लई चढ़ाई करां जां जाण दियां। तो उन्हें आख्या चढ़ जा।
ਕਿ ਯਹੋਵਾ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਤਾਂ ਯਹੋਸ਼ਾਫਾਟ ਨੇ ਆਖਿਆ, ਇਹਨਾਂ ਤੋਂ ਬਾਹਰ ਯਹੋਵਾ ਦਾ ਕੋਈ ਹੋਰ ਨਬੀ ਵੀ ਹੈ ਜੋ ਅਸੀਂ ਉਸਦੇ ਕੋਲੋਂ ਵੀ ਪੁੱਛੀਏ? ਤਾਂ ਇਸਰਾਇਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਕਿਹਾ ਕਿ ਇੱਕ ਮਨੁੱਖ ਹੈ ਜਿਸ ਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ, ਉਹ ਹੈ ਜਿਮਲਾ ਦਾ ਪੁੱਤਰ ਮੀਕਾ। ਪਰ ਮੈਨੂੰ ਉਸ ਤੋਂ ਕਿੜ ਹੈ ਕਿ ਉਹ ਮੇਰੇ ਵਿਖੇ ਭਲਾਈ ਨਹੀਂ ਸਗੋਂ ਬੁਰਾਈ ਹੀ ਵਾਚਦਾ ਹੈ। ਯਹੋਸ਼ਾਫਾਟ ਨੇ ਆਖਿਆ, ਪਾਤਸ਼ਾਹ ਇਉਂ ਨਾ ਆਖੇ। ਜਦ ਇਸਰਾਇਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਸੱਦ ਕੇ ਆਖਿਆ, ਜਿਮਲਾ ਦੇ ਪੁੱਤਰ ਮੀਕਾ ਨੂੰ ਛੇਤੀ ਲੈ ਆ। ਇਸਰਾਇਲ ਦਾ ਪਾਤਸ਼ਾਹ ਯਹੂਦਾ ਦਾ ਪਾਤਸ਼ਾਹ ਯਹੋਸ਼ਾਫਾਟ ਆਪੋ ਆਪਣੀ ਰਾਜਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪੇੜ ਵਿੱਚ ਸਾਮਰਿਆ ਦੇ ਫਾਟਕ ਦੇ ਅੱਗੇ ਸੀ ਬੈਠੇ ਸਨ, ਤੇ ਮਾਰੇ ਨਬੀ ਉਹਨਾਂ ਦੇ ਅੱਗੇ, ਸਾਰੇ ਨਬੀ ਉਹਨਾਂ ਦੇ ਅੱਗੇ ਅੱਗੇ ਅਗੰਮ ਵਾਚ ਰਹੇ ਸਨ। ਕਨਾਨਾ ਦੇ ਪੁੱਤਰ ਸਿਦਕਿਆ ਨੇ ਆਪਣੇ ਲਈ ਲੋਹੇ ਦੇ ਸਿੰਘ ਬਣਾਏ ਤੇ ਆਖਿਆ, ਜੋ ਮੈਂ ਫਰਮਾਉਂਦਾ ਵੀ ਇਹਨਾਂ ਨਾਲ ਤੁਸੀਂ ਅਰਾਮੀਆਂ ਨੂੰ ਜਾਤੀ ਕੋ ਮੁੱਕ ਨਾ ਜਾਣ ਦੱਸੀ ਜਾਓਗੇ। ਅਤੇ ਸਾਰੇ ਨਬੀ ਇਹੋ ਅਗੰਮ ਵਾਜ ਰਹੇ ਸਨ ਕਿ ਰਾਮੋਥ ਗਿਲਿਆਦ ਉੱਤੇ ਚੜ੍ਹ ਜਾਓ ਤੇ ਫਤਿਹ ਪਾਓ, ਕਿਉਂ ਜੋ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਇਹ ਉਹ ਹਲਕਾਰਾ ਜੋ ਮੀਕਾ ਨੂੰ ਸੱਦਣ ਗਿਆ, ਉਹਨੂੰ ਬੋਲਿਆ, ਜਰਾ ਦੇਖੀ ਨਾ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ, ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੀ ਹੋਵੇ ਤੇ ਭਲਾਈ ਬੋਲੀ। ਅੱਗੋਂ ਮੀਕਾ ਨੇ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਜੋ ਕੁਝ ਯਹੋਵਾ ਨੇ ਮੈਨੂੰ ਫਰਮਾਇਆ ਉਹੀ ਮੈਂ ਬੋਲਾਂਗਾ। ਸੋ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸਨੂੰ ਆਖਿਆ, ਹੇ ਮੀਕਾ, ਭਲਾ ਅਸੀਂ ਰਾਮੋਥ ਗਿਲਿਆਦ ਦੇ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ? ਤਾਂ ਉਸਨੇ ਉਸਨੂੰ ਆਖਿਆ, ਚੜ੍ਹ ਜਾਓ ਤੇ ਫਤਿਹ ਪਾਓ, ਕਿਉਂਕਿ ਯਹੋਵਾ ਉਸਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਤਾਂ ਪਾਤਸ਼ਾਹ ਨੇ ਉਸਨੂੰ ਆਖਿਆ, ਮੈਂ ਤੈਨੂੰ ਕਿੰਨੀ ਵਾਰੀ ਸਹੁੰ ਚੁਕਾਵਾਂ ਵੀ ਤੂੰ ਮੈਨੂੰ ਯਹੋਵਾ ਦੇ ਨਾਂ ਉੱਤੇ ਸੱਚਾਈ ਤੋਂ ਬਿਨਾਂ ਕੁਝ ਹੋਰ ਨਾ ਦੱਸੇ। ਤਾਂ ਉਸਨੇ ਆਖਿਆ, ਮੈਂ ਸਾਰੇ ਇਸਰਾਇਲ ਨੂੰ ਉਹਨਾਂ ਭੇਡਾਂ ਵਾਂਗੂ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਖਿੰਡ ਜਾਣਾ ਡਿੱਠਿਆ। ਯਹੋਵਾ ਨੇ ਫਰਮਾਇਆ ਕਿ ਇਹਨਾਂ ਦਾ ਮਾਲਕ ਨਹੀਂ, ਉਹਨਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲ੍ਹਾ ਵਿੱਚ ਜਾਵੇ। ਉਪਰੰਤ ਇਸਰਾਇਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਆਖਿਆ, ਭਲਾ ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਾਈ ਨਹੀਂ ਸਗੋਂ ਬੁਰਾਈ ਵਾਚੇਗਾ? ਫਿਰ ਉਸਨੇ ਉਸਨੂੰ ਆਖਿਆ, ਇਸ ਲਈ ਕਿ ਤੁਸੀਂ ਯਹੋਵਾ ਦਾ ਵਚਨ ਸੁਣੋ। ਮੈਂ ਯਹੋਵਾ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਡਿਠਾ ਅਤੇ ਸਵਰਗ ਦੀ ਸਾਰੀ ਸੈਨਾ ਉਸਦੇ ਸੱਜੇ ਹੱਥ ਖੱਬੇ ਹੱਥ ਖਲੋਤੀ ਸੀ। ਤਾਂ ਯਹੋਵਾ ਨੇ ਆਖਿਆ, ਕੌਣ ਅਹਾਬ ਨੂੰ ਭਰਮਾਏਗਾ ਜੋ ਚੜ੍ਹ ਕੇ ਰਾਮੋਥ ਗਿਲਿਆਦ ਕੋਲ ਡਿੱਗ ਮਰੇ? ਤਾਂ ਇੱਕ ਇਸ ਤਰ੍ਹਾਂ ਬੋਲਿਆ ਔਰ ਇੱਕ ਉਸ ਤਰ੍ਹਾਂ ਬੋਲਿਆ। ਤਾਂ ਇੱਕ ਆਤਮਾ ਨਿਕਲ ਕੇ ਯਹੋਵਾ ਦੇ ਅੱਗੇ ਜਾ ਖਲੋਤਾ। ਉਸਨੇ ਆਖਿਆ, ਮੈਂ ਉਹਨੂੰ ਭਰਵਾਵਾਂਗਾ। ਤਾਂ ਯਹੋਵਾ ਨੇ ਉਸਨੂੰ ਪੁੱਛਿਆ, ਕਿਸ ਤਰ੍ਹਾਂ? ਉਸਨੇ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਬਣ ਕੇ ਉਸਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਵਾਂਗਾ। ਤਾਂ ਉਸਨੇ ਆਖਿਆ, ਤਾਂ ਉਹ ਉਸਨੂੰ ਭਰਮਾ ਲਵੇਗਾ ਜੇ ਜਿੱਤੇਗਾ ਵੀ। ਜਾ ਤੇ ਇਉਂ ਕਰ। ਹੁਣ ਵੇਖੋ, ਯਹੋਵਾ ਨੇ ਤੁਹਾਡੇ ਇਹਨਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ, ਪਰ ਯਹੋਵਾ ਤੁਹਾਡੇ ਲਈ ਬੁਰਾਈ ਬੋਲਿਆ ਹੈ। ਤਾਂ ਕਨਾਨਾ ਦੇ ਪੁੱਤਰ ਸਿਦਕਿਆ ਦੇ ਨੇੜੇ ਆ ਕੇ ਮੀਕਾ ਨੂੰ ਗਲ ਉੱਤੇ ਮਾਰਿਆ ਤੇ ਆਖਿਆ, ਯਹੋਵਾ ਦਾ ਆਤਮਾ ਕਿਹੜੇ ਰਾਹ ਥਾਣੀ ਮੇਰੇ ਕੋਲੋਂ ਲੰਘਿਆ ਸੀ ਜੋ ਤੈਨੂੰ ਬੋਲੇ? ਪਰ ਮੀਕਾ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁਕਣ ਨੂੰ ਵੜੇਗਾ ਤਦ ਤੂੰ ਵੇਖੇਗਾ। ਤਦ ਇਸਰਾਇਲ ਦੇ ਪਾਤਸ਼ਾਹ ਨੇ ਆਖਿਆ, ਮੀਕਾ ਨੂੰ ਫੜ ਕੇ ਸ਼ਹਿਰ ਦੇ ਸਰਦਾਰ ਅਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਕੇ ਲੈ ਕੇ ਜਾਓ ਅਤੇ ਆਖ ਵੀ ਪਾਤਸ਼ਾਹ ਫਰਮਾਉਂਦਾ ਕਿ ਮੇਰੇ ਸੁੱਖ ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੀ, ਇਸ ਨੂੰ ਤੰਗੀ ਦੀ ਰੋਟੀ ਤੇ ਤੰਗੀ ਦਾ ਪਾਣੀ ਦਿਓ। ਪਰ ਮੀਕਾ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ ਸਾਂਦ ਨਾਲ ਮੁੜ ਆਓ ਤਾਂ ਯਹੋਵਾ ਮੇਰੇ ਰਾਹੀਂ ਨਹੀਂ ਬੋਲਿਆ। ਨਾਲੇ ਉਸਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ। ਤਾਂ ਇਸਰਾਇਲ ਦਾ ਪਾਤਸ਼ਾਹ ਤੇ ਯਹੂਦਾ ਦਾ ਪਾਤਸ਼ਾਹ ਯਹੋਸ਼ਾਫਾਟ ਰਾਮੋਥ ਗਿਲਿਆਦ ਨੂੰ ਚੜ੍ਹੇ ਅਤੇ ਇਸਰਾਇਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਆਖਿਆ, ਮੈਂ ਆਪਣਾ ਭੇਸ ਵਟਾ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਬਸਤਰਾਂ ਵਿੱਚ ਵੀ ਜਾਵੀਂ, ਤੂੰ ਆਪਣੇ ਬਸਤਰ ਪਾਈ ਰੱਖ। ਤਾਂ ਇਸਰਾਇਲ ਦਾ ਪਾਤਸ਼ਾਹ ਭੇਸ ਵਟਾ ਕੇ ਲੜਾਈ ਵਿੱਚ ਗਿਆ। ਪਰ ਆਰਾਮ ਦੇ ਰਾਜੇ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਵੀ ਇਸਰਾਇਲ ਦੇ ਪਾਤਸ਼ਾਹ ਨੂੰ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ। ਤਾਂ ਇਹ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫਾਟ ਨੂੰ ਡਿੱਠਾ ਤਾਂ ਉਹਨਾਂ ਨੇ ਆਖਿਆ, ਇਸਰਾਇਲ ਦਾ ਪਾਤਸ਼ਾਹ ਜ਼ਰੂਰ ਇਹੋ ਹੀ ਹੋਵੇਗਾ। ਤਾਂ ਉਹ ਉਸ ਦੇ ਨਾਲ ਲੜਨ ਨੂੰ ਮੁੜੇ, ਪਰ ਯਹੋਸ਼ਾਫਾਟ ਚਿਚਲਾਇਆ ਤੇ ਇਉਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਇਲ ਦਾ ਪਾਤਸ਼ਾਹ ਨਹੀਂ ਤਾਂ ਉਸ ਦੇ ਪਿੱਛਾ ਕਰਨ ਤੋਂ ਹਟ ਗਏ ਤੇ ਕਿਸੇ ਮਨੁੱਖ ਦੇ ਅਟਕਲ ਪੱਚੂ ਆਪਣਾ ਧੁਨ ਖਿੱਚ ਕੇ ਇਸਰਾਇਲ ਦੇ ਪਾਤਸ਼ਾਹ ਦੇ ਸੰਜੋ ਵਿੱਚ ਜੋੜ ਵਿੱਚ ਤੀਰ ਮਾਰਿਆ। ਤਾਂ ਉਸ ਨੂੰ ਆਪਣੇ ਸਾਰਥੀ ਨੂੰ ਕਿਹਾ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਅਤੇ ਮੈਨੂੰ, ਕਿਉਂਕਿ ਮੈਂ ਫਟੜ ਹੋ ਗਿਆ ਹਾਂ। ਤੇ ਲੜਾਈ ਉਸ ਦਿਨ ਵੱਧ ਗਈ ਔਰ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਥੰਮ ਉੱਤੇ ਰੱਥ ਉੱਤੇ ਥੰਮੇ ਰਿਹਾ ਤੇ ਸਾਂਝ ਨੂੰ ਮਰ ਗਿਆ ਤੇ ਲਹੂ ਉਸਦੇ ਜ਼ਖਮ ਤੋਂ ਰੱਥ ਦੇ ਵਿੱਚ ਵਗਦਾ ਰਿਹਾ। ਤੇ ਸੂਰਜ ਦੇ ਆਥਣ ਦੇ ਵੇਲੇ
दल दे विच ये हुक्म फराया गया कि हर कोई आपो अपने शहर विच, हर कोई आपो अपने देश नूं तुर जावे कि जो पातशाह मर गया है तो उहनूं सामरिया विच लै गए। तो उन्होंने पातशाह नूं सामरिया दे विच दब दिता ते रथ नूं सामरिया दे तलाव विच धोता जिथे बेसवा नहाउंदियां सन। ਅਤੇ ਯਹੋਵਾ ਦੇ ਬਚਨ ਅਨੁਸਾਰ ਜੋ ਉਹ ਬੋਲਿਆ ਸੀ ਕਿ ਕੁੱਤਿਆਂ ਨੇ ਆ ਕੇ ਉਸਦਾ ਲਹੂ ਚੱਟਿਆ। ਅਹਾਬ ਦੀਆਂ ਬਾਕੀ ਗੱਲਾਂ ਜੋ ਕੁਝ ਉਸਨੇ ਕੀਤਾ ਕਿ ਉਹ ਹਾਥੀ ਦਾ ਦੰਦ ਘਰ ਜੋ ਉਸਨੇ ਬਣਾਇਆ ਅਤੇ ਉਹ ਸਾਰੇ ਸ਼ਹਿਰ ਜੋ ਉਸਨੇ ਉਹ ਸਾਰੇ ਕਿ ਉਹ ਇਸਰਾਇਲ ਦੇ ਪਾਤਸ਼ਾਹ ਦੀ ਇਤਿਹਾਸ ਦੀ ਪੁੱਥੀ ਵਿੱਚ ਨਹੀਂ ਲਿਖੇ ਹੋਏ। ਸੋ ਅਹਾਬ ਆਪਣੇ ਪਿਓ ਦਾਦਿਆਂ ਨਾਲ ਸੌਂ ਗਿਆ। ਉਸ ਦਾ ਪੁੱਤਰ ਅਹਜਿਆ ਵੀ ਉਸ ਤੇ ਰਾਜ ਕਰਨ ਲੱਗਿਆ। ਆਸਾ ਦਾ ਪੁੱਤਰ ਯਹੋਸ਼ਾਫਾਟ ਇਸਰਾਇਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਵਰੇ ਵਿੱਚ ਯਹੂਦਾ ਦੇ ਉੱਤੇ ਰਾਜ ਕਰਨ ਲੱਗਾ। ਯਹੋਸ਼ਾਫਾਟ 35 ਵਰੇ ਦੱਸੀ ਜਦ ਰਾਜ ਕਰਨ ਲੱਗਾ ਤੇ ਯਰੂਸ਼ਲਮ ਵਿੱਚ 25 ਵਰੇ ਉਸਨੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸ਼ਿਲੀ ਦੀ ਧੀ ਅਜੂਬਾ ਸੀ ਅਤੇ ਉਸਦੇ ਪਿਤਾ ਆਸਾ ਦੇ ਸਾਰੇ ਰਾਹ ਵਿੱਚ ਚੱਲਦਾ ਰਿਹਾ। ਉਹ ਉਸ ਤੋਂ ਨਹੀਂ ਮੁੜਿਆ, ਪਰ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਉਹ ਉਹੀ ਕਰਦਾ ਰਿਹਾ ਕਿ ਉੱਚੇ ਸਥਾਨ ਤਾਂ ਵੀ ਢਾਏ ਨਾ ਗਏ, ਸਗੋਂ ਅਜੇ ਲੋਕ ਉਹਨਾਂ ਉੱਚੇ ਥਾਵਾਂ ਉੱਤੇ ਬਲੀਆਂ ਚੜਾਉਂਦੇ ਤੇ ਤੂਫਾਨ ਦਿਖਾਉਂਦੇ ਸਨ। ਯਹੋਸ਼ਾਫਾਟ ਨੇ ਇਸਰਾਇਲ ਦੇ ਪਾਤਸ਼ਾਹ ਨਾਲ ਮੇਲ ਕੀਤਾ। ਯਹੋਸ਼ਾਫਾਟ ਦੀਆਂ ਬਾਕੀ ਗੱਲਾਂ ਤੇ ਉਸ ਬਲ ਜੋ ਉਸਨੇ ਵਿਖਾਇਆ ਔਰ ਉਹ ਕਿਵੇਂ ਲੜਿਆ ਕੀ ਇਹ ਯਹੂਦਾ ਦੇ ਪਾਤਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖਿਆ ਹੋਇਆ। ਤੇ ਇਹਨਾਂ ਗਾਂਡੂਆਂ ਨੂੰ ਜੋ ਉਸਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਉਸਨੇ ਦੇਸ਼ੋਂ ਬਾਹਰ ਕੱਢ ਦਿੱਤਾ। ਅਦੋਮ ਵਿੱਚ ਕੋਈ ਰਾਜਾ ਨਹੀਂ ਸੀ, ਇੱਕ ਗੁਮਾਸ਼ਤਾ ਰਾਜ ਕਰਦਾ ਸੀ। ਯਹੋਸ਼ਾਫਾਟ ਨੇ ਤਰਸ਼ੀਸ਼ੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਈ ਓਫੀਰ ਨੂੰ ਜਾਣ ਤੇ ਉਹ ਉੱਥੇ ਗਏ ਨਾ, ਕਿਉਂ ਜੋ ਉਹ ਜਹਾਜ਼ ਅਸਿਯੋਨ ਗਬਰ ਕੋਲ ਟੁੱਟ ਗਏ। ਤਦ ਅਹਾਬ ਦੇ ਪੁੱਤਰ ਅਹਜਿਆ ਨੇ ਯਹੋਸ਼ਾਫਾਟ ਨੂੰ ਆਖਿਆ ਵੀ ਜਹਾਜ਼ਾਂ ਉੱਤੇ ਆਪਣੇ ਟਹਿਲੂਆਂ ਨਾਲ ਮੇਰੇ ਟਹਿਲੂ ਨੂੰ ਜਾਣ ਦੇ, ਪਰ ਯਹੋਸ਼ਾਫਾਟ ਨੇ ਨਾ ਕਰ ਦਿੱਤੀ। ਤਾਂ ਯਹੋਸ਼ਾਫਾਟ ਆਪਣੇ ਪਿਓ ਦਾਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਓ ਦਾਦੇ ਨਾਲ ਦੱਬਿਆ ਗਿਆ ਅਤੇ ਯਹੋਰਾਮ ਦਾ ਪੁੱਤਰ ਉਸਦੇ ਥਾਂ ਰਾਜ ਕਰਨ ਲੱਗਿਆ। ਅਹਾਬ ਦਾ ਪੁੱਤਰ ਅਹਜਿਆ ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਟ ਦੇ 17ਵੇਂ ਵਰੇ ਵਿੱਚ ਇਸਰਾਇਲ ਦੇ ਸਾਮਰਿਆ ਵਿੱਚ ਰਾਜ ਕਰਨ ਲੱਗਾ ਅਤੇ ਉਸਨੇ ਇਸਰਾਇਲ ਦੇ 2 ਵਰੇ ਰਾਜ ਕੀਤਾ। ਤੇ ਉਸਨੇ ਯਹੂਦਾ ਦੇ ਵੇਖਣ ਵਿੱਚ ਯਹੋਵਾ ਦੇ ਵੇਖਣ ਵਿੱਚ ਬੁਰਾਈ ਕੀਤੀ ਤੇ ਆਪਣੇ ਪਿਤਾ ਦੇ ਰਾਹ ਵਿੱਚ ਅਤੇ ਆਪਣੀ ਮਾਤਾ ਦੇ ਰਾਹ ਵਿੱਚ ਤੇ ਨਬਾਟ ਦੇ ਪੁੱਤਰ ਯਰੋਬੋਆਮ ਦੇ ਰਾਹ ਵਿੱਚ ਜਿਸ ਇਸਰਾਇਲ ਤੋਂ ਪਾਪ ਕਰਵਾਇਆ ਸੀ ਚੱਲਦਾ ਰਿਹਾ, ਕਿਉਂ ਜੋ ਉਹ ਬਾਲ ਦੀ ਪੂਜਾ ਕੀਤੀ ਅਤੇ ਉਹਦੇ ਅੱਗੇ ਮੱਥਾ ਟੇਕਿਆ। ਜੋ ਇਸਰਾਇਲ ਦੇ ਪਰਮੇਸ਼ਰ ਯਹੋਵਾ ਨੂੰ ਖਿਜਵਾਇਆ ਤਿਵੇਂ ਹੀ ਸਭ ਕੁਝ ਕੀਤਾ ਜਿਵੇਂ ਉਸਦੇ ਪਿਤਾ ਨੇ ਕੀਤਾ ਸੀ। ਆਮੀਨ।